ਤੇ ਆਪਾਂ ਨੂੰ ਫੇਸਬੁੱਕ ਤੇ ਜਾਣ ਦੀ ਲੋੜ ਹੈ ਜਾਂ ਆਪਾਂ ਨੂੰ ਨਹੀਂ ਪਤਾ ਲੱਗਣਾ ਹੈਗਾ ਕਿੱਦਾਂ? ਨਹੀਂ, ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਅੱਜ ਜੀ। ਦਾ ਜੋ ਇਹ ਫੇਸਬੁੱਕ ਚਰਚਾ ਪ੍ਰੋਗਰਾਮ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ। ਅੱਜ ਸਾਡਾ ਸੈਸ਼ਨ ਨੰਬਰ 10 ਹੈ ਜਿਹੜਾ ਕਿ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ। ਇਸ ਸੈਸ਼ਨ ਦੇ ਵਿੱਚ ਅਸੀਂ ਉਹੀ ਜੋ ਕਿਸਾਨ ਅੰਦੋਲਨ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਤੇ ਜਿਹਦੇ ਵਿੱਚ ਕਿ ਅਸੀਂ ਪਿਛਲੀਆਂ ਵੀ 10 ਸੈਸ਼ਨਾਂ ਦੇ ਵਿੱਚ 9 ਸੈਸ਼ਨ ਜਿਹੜੇ ਲਗਾਏ ਆ ਉਹਨਾਂ ਦੇ ਵਿੱਚ ਕਿਸਾਨ ਅੰਦੋਲਨ ਤੇ ਹੀ ਗੱਲ ਚੱਲ ਰਹੀ ਆ ਸਾਡੀ ਵੀ। ਅੱਜ ਜੋ ਦਿੱਲੀ ਦੇ ਵਿੱਚ ਜੋ ਕਿਸਾਨ ਅੰਦੋਲਨ ਚੱਲ ਰਿਹਾ ਉਸ ਦੇ ਵਿੱਚ ਜੋ ਵੀ ਮੁਸ਼ਕਲਾਂ ਆ ਰਹੀਆਂ ਜਾਂ ਜੋ ਉੱਥੇ ਲੋਕਾਂ ਦੇ ਵਿੱਚ ਜਾਗਰਤੀ ਆ ਰਹੀ ਆ ਜਾਂ ਜੋ ਲੋਕ ਇਕੱਠੇ ਹੋ ਰਹੇ ਆ ਉੱਥੇ ਸਾਰੇ ਇਸ ਅੰਦੋਲਨ ਦੇ ਵਿੱਚ, ਜਿੱਦਾਂ ਯੂਪੀ, ਬਿਹਾਰ, ਹੁਣ ਤਾਂ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ, ਉਹਨਾਂ ਨੇ ਵੀ ਕਾਫੀ ਰੈਲੀਆਂ ਕੀਤੀਆਂ। ਸਾਡੇ ਇਸ ਸੈਸ਼ਨ ਦੇ ਵਿੱਚ ਸਾਡੇ ਨਾਲ ਅੱਜ ਜੁੜੇ ਹੋਏ ਆ ਆਪਣੇ ਪੰਜਾਬ ਤੋਂ ਐਡਵੋਕੇਟ ਨਵਦੀਪ ਸਿੰਘ ਜੀ, ਜਿਹੜੇ ਕਿ ਬਠਿੰਡੇ ਦੇ ਪ੍ਰਧਾਨਗੀ ਜਿਹਨਾਂ ਨੂੰ ਦਿੱਤੀ ਗਈ ਆ ਆਮ ਆਦਮੀ ਪਾਰਟੀ ਵੱਲੋਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਨਾਲ ਸਾਡੇ ਨੇ ਹਰਪ੍ਰੀਤ ਖੋਸਾ ਜੀ ਕੈਨੇਡਾ ਤੋਂ, ਟੋਰਾਂਟੋ ਤੋਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਨਾਲ ਨੇ ਸਾਡੇ ਦਰਸ਼ਨ ਸਿੰਘ ਜੀ ਲਾਸ ਐਂਜਲਸ ਤੋਂ। ਸਤਿ ਸ਼੍ਰੀ ਅਕਾਲ ਦਰਸ਼ਨ ਭਾਜੀ। ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸਤਿ ਸ੍ਰੀ ਅਕਾਲ, ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਤੇ ਫੇਸਬੁੱਕ ਤੇ ਜਿੰਨੇ ਵੀ ਸਾਡੇ ਵੀਰ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਪਿਛਲੇ 9 ਸੈਸ਼ਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਦੇਖਿਆ, ਸ਼ੇਅਰ ਕੀਤਾ। ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਇਸ ਸੈਸ਼ਨ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੀ ਗੱਲ ਜਿੱਥੇ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ ਉੱਥੇ ਪਹੁੰਚ ਸਕੇ। ਤੇ ਅਸੀਂ ਅੱਜ ਦਾ ਸਾਡਾ ਮੁੱਦਾ ਜਿਹੜਾ ਹੈ ਜੀ ਉਹੀ ਸੇਮ ਹੀ ਆ, ਕਿਸਾਨ ਅੰਦੋਲਨ। ਮੈਂ ਸਭ ਤੋਂ ਪਹਿਲਾਂ ਐਡਵੋਕੇਟ ਨਵਦੀਪ ਸਿੰਘ ਜੀ ਨੂੰ ਇਹੋ ਜੋ ਅੰਦੋਲਨ ਚੱਲ ਰਿਹਾ ਆਪਣਾ ਦਿੱਲੀ ਦੇ ਵਿੱਚ, ਜਿਹਦੇ ਵਿੱਚ ਕਿ ਜਿਹੜਾ ਸ਼ੁਰੂ ਪੰਜਾਬ ਨੇ ਕੀਤਾ ਸੀ, ਹੁਣ ਚਲੋ ਆਪਣਾ ਪੂਰੇ ਭਾਰਤ ਤੋਂ ਹੀ ਇਸ ਅੰਦੋਲਨ ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ। ਤੁਸੀਂ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਆ ਭਾਜੀ? ਦੇਖੋ ਸਰ, ਜਿਹੜਾ ਅੰਦੋਲਨ ਹੈ ਇਹ ਕਿਸਾਨੀ ਅੰਦੋਲਨ, ਤਾਂ ਮੈਨੂੰ ਲੱਗਦਾ ਆਜ਼ਾਦੀ ਤੋਂ ਬਾਅਦ ਜੇਕਰ ਕੋਈ ਐਡਾ ਵੱਡਾ ਅੰਦੋਲਨ ਇਹ ਚੱਲਿਆ ਹੈ ਪੰਜਾਬ ਦਾ, ਤਾਂ ਫਸਟ ਵਾਰ ਹੋਇਆ ਹੈਗਾ। ਕਿਉਂਕਿ ਜੋ ਮੋਦੀ ਸਰਕਾਰ ਨੇ ਕਿਸਾਨ ਮਾਰੂ ਕਾਨੂੰਨ ਪਾਸ ਕੀਤੇ ਆ, ਇਨਸਾਨ ਮਾਰੂ ਕਾਨੂੰਨ ਪਾਸ ਕੀਤੇ ਆ, ਜਿਹਦੇ ਨਾਲ ਹਰ ਵਰਗ ਦੇ ਉੱਪਰ ਬੜਾ ਭਾਰ ਪੈਣਾ ਹੈਗਾ, ਉਹਦੇ ਲਈ ਮੋਦੀ ਸਾਹਿਬ ਨੇ ਬੜੀ ਵੱਡੀ ਗਲਤੀ ਕਰ ਲਈ। ਉਹਨਾਂ ਨੂੰ ਲੱਗਿਆ ਕਿ ਪਹਿਲਾਂ ਵੀ ਜਿਵੇਂ ਉਹਨਾਂ ਨੇ ਲੋਕਡਾਊਨ ਦੌਰਾਨ ਦੇਖੋ ਕਿੱਦਾਂ ਦੇ ਕਾਨੂੰਨ ਪਾਸ ਕੀਤੇ ਹੈਗੇ, ਔਰ ਉਹਨਾਂ ਨੂੰ ਲੱਗਿਆ ਵੀ ਪੰਜਾਬ ਵੀ ਇੱਕ ਛੋਟੀ ਜਿਹੀ ਸਟੇਟ ਹੈ, ਚਲੋ ਪੰਜਾਬੀਆਂ ਦੀ ਜ਼ਮੀਨ ਨੂੰ ਹਥਿਆਉਣ ਲਈ ਜੋ ਹੈ ਕਾਰਪੋਰੇਟ ਘਰਾਣਿਆਂ ਦੇ ਨਾਲ, ਅਬਾਨੀ ਅਡਾਨੀਆਂ ਦੇ ਨਾਲ ਉਹਨਾਂ ਨੇ ਜੋ ਗੱਲਬਾਤ ਕੀਤੀ ਸੀ, ਉਹਨੂੰ ਇੰਪਲੀਮੈਂਟ ਕਰਦੇ ਹੋਏ, ਉਹਨਾਂ ਦੀ ਗੱਲ ਨੂੰ ਸਵੀਕਾਰਦੇ ਹੋਏ ਜੋ 3 ਮਾਰੂ ਕਾਨੂੰਨ ਪਾਸ ਕੀਤੇ। ਦੇਖੋ ਕਿੱਦਾਂ ਪਹਿਲਾਂ ਲੋਕ ਸਭਾ, ਰਾਜ ਸਭਾ, ਔਰ ਉਸ ਤੋਂ ਬਾਅਦ ਸਾਡੇ ਰਾਸ਼ਟਰਪਤੀ ਜੀ ਦੀ ਜੋ ਸਟੈਂਪ ਉਹਨਾਂ ਨੇ ਲਵਾਈ, ਤਾਂ ਉਹ ਸਾਰਾ ਜੱਗ ਜਾਹਰਾ ਗੱਲਾਂ ਆਪਾਂ ਨੂੰ। ਬਿਲਕੁਲ। ਔਰ ਸਾਡੇ ਜੋ ਪੰਜਾਬੀ ਹੈ ਨਾ ਜੀ, ਹੁਣ ਸਾਡੇ ਪੰਜਾਬੀ ਜਾਗਰੂਕ ਹੋ ਚੁੱਕੇ ਹੈ, ਇਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਹੈ। ਕਿਉਂਕਿ ਮੈਂ ਦਾਦ ਦੇਣੀ ਚਾਹੁੰਦਾ, ਜਿਹੜੇ ਸਾਡੇ ਕਿਸਾਨ ਯੂਨੀਅਨਸ ਦੇ ਆਗੂ ਹੈ, ਉਹਨਾਂ ਨੇ ਬੜੀ ਹੀ ਹਲੀਮੀ ਦੇ ਨਾਲ ਇਹਦੀ ਜੋ ਹੈ ਇਹਨੂੰ ਅੱਗੇ ਲਾ ਕੇ ਤੋਰਿਆ। ਔਰ ਸਿਸਟੇਮੈਟਿਕਲੀ ਦੇਖੋ ਸਾਰਾ ਕੰਮ, ਜੋ ਪਹਿਲਾਂ ਪੰਜਾਬ ਦੇ ਵਿੱਚ ਜੋ ਸ਼ਾਂਤੀਪੂਰਨ ਧਰਨੇ ਦਿੱਤੇ ਗਏ, ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤੇ ਗਏ, ਜਦੋਂ ਤੱਕ ਕੋਈ ਗੱਲ ਨਹੀਂ ਸੁਣੀ ਗਈ ਇਹਨਾਂ ਦੀ, ਤਾਂ ਫਿਰ ਉਹਨਾਂ ਨੂੰ ਲੱਗਿਆ, ਕਿਉਂਕਿ ਮੋਦੀ ਸਾਹਿਬ ਨੂੰ ਲੱਗਿਆ ਕਿ ਵੀ ਇਹਨਾਂ ਨੇ ਕੀ ਕਰਨਾ ਜੀ, ਇਹ ਤਾਂ 4 ਦਿਨ ਬੈਠਣਗੇ ਧਰਨਿਆਂ ਤੇ ਔਰ ਚਲੇ ਜਾਣਗੇ। ਬਿਲਕੁਲ। ਪਰ ਜਦੋਂ ਬੁੱਧੀਜੀਵੀ ਵਰਗ ਨਾਲ ਜੁੜਨਾ ਸਾਰਾ ਸ਼ੁਰੂ ਹੋ ਗਿਆ, ਤਾਂ ਇਹਨਾਂ ਨੇ ਕੂਚ ਕੀਤਾ ਦਿੱਲੀ ਦੇ ਵੱਲ ਜੀ। ਔਰ ਦਿੱਲੀ, ਮੈਂ ਸਭ ਤੋਂ ਵੱਡੀ ਜਿਹੜੀ ਮੈਨੂੰ ਇੱਥੇ ਨਮੋਸ਼ੀ ਹੁੰਦੀ ਹੈ ਜੀ, ਦੇਖੋ ਪੰਜਾਬ ਹੈ, ਇਹ ਵੀ ਇੱਕ ਭਾਰਤ ਦਾ ਹਿੱਸਾ, ਸਟੇਟ ਹੈ, ਔਰ ਆਪਣੀ ਰਾਜਧਾਨੀ ਵੱਲ ਜੋ ਕਿਸਾਨ ਆ, ਸਾਡੇ ਭਰਾ ਵਪਾਰੀ ਹੈ, ਆੜਤੀਏ, ਉਹ ਜਾ ਰਹੇ ਆ ਉਧਰ ਪੀਸਫੁਲੀ ਮਾਰਚ ਕਰਨ ਦੇ ਲਈ। ਔਰ ਉਹਨਾਂ ਨੂੰ ਰਾਸਤਿਆਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਰੋਕਿਆ ਗਿਆ, ਉਹਨਾਂ ਅੱਗੇ ਖੱਡੇ ਪੁੱਟੇ ਗਏ, ਸੜਕਾਂ ਪੁੱਟਤੀਆਂ, ਵੱਡੇ ਵੱਡੇ ਪੱਥਰ ਰੱਖਤੇ, ਉਹਨਾਂ ਉੱਪਰ ਜੋ ਪਾਣੀ ਦੀਆਂ ਵਿਛਾੜਾਂ ਕੀਤੀਆਂ ਗਈਆਂ, ਉਹਨਾਂ ਉੱਪਰ ਗੋਲੇ ਦਾਗੇ ਗਏ। ਤੇ ਉਹ ਵਿਚਾਰੇ ਜੋ ਸਾਰੇ ਸਾਡਾ ਯੂਥ ਸੀਗਾ ਜਿਹੜਾ ਪੰਜਾਬ ਦਾ, ਉਹ ਬੜਾ ਇਸ ਗੱਲ ਨੂੰ ਲੈ ਕੇ ਸਦਮੇ ਵਿੱਚ ਸੀਗਾ ਵੀ ਜੇ ਕਾਨੂੰਨ ਪਾਸ ਹੋ ਗਏ ਤਾਂ ਸਾਡੀਆਂ ਜ਼ਮੀਨਾਂ ਨਹੀਂ ਰਹਿਣੀਆਂ ਹੈਗੀਆਂ। ਤਾਂ ਉਹ ਦਿੱਲੀ ਤੱਕ ਕੂਚ ਕੀਤਾ। ਔਰ ਅੱਜ ਦੀ ਜੋ ਸਥਿਤੀ ਹੈ, ਅੱਜ ਦੀ ਸਥਿਤੀ ਇਹ ਹੈ ਵੀ ਇਹ ਜੋ ਲੜਾਈ ਹੈ ਇਕੱਲੇ ਪੰਜਾਬ ਦੇ ਕਿਸਾਨ ਦੀ ਨਹੀਂ, ਇਹ ਲੜਾਈ ਹੈ ਜੋ ਵਰਲਡ ਲੈਵਲ ਤੇ ਜਾ ਚੁੱਕੀ ਹੈ ਕਿ ਇੱਕ ਹਿੰਦੁਸਤਾਨ ਦੇ ਜਾਂ ਭਾਰਤ ਦੇ ਵਿੱਚ ਉੱਥੋਂ ਦਾ ਪ੍ਰਧਾਨ ਮੰਤਰੀ ਆਪਦੇ ਜੋ ਉੱਥੋਂ ਦੇ ਵਸਨੀਕ ਹੈ ਪੰਜਾਬ ਦੇ, ਉਹਨਾਂ ਉੱਪਰ ਏਦਾਂ ਦੀ ਧੱਕੇਸ਼ਾਹੀ ਕਰ ਰਿਹਾ। ਸੋ ਇਹ ਲੜਾਈ ਦੇ ਨਾਲ ਅੱਜ ਬੜੇ ਬੁੱਧੀਜੀਵੀ ਵਰਗ
ਜਿਵੇਂ ਤੁਸੀਂ ਬੈਠੇ ਹੋ ਜਾਂ ਹੋਰ ਓਵਰਆਲ ਵਰਲਡ ਦੇ ਵਿੱਚ ਨਾਲ ਜੁੜ ਗਏ ਆ, ਔਰ ਸਾਰਾ ਬਾਕੀ ਸਟੇਟਾਂ ਵੀ ਜਿਵੇਂ ਹਰਿਆਣਾ ਹੈ, ਦਿੱਲੀ ਹੈ, ਯੂਪੀ ਹੈ, ਬਿਹਾਰ ਹੈ, ਸਾਰੇ ਉੱਥੋਂ ਦੇ ਕਿਸਾਨ, ਵਪਾਰੀ, ਮਜ਼ਦੂਰ ਔਰ ਬੁੱਧੀਜੀਵੀ ਵਰਗ ਨਾਲ ਜੁੜ ਗਿਆ। ਮੈਂ 2-3 ਦਿਨ ਉੱਥੇ ਲਾ ਕੇ ਆਇਆ ਖੁਦ ਆਪ ਦਿੱਲੀ। ਠੀਕ ਹੈ ਤਾਂ ਮੈਂ ਸਰ ਉੱਥੇ ਇਹ ਗੱਲ ਦੇਖੀ ਹੈ ਵੀ ਜਿਹੜੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸੇਵਾ ਭਾਵਨਾ ਹੈ, ਦੇਖੋ ਸੇਵਾ ਭਾਵਨਾ ਵੀ ਉੱਥੇ ਬਣਦੀ ਹੈ ਜੇ ਕੋਈ ਇਨਸਾਨ ਚੰਗਾ ਕੰਮ ਕਰ ਰਿਹਾ, ਜਾਂ ਜੇ ਕੋਈ ਇਨਸਾਨ ਆਪਦੀ ਸਟੇਟ ਲਈ ਕੰਮ ਕਰ ਰਿਹਾ, ਆਪਦੇ ਦੇਸ਼ ਲਈ ਕੰਮ ਕਰ ਰਿਹਾ। ਔਰ ਸਾਡੇ ਪੰਜਾਬੀ ਵੀਰਾਂ ਨੇ, ਸਾਡੇ ਕਿਸਾਨਾਂ ਨੇ ਜੋ ਦੇਸ਼ ਲਈ, ਦੇਸ਼ ਨੂੰ ਬਚਾਉਣ ਲਈ ਬੀੜਾ ਚੁੱਕਿਆ, ਉਹਨਾਂ ਦੇ ਨਾਲ ਸਾਰੇ ਬੁੱਧੀਜੀਵੀ ਵਰਗ। ਔਰ ਸੇਵਾ ਭਾਵਨਾ ਤਾਂ ਇੰਨੀ ਕੁ ਉੱਥੇ ਕਿ ਮੈਂ ਸੋਚਦਾ ਵੀ ਇਸ ਤਰ੍ਹਾਂ ਦੇ ਜੋ ਉੱਥੇ ਲੰਗਰ ਲਾਏ ਜਾ ਰਹੇ ਆ ਵੱਡੇ ਵੱਡੇ, ਔਰ ਅੱਛੇ ਲੋਕ, ਜਿਵੇਂ ਦਿੱਲੀ ਤੋਂ ਦੇਖੋ, ਦਿੱਲੀ ਤੋਂ ਲੋਕ ਆ ਕੇ ਉੱਥੇ ਇੰਨੀ ਸੇਵਾ ਕਰ ਰਹੇ ਆ, ਹਰਿਆਣੇ ਦੇ ਲੋਕ ਬੜੀ ਸੇਵਾ ਕਰ ਰਹੇ ਆ, ਯੂਪੀ ਬਿਹਾਰ ਤੋਂ ਲੋਕ ਆ ਰਹੇ ਆ। ਔਰ ਇਹ ਅੱਜ ਦੀ ਜੋ ਸਥਿਤੀ ਹੈ, ਮੈਂ ਇਹ ਸੋਚਦਾ ਕਿ ਮੋਦੀ ਸਰਕਾਰ ਲਈ ਕੋਈ ਛੋਟੀ ਮੋਟੀ ਗੱਲ ਨਹੀਂ ਰਹੇਗੀ। ਉਹਨਾਂ ਨੂੰ ਜਿੰਨਾ ਡਿਲੇ ਕਰਨਗੇ ਇਹਨੂੰ, ਉਹਨਾਂ ਦਾ ਨੁਕਸਾਨ ਹੋਣਾ ਹੈ। ਦੇਖੋ ਬਿਲਕੁਲ, ਕਿਉਂਕਿ ਹਾਂ, ਉਹਨਾਂ ਨੁਕਸਾਨ ਹੋਣਾ। ਤੇ ਹਰਿਆਣੇ ਵਿੱਚ ਵੀ ਦੇਖੋ ਨੇ ਸਰਕਾਰ ਬਿਲਕੁਲ ਡਾਵਾਂਡੋਲ ਹੈ, ਔਰ ਜੇਕਰ ਇਹਨਾਂ ਨੇ 10-15 ਦਿਨ ਹੋਰ ਕੋਈ ਗੌਰ ਨਾ ਕੀਤੀ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਸੈਂਟਰ ਦੀ ਸਰਕਾਰ ਵਿੱਚ ਵੀ ਬੜੀ ਵੱਡੀ ਗੜਬੜੀ ਆਉਣੀ ਹੈ। ਔਰ ਜੋ ਕਿਸਾਨਾਂ ਨਾਲ ਜਾਲਸਾਜ਼ੀਆਂ ਕਰ ਰਹੇ ਆ, ਜਾਂ ਉਹਨਾਂ ਨੂੰ ਮੀਟਿੰਗਸ ਤੇ ਬੁਲਾ ਕੇ ਫਿਰ ਦੁਬਾਰਾ ਬੈਕ ਭੇਜ ਦਿੰਦੇ ਆ, ਤਾਂ ਉਹਨਾਂ ਨਾਲ ਜੋ ਧੋਖਾਧੜੀ ਕਰ ਰਿਹਾ, ਇਹਦਾ ਇਹਨਾਂ ਨੂੰ ਦੇਣਦਾਰੀਆਂ ਦੇਣੀਆਂ ਪੈਣੀਆਂ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ। ਜਿੱਦਾਂ ਐਡਵੋਕੇਟ, ਤਾਂ ਤੁਸੀਂ ਤਾਂ ਐਡਵੋਕੇਟ ਫੀਲਡ ਦੇ ਵਿੱਚ ਹੋ, ਤੁਸੀਂ ਹੁਣ ਤਾਂ ਲੱਗਦਾ ਵੀ ਜਿਹੜੇ ਐਡਵੋਕੇਟ ਨੇ ਉਹ ਵੀ ਮੈਂ ਸੁਣਿਆ ਸੀ, ਫੇਸਬੁੱਕ ਤੇ ਦੇਖ ਰਿਹਾ ਸੀ ਵੀ ਉਹ ਵੀ ਰੈਡੀ ਹੋ ਗਏ ਨੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਉਹ ਕਹਿ ਰਿਹਾ ਵੀ ਜਿਹੜੇ ਆਨਰੇਬਲ ਸੁਪਰੀਮ ਕੋਰਟ ਦੇ ਸਾਰੇ ਐਡਵੋਕੇਟਸ ਉੱਥੇ ਧਰਨੇ ਵਿੱਚ ਆ ਕੇ ਬੋਲ ਰਹੇ ਆ, ਔਰ ਸਾਰੇ ਦੇ ਸਾਰੇ ਜਿਹੜੇ ਵਕੀਲ ਭਾਈਚਾਰਾ ਹੈ, ਚਾਹੇ ਉਹ ਮਾਨਯੋਗ ਹਾਈ ਕੋਰਟ ਹੈ, ਪੰਜਾਬ ਐਂਡ ਹਰਿਆਣਾ ਦੇ ਆ, ਯੂਪੀ ਬਿਹਾਰ ਜਾਂ ਸੁਪਰੀਮ ਕੋਰਟ ਦੇ ਆ, ਔਰ ਬਾਕੀ ਜਿਹੜੀਆਂ ਡਿਸਟ੍ਰਿਕਟ ਲੈਵਲ ਤੇ ਤਾਂ ਅਸੀਂ ਮਤੇ ਪਾ ਦਿੱਤੇ ਆ ਵੀ ਅਸੀਂ ਜਿਹੜਾ ਇਸ ਕਿਸਾਨਾਂ ਦੇ ਨਾਲ ਹੈ, ਇੰਨਾ ਸਾਰਾ ਉੱਥੇ ਅਸੀਂ ਕਰਾਂਗੇ। ਤੇ ਉੱਥੇ ਅਸੀਂ ਜਾ ਵੀ ਰਹੇ ਹਾਂ, ਐਡਵੋਕੇਟ ਵੀ ਜਾ ਰਹੇ ਹਾਂ, ਤੇ ਬੀਇੰਗ ਹਿਊਮਨ ਅਸੀਂ ਖੁਦ ਕਿਸਾਨ ਹੋਣ ਦੇ ਨਾਤੇ ਵੀ ਉੱਥੇ ਜਾ ਕੇ ਬੈਠ ਰਹੇ ਹਾਂ। ਔਰ ਮੈਂ ਉਹੀ ਗੱਲ ਕਰ ਰਿਹਾ ਵੀ ਇਸ ਜਿਹੜਾ ਅੰਦੋਲਨ ਹੈ, ਇਹ ਅੰਦੋਲਨ ਆ ਬੜੇ ਹੀ ਬੁੱਧੀਜੀਵੀ ਵਰਗ ਜੁੜ ਚੁੱਕਾ। ਔਰ ਇਹ ਅੰਦੋਲਨ ਜੋ ਇਹ ਕਾਨੂੰਨ ਹੈ, ਇਹਨਾਂ ਨੂੰ ਵਾਪਸ ਮੋਦੀ ਸਰਕਾਰ ਨੂੰ ਲੈਣਾ ਪੈਣਾ, ਤੇ ਨਹੀਂ ਤਾਂ ਉਹਨੂੰ ਬੜੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਬਿਲਕੁਲ ਬਿਲਕੁਲ ਜੀ। ਤੇ ਮੈਂ ਇਸ ਗੱਲ ਨੂੰ ਅੱਗੇ ਜਾਰੀ ਰੱਖਦਾ ਹੋਇਆ ਦਰਸ਼ਨ ਸਿੰਘ ਜੀ ਹੁਣਾਂ ਨੂੰ ਮੈਂ ਇਹ ਕੁਐਸਚਨ ਕਰਨਾ ਚਾਹੁੰਦਾ। ਦਰਸ਼ਨ ਸਿੰਘ ਜੀ, ਜਿੱਦਾਂ ਹੁਣ ਅਮਿਤ ਸ਼ਾਹ ਦਾ ਵੀ ਇੱਕ ਬਿਆਨ ਆਇਆ ਸੀ ਕਿ ਜੀ ਅਸੀਂ ਇਸ ਕਾਨੂੰਨ ਨੂੰ ਰੱਦ ਕਰ ਦਿਆਂਗੇ, ਸਾਡੇ ਕੋਲ ਵਿੱਚੋਂ ਸਾਰਾ ਕੁਝ ਖਾਲੀ ਕਰਕੇ ਪੀਪੇ ਦਾ ਨਾਂ ਪੀਪਾ ਹੀ ਰਹਿਣ ਦਿਓ। ਤੁਸੀਂ ਇਹਦੇ ਬਾਰੇ ਕੀ ਵਿਚਾਰ ਦੇਣਾ ਚਾਹੁੰਦੇ ਆ ਦਰਸ਼ਨ ਸਿੰਘ ਜੀ? ਅਮਿਤ, ਪਹਿਲੀ ਗੱਲ ਥੈਂਕ ਯੂ ਜੀ ਐਡਵੋਕੇਟ ਸਾਹਿਬ। ਤੇ ਗੱਲ ਇਹ ਹੈ ਬਈ ਉਹ ਬਹੁਤ ਵੱਡੇ ਛਾਤਰ ਲੋਕ ਹੈ, ਉਹਨਾਂ ਤੇ ਅਸੀਂ ਇਤਬਾਰ ਨਹੀਂ ਕਰ ਸਕਦੇ। ਇੱਕ ਤੁਹਾਨੂੰ ਮੈਂ ਇਹਦੀ ਬਰੀਕੀ ਗੱਲ ਦੱਸ ਦੇਵਾਂ, ਇਹ ਐਡਵੋਕੇਟ ਸਾਹਿਬ ਬੈਠੇ ਆ, ਇਹਨਾਂ ਨੂੰ ਪੜ੍ਹਿਆ ਹੋ ਸਕਦਾ ਇਹਨਾਂ ਨੇ, ਪਰ ਮਤਲਬ ਇਹਦੀ ਇਹ ਹੈ ਵੀ ਜੇ ਉਹ ਕਾਨੂੰਨ ਉਵੇਂ ਹੀ ਰਹਿ ਜਾਂਦਾ, ਗੱਲ ਆਪਾਂ ਬਾਕੀ ਦੀ ਫੇਰ ਕਰਾਂਗੇ, ਤੁਹਾਡੇ ਕੁਐਸਚਨ ਦਾ ਮੈਂ ਜਵਾਬ ਦੇਣ ਲੱਗਿਆ ਹਾਂ। ਹੁਣ ਜਿਹੜਾ ਇਹ ਜਵਾਬ ਹੈ ਵੀ ਮੰਨ ਲਓ ਡੱਬਾ ਹੀ ਰਹਿ ਜਾਂਦਾ, ਤੁਸੀਂ ਕਹਿੰਦੇ ਵਿੱਚੋਂ ਸਭ ਕੁਝ ਖਾਲੀ ਕਰਤਾ, ਉਸ ਤੋਂ ਬਾਅਦ ਸਾਲ ਨੂੰ 6 ਮਹੀਨਿਆਂ ਨੂੰ ਕਦੋਂ ਮਰਜੀ ਇੱਕ ਦੋ ਪੇਜਾਂ ਦਾ ਆਰਡੀਨੈਂਸ ਲਿਆ ਕੇ ਉਹਦੇ ਵਿੱਚ ਫੇਰ ਐਡ ਕਰ ਸਕਦੇ ਆ। ਇਹ ਇੱਕ ਬਹੁਤ ਵੱਡਾ ਹੈਗਾ ਪੁਆਇੰਟ ਹੈ ਇਹ, ਕਿਉਂਕਿ ਉਹਨਾਂ ਨੂੰ ਫਿਰ ਕਾਨੂੰਨ ਪਾਸ ਕਰਨ ਦੀ ਲੋੜ ਨਹੀਂ, ਕੋਈ ਸੈਸ਼ਨ ਬੁਲਾਉਣ ਦੀ ਜ਼ਰੂਰਤ ਨਹੀਂ, ਆਰਡੀਨੈਂਸ ਲਿਆ ਕੇ ਉਹੀ ਮੋੜ ਕੇ ਫੇਰ ਕਰ ਸਕਦੇ ਆ। ਇਹ ਬਹੁਤ ਵੱਡੀ ਸ਼ਰਾਰਤ ਹੈ ਉਹਨਾਂ ਲੋਕਾਂ ਦੀ। ਤੇ ਇਸ ਲਈ ਇਹ ਜਿਹੜਾ ਸੰਘਰਸ਼ ਦੇ ਵਿੱਚ ਜੋ ਜ਼ੋਰ ਲੱਗੇ ਹੋਇਆ, ਜੋ ਐਡਵੋਕੇਟ ਸਾਹਿਬ ਨੇ ਦੱਸਿਆ, ਉਹਦੇ ਵਿੱਚ ਕੋਈ ਦੋ ਰਾਏ ਹੈ ਹੀ ਨਹੀਂ ਆ ਕਿ ਉਹ ਸੇਵਾ ਭਾਵਨਾ ਤੇ ਪੂਰੇ ਸਮਰਪਿਤ ਹੋ ਕੇ ਜਿਹੜਾ ਨੌਜਵਾਨ ਤਬਕਾ ਵੀ ਤੇ ਜਿਹੜੇ ਬਜ਼ੁਰਗ ਵੀ ਤੇ ਸਾਡੀਆਂ ਭੈਣਾਂ ਵੀ ਜਿਹੜੇ ਹਿਸਾਬ ਨਾਲ ਲੱਗੀਆਂ ਹੋਈਆਂ, ਜੋ ਇਹਨਾਂ ਨੇ ਬਦਨਾਮ ਕਰਨਾ ਸੀ ਉਹ ਕਰਕੇ ਇਹ ਅਖੀਰ ਹੱਥ ਥੱਕ ਗਏ, ਹਾਰ ਗਏ। ਪਹਿਲਾਂ ਖੂਹੀਆਂ ਪੱਟੇ, ਰਸਤੇ ਪੱਟਦੇ, ਕੋਈ ਸਰਕਾਰ ਦੇਖੀ ਹੈ ਵੀ ਆਪਣਾ ਫਰੀਵੇ ਪੱਟ ਦੇਵੇ? ਇਦੋਂ ਵੱਡੀ ਨਲਾਇਕੀ ਇਹ ਸਰਕਾਰਾਂ ਦੀ ਕੀ ਹੋ ਸਕਦੀ ਹੈ ਵੀ ਤੁਸੀਂ ਰੋਕ ਲਓ, ਪੁਲਿਸ ਲਾ ਦਿਓ, ਫੌਜ ਲਾ ਦਿਓ, ਰਾਹ ਪੱਟ ਤੇ ਖਾਲੀਆਂ। ਜਿਵੇਂ ਕਿਤੇ ਪੁਰਾਣੇ ਜ਼ਮਾਨੇ 'ਚ ਆਪਾਂ ਮਹਾਰਾਜਾ ਦਾ ਸੁਣਦੇ ਹੁੰਦੇ ਸੀ ਨਾ, ਸਾਡੇ ਜਗਰਾਉਂ ਦੇ ਵਿੱਚ ਨਾ ਉੱਥੇ ਇੱਕ ਸ਼ਹਿਰ ਦਾ ਕਿਲਾ ਹੈ, ਕਿਲੇ ਦੇ ਨਾਲ ਨਾਲ ਖਾਈ ਪੱਟੀ ਹੋਈ, ਉਹਨੂੰ ਖਾਈ ਕਹਿੰਦੇ ਆ, ਖਾਈ ਮਹੱਲਾ ਹੀ ਹੈ ਉਹ। ਮਤਲਬ ਉਹ ਖਾਈ ਤਾਂ ਪੱਟਦੇ ਸੀ ਪਰ ਜਦੋਂ ਹਮਲਾਵਰ ਆਉਂਦਾ ਸੀ ਉਹਨੂੰ ਪਾਣੀ ਦੀ ਭਰ ਦਿੰਦੇ ਸੀ ਤਾਂ ਕਿ ਉਹ ਟੱਪ ਨਾ ਸਕੇ। ਅੱਜ 21ਵੀਂ ਸਦੀ ਦੇ ਵਿੱਚ ਇਹ ਲੋਕ ਖੱਟਰ ਵਰਗੇ ਮੂਰਖ, ਮੈਂ ਕਹਿੰਦਾ ਵੀ ਲਫ਼ਜ਼ ਮਾੜਾ ਹੈ ਵੈਸੇ, ਬਈ ਏਦੂ ਮੂਰਖ ਬੰਦੇ ਜਿਹੜੇ ਕਿ ਇੱਕ ਸੰਘਰਸ਼ ਨੂੰ, ਤੇ ਨਾਲੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਦੇ ਦਰਿਆਵਾਂ ਨੂੰ ਬੰਨ੍ਹ ਨਹੀਂ ਲੱਗਦੇ ਹੁੰਦੇ।
ਸਮਝ ਗਏ ਨਾ, ਇਹ ਭੁਲੇਖੇ 'ਚ ਕਿਤੇ ਰਹਿੰਦੇ ਆ ਇਹ। ਇਹਦੇ ਨਾਲ ਆਪਾਂ ਗੱਲ ਦੀ ਇੱਕ ਹੋਰ ਕਰਾਂਗੇ। ਮੈਂ ਤੁਹਾਡੀ ਉਸ ਗੱਲ ਦਾ ਜਵਾਬ ਇੰਨਾ ਕੀ ਹੈ ਬਈ ਉਹਦੇ ਵਿੱਚ ਬਹੁਤ ਵੱਡਾ ਲੁੱਚ ਹੈ। ਜੇ ਉਹ ਪੀਪਾ ਵੀ ਦਿੰਦੇ ਆ, ਉਹ ਸਿਆਣੇ ਆ, ਲੀਡਰਸ਼ਿਪ ਬਹੁਤ ਵਧੀਆ ਜਿਹੜੀ ਮੂਹਰੇ ਲੱਗੀ ਹੋਈ ਹੈ, ਉਹਨੂੰ ਕਰਨ ਦਿਓ ਕੰਮ ਆਪਣੇ ਤਰੀਕੇ ਨਾਲ, ਕੋਈ ਲੱਤ ਨਾ ਡਾਓ, ਉਹਨੂੰ ਖੁੱਲੀ ਛੱਡ ਦਿਓ ਵੀ ਤੁਸੀਂ ਭਾਈ ਸਾਹਿਬ ਆਪਣੇ ਤਰੀਕੇ ਨਾਲ ਚਲੋ, ਅਸੀਂ ਤੁਹਾਡੀ ਸਪੋਰਟ ਤੇ ਖੜੇ ਆ, ਤੁਹਾਨੂੰ ਕੋਈ ਚਾਹ ਪਾਣੀ ਹੋਰ ਕਿਸੇ ਕਿਸਮ ਦੀ ਸੇਵਾ ਅਸੀਂ ਕਰਾਂਗੇ। ਚਾਹੇ ਜਿਵੇਂ ਕੇਜਰੀਵਾਲ ਨੇ ਕਿਹਾ ਸੀ ਜਾ ਕੇ ਵੀ ਮੈਂ ਤਾਂ ਸੇਵਾਦਾਰ ਆਇਆ ਜੀ, ਮੈਂ ਆਪਣਾ ਦੇਖਣ ਆਇਆ ਵੀ ਟਾਇਲਟ ਨਾਲ ਠੀਕ ਹੈ, ਪਾਣੀ ਠੀਕ ਹੈ, ਸਾਡਾ ਰਹਿਣ ਸਹਿਣ ਠੀਕ ਹੈ, ਇੰਨਾ ਹੀ ਦੇਖਣ ਆਇਆ। ਮੈਂ ਕੋਈ ਮੁੱਖ ਮੰਤਰੀ ਨਹੀਂ ਆਇਆ ਬਣ ਕੇ, ਜਾਂ ਮੈਂ ਕੋਈ ਪਾਰਟੀ ਦਾ ਨਹੀਂ ਬਣ ਕੇ ਆਇਆ ਤੇ ਝੰਡਾ ਵੀ ਨਹੀਂ ਲੈ ਗਿਆ। ਇੰਨਾ ਹੀ ਕਹੇ, ਉਹ ਗੱਲ ਦਾ ਤੁਹਾਡਾ ਇੰਨਾ ਹੀ ਜਵਾਬ ਹੈ। ਥੈਂਕ ਯੂ ਦਰਸ਼ਨ ਸਿੰਘ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਸ ਗੱਲ ਨੂੰ ਸਮਝਾਇਆ। ਦੇਖੋ ਗੱਲ ਏਦਾਂ ਆ, ਜੇ ਕੇਜਰੀਵਾਲ ਸਾਹਿਬ ਆਏ ਸੀਗੇ ਤਾਂ ਉਹਨਾਂ ਨੇ ਨਜ਼ਰਬੰਦ ਕਰਤਾ ਘਰ ਦੇ ਵਿੱਚ, ਮਨੀਸ਼ ਸਿਸੋਦੀਆ ਜੀ ਦੇ ਘਰ ਦੇ ਉੱਤੇ ਅਟੈਕ ਕਰਾਤਾ। ਇਹ ਕਿੱਥੋਂ ਦੀ ਸਿਆਣਪ ਆ ਕਿ ਤੁਸੀਂ ਕਿੱਦਾਂ ਦੀ ਸਰਕਾਰ ਚਲਾ ਰਹੇ ਆ ਕਿ ਤੁਸੀਂ ਇੱਕ ਸਟੇਟ ਦੇ ਸੀਐਮ ਦੇ ਉੱਤੇ ਤੁਸੀਂ ਉਹਨੂੰ ਨਜ਼ਰਬੰਦ ਕੀਤਾ ਹੋਇਆ, ਤੇ ਇੱਕੋ ਹੀ ਸੀਐਮ ਹੈ ਜਿਹੜਾ ਕਿ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਾਥ ਦੇ ਰਿਹਾ। ਅਮਰਜੀਤ ਜੀ, ਇਹ ਲੋਕ ਫਾਸਿਸਟ ਲੋਕ ਹੈ, ਇਹ ਹਿਟਲਰ ਦੀ ਨਵੀਂ ਪੈਦਾਵਾਰ ਹੈ। ਇਹਨੂੰ ਘਟਾ ਕੇ ਨਾ ਦੇਖੀ ਆਪਾਂ ਗੱਲ ਨੂੰ। ਮੈਂ ਫਿਰ ਗਾਂ ਗੱਲ ਕਰੂੰਗਾ ਤੁਹਾਡੇ ਨਾਲ। ਮਤਲਬ ਇਹ ਵੀ ਇਹਦੇ ਵਿੱਚ ਇਹ ਹੈ ਵੀ ਇਹ ਖਤਰੇ ਨੂੰ ਛੋਟਾ ਕਰਕੇ ਨਾ ਦੇਖਿਓ। ਇਹ ਇਕੱਲੇ ਕਿਸਾਨਾਂ ਦਾ ਨਹੀਂ ਹੈ, ਇਹ ਤੋਂ ਗਾਂ ਵੀ ਪਊਗਾ। ਹਾਂਜੀ, ਮੈਂ ਹਰਪ੍ਰੀਤ ਖੋਸਾ ਜੀ ਵੱਲ ਜਾਂਦਾ ਹੋਇਆ ਕਿ ਇਹ ਉਹਨਾਂ ਤੋਂ ਕੁਐਸਚਨ ਆ। ਹਰਪ੍ਰੀਤ ਜੀ, ਤੁਸੀਂ ਕੈਨੇਡਾ ਦੇ ਵਿੱਚ ਬੜਾ ਜੋਸ਼ ਦੇਖਿਆ, ਤੁਸੀਂ ਵੀ ਉਹਨਾਂ ਰੈਲੀਆਂ ਦੇ ਵਿੱਚ ਗਏ ਆ, ਤੁਸੀਂ ਇਸ ਕਿਸਾਨ ਅੰਦੋਲਨ ਨੂੰ ਪੂਰੇ ਵਰਲਡ ਲੈਵਲ ਤੇ ਕਿਸ ਵਿਊ ਨਾਲ ਦੇਖਦੇ ਆ? ਦੇਖੋ, ਮੈਂ ਤਾਂ ਇਦਾਂ ਦਾ ਅੰਦੋਲਨ ਜਿਹੜੇ ਪਹਿਲੀ ਵਾਰੀ ਦੇਖਿਆ ਹੈਗਾ ਕਿ ਜਿਹੜੀ ਮੇਨ ਚੀਜ਼ ਹੈ ਨਾ ਜੀ, ਮੇਨ ਚੀਜ਼ ਜੋ ਮੈਂ ਦੇਖਦਾ ਇੱਥੇ ਬੈਠ ਕੇ, ਇੱਕ ਪੰਜਾਬ 'ਚ ਤਾਂ ਅਸੀਂ ਕਹਿੰਦੇ ਆ ਯੂਥ ਨੂੰ ਬਾਹਰ ਨਿਕਲਿਆ, ਯੂਥ ਦੇ ਗਾਣੇ ਬਦਲੇ, ਜਾਂ ਸਾਨੂੰ ਲੋਕਾਂ ਨੂੰ ਪਤਾ ਲੱਗਿਆ ਕਿ ਪੰਜਾਬ ਦਾ ਯੂਥ ਆ ਜਿਹੜਾ ਨਸ਼ਈ ਨਹੀਂ। ਪਰ ਸਭ ਤੋਂ ਵੱਧ ਜਿਹੜਾ ਇਸ ਅੰਦੋਲਨ ਨੇ ਕੰਮ ਕੀਤਾ ਜੀ, NRIs ਨੂੰ, ਈਵਨ ਸਾਡੇ 8-8, 10-10, 5-5 ਸਾਲ ਦੇ ਬੱਚਿਆਂ ਨੂੰ ਪੰਜਾਬ ਨਾਲ ਜਿਹੜਾ ਜੋੜਿਆ ਨਾ ਜੀ, ਰਾਈਟ, ਕਿ ਉਹਨਾਂ ਦਾ ਪੰਜਾਬ ਦੇ ਵਿੱਚ ਅੱਜ ਮਤਲਬ ਕਿ ਲੋਕ ਅੰਦੋਲਨ ਦੇਖ ਕੇ ਨਾ ਇੱਥੇ ਜਦੋਂ ਅਸੀਂ ਗੱਲਾਂ ਕਰਦੇ ਆ, ਉਹ ਕਹਿੰਦੇ ਯਾਰ ਜੀ ਕਰਦਾ ਵੀ ਚੱਲੀਏ ਉੱਥੇ, ਹਨਾ। ਮਤਲਬ ਕਿ ਹਰ ਇੱਕ, ਅਸੀਂ ਇੱਥੇ ਟੋਰਾਂਟੋ ਦੇ ਵਿੱਚ ਸਾਡੇ ਵੀ ਕਾਫੀ ਇੱਥੇ ਮੁਜ਼ਾਹਰੇ ਹੋਏ ਆ। ਮੈਂ ਦੇਖ ਰਿਹਾ ਛੋਟੇ ਛੋਟੇ ਬੱਚੇ ਆ ਕੇ, ਮਤਲਬ ਕਿ ਇੱਥੋਂ ਦੇ ਬੋਰਨ ਬੱਚੇ, ਜਿਹੜਾ ਕਿ ਸਾਡਾ NRI ਦਾ ਸਾਰਾ ਜ਼ੋਰ ਲੱਗ ਜਾਂਦਾ ਵੀ ਪੰਜਾਬ ਨਾਲ ਜੁੜੇ ਰਹਿਣ, ਹਨਾ। ਉਹਨਾਂ ਬੱਚਿਆਂ ਦਾ ਮਤਲਬ ਕਿ ਇੱਕ ਆ ਕੇ ਅੱਗੇ ਖੜਨਾ, ਈਵਨ ਕੋਈ ਬਿਸਕੁਟ ਲੈ ਕੇ ਆ ਰਿਹਾ, ਕੋਈ ਚਾਕਲੇਟ, ਕੋਈ ਚਾਹ, ਕੋਈ ਕੌਫੀ, ਹਨਾ। ਮਤਲਬ ਉਹ ਬੱਚਿਆਂ ਦੇ ਵਿੱਚ ਆ ਕੇ ਉਹ ਨਾਅਰੇ ਲਾ ਰਹੇ ਆ, ਮਾਈਕ ਤੇ ਆ ਕੇ ਬੋਲ ਰਹੇ ਆ, ਮੈਂ ਕਿਸਾਨ ਦਾ ਪੁੱਤ ਹਾਂ। ਉਹ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਅੰਦੋਲਨ ਦੀ ਹੈ ਨਾ, ਇਹ ਮੈਂ ਇੱਥੇ NRIs ਲਈ ਮੰਨਦਾ ਕਿ ਸਾਨੂੰ ਸਾਡੀਆਂ ਜ਼ਮੀਨਾਂ ਨਾਲ ਜੋੜਿਆ। ਅਸੀਂ ਕਹਿ ਦਿੰਦੇ ਸਾਡੇ ਬੱਚਿਆਂ ਨੂੰ ਇੱਥੋਂ ਨਹੀਂ, ਪੰਜਾਬ ਨਾਲ ਕੋਈ ਵਾਸਤਾ ਨਹੀਂ, ਉਹਨਾਂ ਨੂੰ ਘਰਾਂ ਨਾਲ, ਸਾਡੀਆਂ ਜ਼ਮੀਨਾਂ ਨਾਲ ਕੋਈ ਕੀ ਲੈਣਾ ਉਹਨਾਂ ਨੇ, ਹਨਾ, ਪਤਾ ਨਹੀਂ ਜਾਣਾ ਕਿ ਨਹੀਂ। ਅੱਜ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਸਾਡਾ ਜਿਹੜਾ ਉੱਥੇ ਕੁਛ ਹੈਗਾ, ਜਿਹੜੀ ਐਡੀ ਇਹ ਲੜਾਈ ਚੱਲੀ ਹੈਗੀ ਆ, ਵੀ ਸਾਡਾ ਜਿਹੜਾ ਉੱਥੇ ਕੁਛ ਲੁੱਟਿਆ ਜਾ ਰਿਹਾ, ਵੀ ਉਹ ਵੀ ਖੜੇ ਸਾਡੇ ਹਨ। ਇਹ ਸਭ ਤੋਂ ਵੱਡੀ ਜਿਹੜਾ ਅੰਦੋਲਨ ਦੀ ਜਿਹੜੀ ਖਾਸ ਕਰਕੇ ਸਾਡੀ ਪੰਜਾਬੀਆਂ ਲਈ ਜਿਹੜੀ ਇਹ ਪ੍ਰਾਪਤੀ ਹੈ ਨਾ, ਇਹਨੂੰ ਮੈਂ ਸਭ ਤੋਂ ਵੱਡੀ ਮੰਨਦਾ ਹੈਗਾ। ਬਾਕੀ ਜਿਹੜਾ ਹੈਗਾ ਇੱਥੇ ਹੋਰ ਵਰਗ ਆ ਜਿਹੜੇ, ਮਤਲਬ ਕਿ ਉਹਨਾਂ ਨੂੰ ਵੀ ਪਤਾ ਲੱਗਿਆ ਵਿਦੇਸ਼ਾਂ ਦੇ ਵਿੱਚ, ਅੱਜ ਕਿਸੇ ਨਾਲ ਵੀ ਗੱਲ ਕਰਦੇ ਆਪਾਂ ਤੇ ਹੋਰ ਕਿਸੇ ਦਾ ਪਤਾ ਹੋਵੇ ਨਾ ਹੋਵੇ, ਉਹ ਇੰਨਾ ਜ਼ਰੂਰ ਪੁੱਛਦੇ ਕਿ ਕਿਸਾਨ ਬੈਠੇ ਦਿੱਲੀ, ਉਹਨਾਂ ਦਾ ਕੀ ਬਣਿਆ, ਹਨਾ। ਸੋ ਇਹ ਅੰਦੋਲਨ ਨੇ ਬਹੁਤ ਸਾਰੇ ਸ਼ੰਕੇ ਦੂਰ ਕੀਤੇ ਆ, ਬਹੁਤ ਸਾਰੀਆਂ ਸਾਡੇ ਪੰਜਾਬ ਲਈ, ਸਾਡੇ ਲਈ ਇੱਕ ਉਮੀਦਾਂ ਲੈ ਕੇ ਆਇਆ ਇਹ ਅੰਦੋਲਨ। ਇੱਕ ਗੱਲ ਕਲੀਅਰ ਹੋ ਗਈ ਆ, ਮੈਂ ਪੋਜ਼ਿਟਿਵ, ਆਪਾਂ ਹਮੇਸ਼ਾ ਮੈਂ ਕੋਸ਼ਿਸ਼ ਕੀਤੀ ਕਿ ਪੰਜਾਬ ਲਈ ਆਪਾਂ ਪੋਜ਼ਿਟਿਵ ਸੋਚੀਏ, ਹਨਾ। ਵੀ ਬਹੁਤ ਸਾਰੀਆਂ ਜ਼ਿਆਦਾ ਵਿਦੇਸ਼ਾਂ ਦੇ ਵਿੱਚ ਆਪਾਂ ਦੇਖਦੇ ਹਾਂ ਨੈਗੇਟਿਵ ਖਬਰਾਂ ਜ਼ਿਆਦਾ ਆਉਂਦੀਆਂ, ਹਨਾ, ਪੰਜਾਬ ਲਈ। ਆਪਾਂ ਸਾਰਾ ਦਿਨ ਉਹ ਸਾਨੂੰ ਕਿਤੇ ਨਾ ਕਿਤੇ ਡਰਾਉਂਦੀਆਂ ਵੀ ਰਹਿੰਦੀਆਂ ਇੱਥੇ ਬੈਠਿਆਂ ਨੂੰ, ਵੀ ਯਾਰ ਪਤਾ ਨਹੀਂ ਉੱਥੇ ਜਾ ਕੇ ਕੀ ਹੋ ਜਾਣਾ। ਕਿ ਇਹ ਇੱਕ ਪੋਜ਼ਿਟਿਵ ਪੰਜਾਬ ਨਿਕਲ ਕੇ ਬਾਹਰ ਆਇਆ, ਸਾਰੀਆਂ ਜੋ ਭੁਲੇਖੇ ਭਰਮਾਂ ਸਾਰੇ ਦੂਰ ਕਰਤੇ ਉਹਨੇ ਇੱਕ ਇਸ ਅੰਦੋਲਨ ਨੇ। ਸੋ ਇਹ ਸਭ ਤੋਂ ਵੱਡੀ ਜਿਹੜੀ ਮੈਂ ਪ੍ਰਾਪਤੀ ਇਹਦੀ ਆ, ਜਿਹੜੀ ਮੈਂ ਮੰਨਦਾ ਹੈਗਾ, ਉਹ ਮੈਂ ਇਹ ਮੰਨਦਾ ਹੈਗਾ। ਹਾਂਜੀ, ਨਹੀਂ, ਬਹੁਤ ਵਧੀਆ ਪੁਆਇੰਟ ਭਾਈ ਤੁਸੀਂ ਕੀਤਾ। ਇਹੋ ਜਿੱਦਾਂ ਪਰਿਵਾਰ ਜੁੜੇ ਆ, ਮੇਰੇ ਵਾਈਫ ਦੀ ਗੱਲ ਦੱਸਦਾ। ਮੇਰੇ ਵਾਈਫ ਇੱਥੇ 8 ਸਾਲ ਦੇ ਸੀ ਜਦੋਂ ਆ ਗਏ ਸੀ, ਉਹਨਾਂ ਨੇ ਕਦੀ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਆ। ਜਦੋਂ ਦਾ ਅੰਦੋਲਨ ਸ਼ੁਰੂ ਹੋਇਆ, ਉਹਨਾਂ ਨੇ ਟਵਿੱਟਰ ਤੇ, ਫੇਸਬੁੱਕ ਤੇ, ਹੈਸ਼ਟੈਗਾਂ ਤੇ ਸਾਰੀ ਦਿਹਾੜੀ ਲੱਗੇ ਰਹਿੰਦੇ ਆ। ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਤੁਹਾਡੇ ਤੇ ਇੰਨਾ ਜਨੂਨ ਕਿੱਦਾਂ ਆ ਗਿਆ? ਕਹਿੰਦੇ ਵੀ ਪਤਾ ਨਹੀਂ ਸਾਨੂੰ ਕੀ ਹੋ ਗਿਆ, ਵੀ ਜਦੋਂ ਇੱਕ ਫਾਰਮਰ ਦੀ ਗੱਲ ਸੁਣੀ ਆ ਨਾ ਅਸੀਂ, ਵੀ ਇੱਕ
ਫਾਰਮਰ ਦੇ ਨਾਲ ਇਦਾਂ ਹੋ ਰਿਹਾ ਤੇ ਉਹਨਾਂ ਸਾਰਿਆਂ ਦੇ ਇੱਕ ਭਾਜੀ ਦੇਖੋ ਕੋਈ ਵੀ ਅੰਦੋਲਨ ਉਹਦੇ ਪਿੱਛੇ ਕਾਜ਼ ਜਿਹੜੀ ਆ ਨਾ ਉਹ ਬਹੁਤ ਮੈਟਰ ਕਰਦੀ ਹੈ। ਇਹ ਇੱਕ ਇਦਾਂ ਦੀ ਕਾਜ਼ ਸੀਗੀ ਕਿ ਜਿਹੜੀ ਬਹੁਤ ਹੀ ਜਾਣੀ ਕਿ ਜਦੋਂ ਅਸੀਂ ਤਿੰਨ ਵਾਰੀ ਖਾਣਾ ਖਾਂਦੇ ਆ ਨਾ ਤਾਂ ਉਸ ਅੰਨਦਾਤੇ ਨੂੰ ਯਾਦ ਕਰਦੇ ਹਾਂ, ਅਸੀਂ ਉਹਦਾ ਧੰਨਵਾਦ ਕਰਦੇ ਹਾਂ ਤੇ ਉਹਦੇ ਤੇ ਅੱਜ ਔਕੜ ਸੀ, ਇਸ ਕਰਕੇ ਸਾਰੇ ਇਕੱਠੇ ਹੋ ਰਹੇ ਆ। ਮੈਂ ਦੁਬਾਰਾ ਆਪਣੇ ਐਡਵੋਕੇਟ ਨਵਦੀਪ ਸਿੰਘ ਵੱਲ ਜਾ ਰਿਹਾ ਜੀ। ਭਾਜੀ ਤੁਸੀਂ ਉੱਥੇ ਵਿੱਚ ਗਏ ਆ 2-3 ਵਾਰੀ, ਤੁਸੀਂ ਦੇਖਿਆ ਉੱਥੇ, ਤੁਸੀਂ ਤਾਂ ਚਲੋ ਤੁਹਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ, ਤੁਸੀਂ ਦੇਖਿਆ ਸਾਰਾ ਕੁਝ। ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਉੱਥੇ ਜਿੱਦਾਂ ਭਾਈਚਾਰਕ ਕਿੰਨਾ ਵੱਧ ਰਿਹਾ, ਭਾਈਚਾਰਾ ਜਿੱਦਾਂ ਹਰਿਆਣੇ ਤੋਂ ਆ ਕੇ ਬੈਠੇ ਆ, ਜਾਂ ਜਦੋਂ ਆਪਣੇ ਹਿੰਦੂ ਸਿੱਖ ਦੂਜੇ ਨੂੰ ਮਿਲਦੇ ਆ, ਜਾਂ ਜਿਹੜੇ ਮੁਸਲਮਾਨ ਆਏ ਹੋਏ ਆ, ਤੁਹਾਨੂੰ ਉੱਥੇ ਇਦਾਂ ਦਾ ਕੋਈ ਦੇਖਣ ਨੂੰ ਮਿਲਿਆ ਭਾਜੀ? ਦੇਖੋ ਜੀ, ਜਿਹੜੀ ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਉਹ ਭਾਈਚਾਰਕ ਸਾਂਝ ਬਹੁਤ ਵਧੀਆ ਇਹਦੇ ਨਾਲ, ਬਹੁਤ ਭਾਈਚਾਰਕ ਸਾਂਝ ਵਧੀਆ, ਚਾਹੇ ਹਿੰਦੂ ਹੈ, ਚਾਹੇ ਮੁਸਲਿਮ ਹੈ, ਚਾਹੇ ਕਿਸੇ ਵੀ ਤਰ੍ਹਾਂ ਦੇ ਵਰਗ ਦਾ ਇਨਸਾਨ ਹੈ, ਉੱਥੇ ਸਾਰੇ ਇਕੱਠੇ ਹੋ ਕੇ ਬੈਠੇ ਆ ਉਹ, ਔਰ ਇੱਕੋ ਗੱਲ ਕਰਦੇ ਆ ਉਹ ਸਾਰੇ ਬੈਠ ਕੇ, ਕਹਿੰਦੇ ਵੀ ਸਾਨੂੰ ਬਹੁਤ ਟਾਈਮ ਤੇ ਇਹਨਾਂ ਸਰਕਾਰਾਂ ਨੇ ਜੋ ਹੈ ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਤੇ ਔਰ ਵੱਖ-ਵੱਖ ਵਰਗਾਂ ਦੇ ਨਾਂ ਤੇ ਵੰਡ ਕੇ ਵੋਟਾਂ ਲਾਈਆਂ, ਔਰ ਸਾਨੂੰ ਸੈਪਰੇਟ ਅਲੱਗ ਕਰਕੇ ਇਹਨਾਂ ਨੇ ਸਾਡੇ ਤੇ ਜ਼ੁਲਮ ਕੀਤੇ, ਸਾਨੂੰ ਕੁੱਟਿਆ ਗਿਆ। ਤਾਂ ਅੱਜ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਵੀ ਉੱਥੋਂ ਹਰ ਇੱਕ ਵਰਗ ਦੇ ਲੋਕ ਇਕੱਠੇ ਹੋ ਗਏ, ਕਿਸੇ ਵੀ ਧਰਮ ਨਾਲ ਸੰਬੰਧਿਤ ਹੈ, ਕਿਸੇ ਵੀ ਜਾਤੀ ਨਾਲ ਸੰਬੰਧਿਤ, ਔਰ ਸਾਰੇ ਇਕੱਠੇ ਬੈਠ ਕੇ ਲੰਗਰ ਛਕਦੇ ਆ, ਔਰ ਸਾਰੇ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ। ਔਰ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਉੱਥੇ ਦੇਖਣ ਨੂੰ ਮਿਲੀ ਕਿ ਉੱਥੇ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਜਿਨ੍ਹਾਂ ਵਿੱਚ ਇੰਨਾ ਕੁ ਜੋਸ਼ ਹੈ। ਦੇਖੋ ਉਹਨਾਂ ਨੇ ਤਾਂ ਅੱਗੇ ਤਾਂ ਘਰਾਂ ਦੇ ਵਿੱਚ ਰਹਿ ਕੇ ਉਹਨਾਂ ਖਾਣਾ ਬਣਾਉਣਾ, ਔਰ ਜੋ ਸਾਡੇ ਕਿਸਾਨ ਵੀਰ ਬਾਹਰੋਂ ਕੰਮ ਕਰਕੇ ਆਉਂਦੇ ਸੀਗੇ ਔਰ ਉਹਨਾਂ ਦਾ ਖਾਣਾ ਬਣਾ ਕੇ ਉਹਨਾਂ ਦਾ ਸੇਵਾ ਪਾਣੀ ਕਰਨਾ ਇੱਥੋਂ ਤੱਕ ਸੀਮਿਤ ਸੀਗੇ। ਪਰ ਮੈਨੂੰ ਬੜੀ ਹੈਰਾਨੀ ਹੋਈ ਕਿ ਸਾਡੀਆਂ ਭੈਣਾਂ ਔਰ ਮਾਤਾਵਾਂ ਉੱਥੇ ਜਾ ਕੇ ਇੰਨੀ ਤਸ਼ੱਦਦ ਦੇ ਨਾਲ ਜੋ ਨਾਲ ਬੈਠੀਆਂ ਔਰ ਉੱਥੇ ਮੋਢੇ ਨਾਲ ਮੋਢਾ ਲਾ ਕੇ ਬੈਠੀਆਂ, ਤੇ ਔਰ ਉਹ ਜੋ ਗੱਲਾਂ ਕਹਿ ਰਹੀਆਂ ਕਿ ਚਾਹੇ ਸਾਡੇ ਕਿਸਾਨ ਵੀਰ ਬੈਕ ਕਰਨ ਦੀ ਸੋਚਣਾ ਪਰ ਅਸੀਂ ਨਹੀਂ ਜਾਵਾਂਗੀਆਂ ਹੁਣ, ਇੱਥੋਂ ਤੱਕ ਜਨੂਨ ਆ ਉੱਥੇ ਹੁਣ। ਤੇ ਇਹ ਤਾਂ ਵੀਰ ਜੀ ਜੋ ਹੈ ਨਾ ਉੱਥੇ ਸਿਸਟਮ ਦੇਖਿਆ ਹੀ ਬਣਦਾ ਜਾ ਕੇ, ਵੀ ਜੋ ਭਾਈਚਾਰਕ ਸਾਂਝ ਉੱਥੇ ਵਧੀ ਹੈ। ਸਾਡੇ ਦਿੱਲੀ ਤੋਂ ਦੇਖੋ, ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਆਏ ਸੀਗੇ ਔਰ ਉਹਨਾਂ ਨੇ ਆ ਕੇ, ਮੈਂ ਖੁਦ ਦੇਖਿਆ ਵੀ ਉੱਥੇ ਜੋ ਪ੍ਰਬੰਧ ਕੀਤੇ ਹੋਏ ਆ ਦਿੱਲੀ ਦੀ ਸਰਕਾਰ ਨੇ, ਬੜੇ ਵਧੀਆ ਪ੍ਰਬੰਧ ਕੀਤੇ ਹੋਏ ਆ, ਚਾਹੇ ਪਾਣੀ ਦੀ ਗੱਲ ਕਰ ਲਈਏ, ਚਾਹੇ ਬਾਥਰੂਮ ਲੈਟਰਿਨ ਦੀ ਗੱਲ ਕਰ ਲਈਏ। ਔਰ ਇੱਕ ਦਿਨ ਕੇਜਰੀਵਾਲ ਸਾਹਿਬ ਆ ਕੇ ਉੱਥੇ ਮਿਲ ਕੇ ਗਏ ਆ, ਦੂਸਰੇ ਦਿਨ ਉਹਨਾਂ ਨੂੰ ਹਾਊਸ ਅਰੈਸਟ ਕਰਤਾ। ਬਿਲਕੁਲ ਜੀ। ਇਸ ਤੋਂ ਵੱਡਾ ਦੱਸੋ ਹੁਣ ਜਿਹੜੀ ਆਪਾਂ ਮੋਦੀ ਸਰਕਾਰ ਦੀ ਗੱਲ ਕਰ ਲਈਏ, ਕੀ ਜ਼ੁਲਮ ਕਰੂਗੀ ਸਾਡੇ ਅੰਨਦਾਤਾ ਤੇ ਵਿਛਾੜਾਂ ਮਾਰੀਆਂ ਜਿਵੇਂ ਡੰਡੇ ਭਰਾਏ ਜਾ ਰਹੇ ਆ। ਔਰ ਜਿਹੜਾ ਕੋਈ ਮੁੱਖ ਮੰਤਰੀ ਉਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਦੇ ਵਿੱਚ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਹਾਊਸ ਅਰੈਸਟ ਕਰ ਦਿੱਤਾ ਜਾਂਦਾ ਹੈ। ਬਾਕੀ ਮੈਨੂੰ ਸਮਝ ਨਹੀਂ ਲੱਗੀ ਵੀ ਸਾਡੇ ਜੋ ਪੰਜਾਬ ਦੇ ਮੁੱਖ ਮੰਤਰੀ ਹੈ ਕੈਪਟਨ ਸਾਹਿਬ, ਹਾਂਜੀ, ਉਹ ਕਦੇ ਕਿੱਦਾਂ ਦਾ ਬਿਆਨ ਦਿੰਦੇ ਆ ਜੀ, ਕਦੇ ਕਿੱਦਾਂ ਦਾ ਬਿਆਨ ਦਿੰਦੇ ਆ ਜੀ। ਹੁਣ ਤਾਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਆ, ਉਹ ਉੱਥੇ ਬੈਠੇ ਆ, ਜਿਹੜੀ ਇਹਨਾਂ ਦੀ ਟੀਮ ਹੈ ਬੀਜੇਪੀ ਦੀ, ਸਾਰੀ ਗੱਲਬਾਤ ਕਰ ਰਹੇ ਆ। ਔਰ ਮੈਂ ਇੱਥੇ ਗੱਲ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਥੋੜਾ ਜਿਹਾ ਦੇਖੋ, ਜਿਹੜੀ ਸੱਚਾਈ ਆ ਉਹਨੂੰ ਬੋਲਣਾ ਬਣਦਾ ਹੈ। ਸੱਚਾਈ ਨੂੰ ਜੇ ਆਪਾਂ ਦਬਾ ਕੇ ਰੱਖਾਂਗੇ ਨਾ ਤਾਂ ਉਹਦੀ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ। ਕਿ ਜਦੋਂ ਇਹ ਕਾਨੂੰਨ ਪਾਸ ਹੋਏ, ਦੇਖੋ ਆਪਾਂ ਨੂੰ ਐਡੀ ਵੱਡੀ ਮੁਸ਼ਕਲ ਦਾ ਸਾਹਮਣਾ ਕਿਉਂ ਕਰਨਾ ਪਿਆ, ਕਿਉਂਕਿ ਜਦੋਂ ਇਹ ਕਾਨੂੰਨ ਨੂੰ ਬਣਾਉਣ ਲਈ ਮੋਦੀ ਸਰਕਾਰ ਨੇ ਮੀਟਿੰਗ ਸੱਦੀਆਂ ਸੀਗੀਆਂ ਨੇ, ਸਿਟਿੰਗ ਹੋਈਆਂ 5-6, ਤਾਂ ਦੂਸਰੀ ਕਿ ਤੀਸਰੀ ਸਿਟਿੰਗ ਦੇ ਵਿੱਚ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹਨਾਂ ਨੇ ਇਨਵਾਈਟ ਕੀਤਾ। ਠੀਕ ਹੈ ਜੀ। ਔਰ ਇਹ ਗਏ ਨਹੀਂ, ਉਹ ਬੰਬੇ ਵਿੱਚ ਹੋਈ ਹੈ ਤੇ ਉੱਥੇ ਸਾਡੇ FM ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਜਾ ਕੇ ਆਏ ਆ ਉੱਥੇ। ਹਾਂਜੀ। ਔਰ ਇਹ ਉੱਥੇ ਗੁਲਦਸਤੇ ਦੇ ਕੇ ਮੁੜ ਆਏ ਆ, ਤੇ ਜਾ ਕੇ ਇਹਨਾਂ ਨੇ ਕੋਈ ਗੱਲ ਨਹੀਂ, ਪਤਾ ਵੀ ਲੱਗ ਗਿਆ ਸੀ ਇਹਨਾਂ ਨੂੰ ਵੀ ਜਿਹੜੇ ਏਡੇ ਮਾੜੇ ਕਾਨੂੰਨ ਪਾਸ ਕਰ ਰਹੇ ਆ। ਸਾਡੇ HS ਪੰਨੂ ਜੀ ਨੇ ਬੜੀ ਰੌਲਾ ਪਾਇਆ ਸੀ ਉਦੋਂ ਵੀ, ਭਾਈ ਇਹ ਕਾਨੂੰਨ ਮਾਰੂ ਕਾਨੂੰਨ ਪਾਸ ਹੋ ਰਹੇ ਆ। ਤੇ ਇਹਨਾਂ ਨੇ ਨਾ ਤਾਂ ਕੋਈ ਆ ਕੇ ਇੱਥੇ ਕਿਸਾਨਾਂ ਨਾਲ ਗੱਲ ਕੀਤੀ, ਨਾ ਮੁੱਖ ਮੰਤਰੀ ਨਾਲ ਗੱਲ ਅੰਦਰ ਖਾਤੇ ਕੀਤੀ ਹੋਣੀ ਹੈ, ਅੰਡਰ ਟੇਬਲ ਕੀਤੀ ਹੋਣੀ ਹੈ, ਜਾਂ ਕੋਈ ਰਿਟਨ ਦਿੱਤਾ ਹੋਣਾ। ਤਾਂ ਕੈਪਟਨ ਸਾਹਿਬ ਦੀ ਉਸ ਤੋਂ ਬਾਅਦ ਮੀਟਿੰਗ ਹੋਈ, ਉਹਨਾਂ ਨੇ ਕੋਈ ਰੌਲਾ ਹੀ ਨਹੀਂ ਪਾਇਆ ਉਸ ਵਕਤ। ਉਹ ਤਾਂ ਦੇਖੋ ਅੱਜ ਵੀ ਜੋ ਹੈ ਕਦੇ ਕੋਈ ਬਿਆਨ, ਕਦੇ ਕੋਈ ਬਿਆਨ। ਮੈਂ ਗੱਲ ਕਰਦਾ ਕਿਸਾਨੀ ਦੀ, ਕਿ ਕਿਸਾਨ ਵੀਰ ਵੀ ਸਮਝ ਚੁੱਕੇ ਆ ਕਿ ਜਿਹੜੇ ਸਾਡੀ ਮੌਜੂਦਾ ਸਰਕਾਰ ਹੈ, ਚਾਹੇ ਇੱਥੇ ਕਾਂਗਰਸ ਦੀ ਸਰਕਾਰ ਹੈ ਜਾਂ ਗੱਲ ਕਰ ਲਈਏ ਬੀਬਾ ਹਰਸਿਮਰਤ ਕੌਰ ਬਾਦਲ ਦੀ, ਉਹਨਾਂ ਨੇ ਵੀ ਉਦੋਂ ਕਾਨੂੰਨਾਂ ਦੇ ਵਿੱਚ ਬੈਠ ਕੇ ਇਹਨਾਂ ਨੇ ਪਹਿਲਾਂ ਇਸ ਕਾਨੂੰਨ ਦੇ ਵਾਹ ਕੀਤੀ ਵੀ ਬੜੇ ਵਧੀਆ ਕਾਨੂੰਨ ਹੈ। ਤਾਂ ਇਹ ਸਾਰਾ ਸਿਸਟਮ ਜਦੋਂ ਇਕੱਠਾ ਹੁੰਦਾ ਗਿਆ, ਅੰਦੋਲਨ, ਲੋਕਾਂ 'ਚ ਗੁੱਸਾ ਜਾਗ ਗਿਆ ਵੀ ਸਾਡੀਆਂ ਸਰਕਾਰਾਂ ਨੇ ਹੀ, ਸਾਡੇ ਜੋ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਾਰਾ ਸਿਸਟਮ ਕੀਤਾ। ਤਾਂ ਇਹ ਅੰਦੋਲਨ ਉਦੋਂ ਇੱਕ ਜਿਹੜੇ ਨਵੇਂ ਸਾਡੇ ਯੰਗਸਟਰ ਆ ਨਾ ਜੀ ਪੰਜਾਬ ਦੇ, ਹੁਣ ਨਵਾਂ ਯੂਥ ਹੈ, ਉਹ ਗੱਲ ਨੂੰ ਸਮਝਦੇ ਆ ਹੁਣ ਵੀ ਕਿਹਦਾ ਕੀ ਗਲਤੀ ਹੈ, ਕਿਹਦਾ ਕੀ ਫਾਲਟ ਆ, ਸਾਨੂੰ ਇੰਨੀਆਂ ਮੁਸ਼ਕਲਾਂ ਕਿਉਂ ਝੱਲਣੀਆਂ ਪੈ ਰਹੀਆਂ। ਤਾਂ ਉਹਨਾਂ ਦਾ ਗੁੱਸਾ ਔਰ ਜੋਸ਼, ਮੈਂ ਕਹਿੰਦਾ ਵੀ ਜੇ ਇਹ ਬੈਰੀਗੇਡਸ ਜਿਵੇਂ ਭੰਨ ਕੇ ਜਾਂ ਉੱਥੋਂ ਟੱਪ ਕੇ ਜੇ ਗਏ ਆ, ਤਾਂ ਇਹ ਯੂਥ ਦਾ ਸਾਰਾ ਕੰਮ ਹੈ। ਯੂਥ ਨੇ
ਉਹਨਾਂ ਨੂੰ ਗੁੱਸਾ ਆਇਆ ਵੀ ਸਰਕਾਰਾਂ ਸਾਡੇ ਨਾਲ ਬੜੀ ਬੇਈਮਾਨੀ ਕਰ ਰਹੀਆਂ, ਸਾਡੇ ਇਹ ਬਿਆਨ ਹੋਰ ਦਿੰਦੇ ਆ ਔਰ ਗੱਲ ਹੋਰ ਕਰਦੇ ਆ। ਭਾਈਚਾਰਕ ਸਾਂਝ ਵਧਣ ਦਾ ਕਾਰਨ ਵੀ ਮੈਂ ਉੱਥੇ ਫੇਰ ਆਉਣਾ ਜੀ, ਇਹੀ ਕਾਰਨ ਹੋਇਆ ਕਿ ਉਹਨਾਂ ਦੇ ਮਨ 'ਚ ਗੁੱਸਾ ਸੀ। ਉਹਨਾਂ ਨੇ ਸਾਰਾ ਬੈਠ ਕੇ ਜੋ ਇਕੱਠੇ ਗੱਲਬਾਤ ਕਰਦੇ ਆ ਤਾਂ ਉਹਨਾਂ ਨੇ ਸਾਰੀ ਗੱਲ ਕਲੀਅਰ ਕੀਤੀ ਵੀ ਸਾਨੂੰ ਤਾਂ ਸਿਰਫ ਤੇ ਸਿਰਫ ਇਹਨਾਂ ਧਰਮਾਂ, ਇਹਨਾਂ ਜਾਤੀਆਂ ਨਾਂ ਤੇ ਵੰਡ ਕੇ ਜਾਂ ਸਾਨੂੰ ਗਲਤ ਪ੍ਰਚਾਰ ਕਰਕੇ, ਹਿਪਨੋਟਾਈਜ਼ ਕਰਕੇ ਵੋਟਾਂ ਲਈਆਂ ਜਾਂਦੀਆਂ, ਅਸੀਂ ਇਸ ਤੋਂ ਬਾਹਰ ਆਉਣਾ ਹੈ। ਔਰ ਉਸ ਮੁੱਖ ਮੰਤਰੀ ਦੀ ਜਾਂ ਉਹ ਸਰਕਾਰ ਦੀ ਜਾਂ ਉਹਨਾਂ ਲੋਕਾਂ ਦੀ, ਚਾਹੇ ਕੋਈ ਵੀ ਹੈ, ਚਾਹੇ ਈਵਨ ਕਿ ਕੋਈ ਵੀ ਇੱਕ ਆਮ ਇਨਸਾਨ ਹੈ ਜੋ ਉੱਥੇ ਸੇਵਾ ਭਾਵਨਾ ਨਾਲ ਜਾਂਦਾ ਜਾਂ ਲੋਕਾਂ ਦੀ ਸੱਚੇ ਮਨ ਨਾਲ ਗੱਲ ਸੁਣਦਾ ਹੈ, ਤਾਂ ਉਸ ਦਾ ਸਤਿਕਾਰ ਕਰਨਾ ਹੈ। ਕੇਜਰੀਵਾਲ ਸਾਹਿਬ ਆਏ, ਉਹਨਾਂ ਨੇ ਗੱਲਬਾਤ ਕੀਤੀ ਔਰ ਲੋਕਾਂ ਨੇ ਸਤਿਕਾਰ ਕੀਤਾ, ਤਾਂ ਭਾਈਚਾਰਕ ਸਾਂਝ ਵੀ ਜੋ ਵਧੀ ਸੀ, ਉਹਨਾਂ ਨੇ ਸਾਰਿਆਂ ਨੇ ਸਤਿਕਾਰ ਕੀਤਾ ਵੀ ਦੇਖੋ ਆਪਾਂ ਪਾਰਟੀਬਾਜ਼ੀ ਨੂੰ ਪਾਸੇ ਛੱਡ ਕੇ ਆਪਾਂ ਕਿਸਾਨਾਂ ਦੇ ਨਾਲ ਖੜੇ ਹਾਂ, ਆਪਾਂ ਇਸ ਵਰਗ ਨਾਲ ਖੜੇ ਹਾਂ ਜੋ ਅੰਦੋਲਨ ਚੱਲ ਰਿਹਾ ਹੈ। ਤਾਂ ਉਹਦਾ ਕਰਕੇ ਜਿਵੇਂ ਮੋਦੀ ਸਾਹਿਬ ਨੇ ਉਹਨਾਂ ਨੂੰ ਹਾਊਸ ਅਰੈਸਟ ਹੀ ਕਰਤਾ। ਤਾਂ ਜੇ ਭਾਈਚਾਰਕ ਸਾਂਝ ਦੀ ਗੱਲ ਕਰੀਏ ਤਾਂ ਉੱਥੇ ਭਾਈਚਾਰਕ ਸਾਂਝ ਤਾਂ ਬਹੁਤ ਵਧੀਆ ਜੀ, ਬੜਾ ਉੱਥੇ ਜਾ ਕੇ ਜਦੋਂ ਗੱਲਾਂ ਕਰੀਦੀਆਂ ਤਾਂ ਉਹ ਸਾਰੇ ਇੱਕ ਦੂਸਰੇ ਦੇ ਗਲੇ ਨਾਲ ਲੱਗ ਕੇ ਹੀ ਗੱਲ ਕਰਦੇ ਵੀ ਯਾਰ ਜਦੋਂ ਦੇਖੋ ਅੰਨਦਾਤਾ ਆਪਣਾ ਜਿਹੜਾ ਸੀਗਾ, ਜਿਹੜਾ ਸਾਡਾ ਪੇਟ ਭਰਦਾ ਹੈ, ਜੇ ਉਹਦੇ ਉੱਪਰ ਵੀ ਅੱਜ ਐਡੇ ਤਸ਼ੱਦਦ ਹੋਣ ਲੱਗ ਗਏ ਤਾਂ ਮੇਰਾ ਖਿਆਲ ਕੱਲ ਨੂੰ ਇਹਨਾਂ ਨੇ ਛੱਡਣਾ ਕਿਸੇ ਨੂੰ ਵੀ ਨਹੀਂਗਾ। ਕਿਉਂਕਿ ਪਹਿਲਾਂ ਵੀ ਕਿੰਨੇ ਕਿਸ ਤਰ੍ਹਾਂ ਦੇ ਕਾਨੂੰਨ ਨੇ ਪਾਸ ਕਰਤੇ ਆ ਜੋ ਕਿ ਬੜੇ ਸਾਡੇ ਭਾਰਤ ਲਈ ਉਹ ਖਤਰਨਾਕ ਹੈ, ਸਾਡੇ ਪੰਜਾਬ ਲਈ ਖਤਰਨਾਕ ਹੈ। ਤਾਂ ਭਾਈਚਾਰਕ ਸਾਂਝ ਵਧਣ ਦਾ ਸਭ ਤੋਂ ਵੱਡਾ ਕਾਰਨ ਸਾਡਾ ਯੂਥ, ਜਿਨ੍ਹਾਂ ਨੂੰ ਕਿ ਇਸ ਗੱਲ ਦੀ ਨੌਲੇਜ ਸੀ ਔਰ ਜਿਨ੍ਹਾਂ ਨੇ ਇਹ ਸਾਰੀ ਗੱਲ ਨੂੰ ਭਾਪਿਆ ਔਰ ਉਹਨਾਂ ਨੂੰ ਲੱਗਿਆ ਕਿ ਅਸੀਂ ਜੇ ਇਕੱਠੇ ਹੋਵਾਂਗੇ, ਭਾਈਚਾਰਕ ਸਾਂਝ ਵਧਾਵਾਂਗੇ ਤਾਂ ਹੀ ਅਸੀਂ ਇਹਨਾਂ ਧਨਾੜ ਜੋ ਪਰਿਵਾਰ ਹੈ, ਧਨਾੜ ਪਰਿਵਾਰਾਂ ਨਾਲ ਲੜ ਸਕਾਂਗੇ। ਸੋ ਉੱਥੇ ਭਾਈਚਾਰਕ ਸਾਂਝ ਬਹੁਤ ਵਧੀਆ ਔਰ ਬੜਾ ਇੱਕ ਲਾਈਨ 'ਚ ਬੈਠ ਕੇ ਸਭ ਲੰਗਰ ਛਕਦੇ ਆ, ਇੱਕੋ ਸਾਰੇ ਇਕੱਠੇ ਹੋ ਕੇ ਸੇਵਾ ਕਰਦੇ ਆ, ਲੰਗਰ ਛਕਾਉਂਦੇ ਆ। ਸੋ ਬੜੀ ਭਾਈਚਾਰਕ ਸਾਂਝ ਬਣੀ ਹੋਈ ਆ ਉੱਥੇ ਇਸ ਵਕਤ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਕਹੀ ਜੀ ਤੁਸੀਂ, ਔਰ ਅਸੀਂ ਦੇਖ ਵੀ ਰਹੇ ਹਾਂ ਇਹੋ ਫੇਸਬੁੱਕ ਦੇ ਉੱਤੇ ਜਾਂ ਟਵਿੱਟਰ ਦੇ ਉੱਤੇ। ਮੈਂ ਦਰਸ਼ਨ ਸਿੰਘ ਜੀ ਵੱਲ ਜਾ ਰਿਹਾ ਹੁਣ। ਦਰਸ਼ਨ ਸਿੰਘ ਜੀ, ਤੁਸੀਂ ਇਹਦੇ ਵਿੱਚ ਕੀ ਐਡ ਕਰਨਾ ਚਾਹੁੰਦੇ? ਹਾਂਜੀ ਤੁਸੀਂ। ਹਾਂਜੀ ਨਹੀਂ, ਮੈਂ ਇਹਨਾਂ ਨੂੰ ਕਹਿੰਦਾ ਵੀਰ ਜੀ ਉਹਨਾਂ ਨੂੰ, ਜੇ ਤੁਸੀਂ ਇਹਨਾਂ ਦੀ ਬੈਕਗ੍ਰਾਉਂਡ ਵੱਲ ਜਾਓਗੇ ਤਾਂ ਇਹਨਾਂ ਤੋਂ ਉਮੀਦ ਨਹੀਂ ਹੈ ਕੋਈ। ਜਿਹੜਾ ਕੈਪਟਨ ਸਾਹਿਬ ਹੈ, ਜੇ ਤੁਸੀਂ ਆਪਣਾ ਭੋਲੇ ਭਾਅ ਜਾਂ ਸਿੱਧੇ ਤੌਰ ਤੇ ਇੱਕ ਜਿਵੇਂ ਸਧਾਰਨ ਬੰਦਾ ਹੁੰਦਾ, ਆਪਾਂ ਮੰਗ ਰੱਖ ਦਈਏ ਭਈ ਤੂੰ ਆਹ ਕੰਮ ਕਰ ਦੇ, ਉਹਨੇ ਕਰਨੀ ਨਹੀਂ, ਉਹ ਸ਼ਰਾਰਤ ਕਰੂਗਾ। ਕਿਉਂ ਕਿ ਇਹ ਬੀਜੇਪੀ ਦੀ ਪੈਦਾਵਾਰ ਹੈ, ਇਹਨੂੰ ਭੁੱਲਿਓ ਨਾ। ਕਿਉਂਕਿ ਬੀਜੇਪੀ ਨੇ ਇਹਦੇ ਨਾਲ ਕਮਿਟਮੈਂਟ ਜਦੋਂ 2017 ਦੇ ਇਲੈਕਸ਼ਨ ਹੋਏ ਹੈ, ਉਦੋਂ ਆਮ ਆਦਮੀ ਪਾਰਟੀ ਦੀ ਇੰਨੀ ਚੜ੍ਹਤ ਸੀ, ਉਹਨੂੰ ਡੇਗਣ ਲਈ ਇਹਨਾਂ ਲੋਕਾਂ ਨੇ ਸਾਰੇ ਕੰਮ ਕੀਤੇ ਆ। ਲੰਬੀ ਆ ਕੇ ਇਲੈਕਸ਼ਨ ਲੜੇ, ਲੰਬੀ ਆ ਕੇ। ਮੈਂ ਤੁਹਾਨੂੰ ਦੱਸਦਾ ਨਾ ਸਾਰੀ ਗੱਲ ਵੀ ਇਹ ਤੋਂ ਉਮੀਦ ਕੀ ਤੁਸੀਂ ਕਰਦੇ ਹੋ? ਜਿਹੜੀ ਆਪਾਂ ਕਹਿਤੀ ਤੁਸੀਂ ਆਹ ਗੱਲ ਬਈ ਇਹ ਆਪਾਂ ਨੂੰ ਐਂ ਕਰੇ, ਇਹ ਨਹੀਂ ਕਰੂਗਾ, ਤੁਹਾਡੇ ਸਾਹਮਣੇ ਆ, ਨਹੀਂ ਕਰਨਾ। ਹੁਣ ਇਹਦੇ ਵਿੱਚ ਇਹ ਗੱਲ ਹੈ ਵੀ ਇਹਨੇ ਸਰਕਾਰ ਬਣਾਉਣ 'ਚ ਅਮਿਤ ਸ਼ਾਹ ਦਾ ਬਹੁਤ ਵੱਡਾ ਰੋਲ ਹੈ। ਜਿਹੜੀ 17 ਦੇ ਇਲੈਕਸ਼ਨਾਂ ਦੇ ਵਿੱਚ ਇਹਨੂੰ 70 ਸੀਟਾਂ ਮਿਲੀਆਂ, ਉਹ ਐਵੇਂ ਨਹੀਂ ਮਿਲੀਆਂ, ਕਾਂਗਰਸ ਨੂੰ ਕੋਈ ਪੁੱਛਦਾ ਹੀ ਨਹੀਂ ਸੀਗਾ। ਮੈਂ 4 ਮਹੀਨੇ ਇੱਥੇ ਰਹਿ ਗਿਆ, 4 ਮਹੀਨੇ ਕੰਪੇਨ ਚਲਾਈ ਹੈ, ਜਾਣੀ ਉੱਥੇ ਕੋਈ ਕਾਂਗਰਸ ਦਾ ਨਾਂ ਨਿਸ਼ਾਨ ਨਹੀਂ ਸੀ ਹੁੰਦਾ। ਇੱਕ ਅਕਾਲੀਆਂ ਦੀ ਤੇ ਆਪਣੀ ਟੱਕਰ ਸੀਗੀ, ਤੇ ਇਹ ਤੁਸੀਂ ਵੀ ਉੱਥੇ ਸੀਗੇ ਸਾਰੇ ਜਾਣੇ, ਤੁਹਾਨੂੰ ਵੀ ਪਤਾ। ਇਸ ਲਈ ਇਹ ਬੀਜੇਪੀ ਨੇ ਕੁਝ EVM ਰਲ ਗਈ, ਕੁਝ ਮੇਰੇ ਸ਼ਹਿਰ ਦੇ ਵਿੱਚ ਜਗਰਾਉਂ ਦੇ ਵਿੱਚ ਉੱਥੇ ਆਮ ਦੀ ਜਿਹੜੀ ਹੈਗੇ ਆ ਅਕਾਲੀ ਤੇ ਬੀਜੇਪੀ ਵਾਲੇ ਤੇ RSS ਵਾਲੇ ਇਕੱਠੇ ਹੋ ਕੇ ਇਹਨਾਂ ਨੇ ਮਤਾ ਪਾਸ ਕੀਤਾ। ਮੈਂ ਮੇਨ ਬਾਜ਼ਾਰ 'ਚ ਸਾਡਾ ਸਟੋਰ ਹੈ, ਉੱਥੇ ਬੈਠਾ ਮੇਰਾ EMPLOYEE, ਉਹਦੇ ਕੋਲ ਖੜਾ ਜਾ ਕੇ, ਉਹ ਕੁਦਰਤੀ ਉਹਨੂੰ ਪਤਾ ਨਹੀਂ ਸੀ ਵੀ ਇਹਨਾਂ ਦਾ EMPLOYEE ਹੈ, ਉਹਨੇ ਆ ਕੇ ਮੇਰੇ ਕੋਲ ਗੱਲ ਕੀਤੀ ਵੀ ਆਹ ਮੀਟਿੰਗ ਚੱਲਦੀ ਆ ਭਾਈ ਅਕਾਲੀਆਂ ਦੀ ਤੇ ਬੀਜੇਪੀ ਵਾਲਿਆਂ ਦੀ ਤੇ RSS ਵਾਲਿਆਂ ਦੀ, ਬਈ ਆਪਾਂ ਜਿਹੜੀਆਂ ਵੋਟਾਂ ਕੱਲ ਨੂੰ ਹੈ ਉਹ ਆਪਾਂ ਸਾਰੀਆਂ ਹੀ ਕਾਂਗਰਸ ਨੂੰ ਪਵਾ ਦੇਣੀਆਂ। ਇਹ ਕੰਮ ਵੀ ਹੋਇਆ। ਇਸ ਲਈ ਤੁਸੀਂ ਗੱਲ ਨੂੰ ਉਹਦੇ ਜਿਹੜਾ ਹੈਗਾ ਨਾ ਜਿਹੜੀ ਉਹਦੀ ਬੈਕਗਰਾਉਂਡ ਹੈ, ਆਪਾਂ ਉਹਨੂੰ ਕਦੇ ਵੀ ਇਗਨੋਰ ਨਾ ਕਰੀਏ। ਜੇ ਆਪਾਂ ਇਗਨੋਰ ਕਰਾਂਗੇ ਤਾਂ ਧੋਖਾ ਖਾਵਾਂਗੇ। ਕਈ ਵਾਰੀ ਸਧਾਰਨ ਬੰਦੇ ਕਹਿੰਦੇ ਆ ਜੀ ਇਹ ਬੰਦਾ ਕੰਮ ਕਰੂਗਾ, ਬਿਲਕੁਲ ਨਹੀਂ ਕਰਨਾ, ਬਿਲਕੁਲ ਨਹੀਂ ਕਰਨਾ ਇਹਨਾਂ ਲੋਕਾਂ ਨੇ। ਇਹ ਤੁਹਾਡੇ ਹੋਰ ਪਾਸੇ ਨੂੰ ਗੱਲ ਲੈ ਜਾਊਗਾ, ਉਲਟੇ ਪਲਟੇ ਪਾਸੇ ਨੂੰ, ਪਰ ਤੁਹਾਡੇ ਸਹੀ ਪਾਸੇ ਨੂੰ ਇਹਨੇ ਨਹੀਂ ਆਉਣਾ। ਹਾਂਜੀ, ਇਹਦੇ 'ਚ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗਾ ਜੀ। ਹਾਂਜੀ, ਨਾਲ ਹੀ ਸਰ ਤੁਹਾਡੇ ਵੀ ਕੈਪਟਨ ਬਿਲਕੁਲ ਇਹਨਾਂ ਨਾਲ ਰਲਿਆ ਹੋਇਆ ਹੈ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਔਰ ਜਿਹੜੀ ਮੌਜੂਦਾ ਹਾਲਾਤਾਂ ਦੇ ਵਿੱਚ ਕੈਪਟਨ ਉਹਨਾਂ ਦੇ ਇਸ਼ਾਰਿਆਂ ਤੇ ਕਿਉਂ ਨੱਚ ਰਿਹਾ, ਇਹਦੇ ਪਿੱਛੇ ਹੋਰ ਬਹੁਤ ਵੱਡਾ ਕਾਰਨ ਹੈ। ਇੱਕ ਲੁਧਿਆਣਾ ਸਿਟੀ ਸੈਂਟਰ ਘੁਟਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ। ਤਾਂ ਉਹਦੇ ਵਿੱਚ ਜਿਹੜੇ ਰਾਣੇਂਦਰ ਦੀ ਬਹੁਤ ਵੱਡਾ ਰੋਲ ਸੀ ਉਹ ਘੁਟਾਲਾ ਕਰਨ ਦੇ ਵਿੱਚ, ਔਰ ED ਵੱਲੋਂ ਦੇਖੋ ਸਮਨ ਕਰਾਏ ਗਏ ਪਹਿਲਾਂ ਰਾਣੇਂਦਰ ਨੂੰ ਡਰਾਉਣ ਦੇ ਲਈ
ਵੀ ਜੇ ਤੂੰ ਕੈਪਟਨ ਨੂੰ ਇਹ ਗੱਲ ਕਹੀ ਗਈ ਵੀ ਜੇ ਮਾੜਾ ਮੋਟਾ ਵੀ ਥੋੜਾ ਮੋਟਾ ਤੂੰ ਪੰਜਾਬ ਦੇ ਵੱਲ ਕੋਈ ਆਪਦਾ ਚਾਹੇ ਕੋਈ ਓਦਾਂ ਆਪਾਂ ਕਹਿ ਲਈਏ ਵੀ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਆਪਦੀ ਕੋਈ ਦਿਖਾਉਣ ਦੀ ਕੋਸ਼ਿਸ਼ ਕੀਤੀ ਮੈਂ ਪੰਜਾਬ ਨਾਲ, ਤਾਂ ਹਿਸਾਬ ਲਾ ਲਾ ਆ ਈਡੀ ਦੇ ਨਾਲ ਦੀ ਨਾਲ ਸਮਨਿੰਗ ਕਰਾਤੀ। ਔਰ ਰਣਿੰਦਰ ਉੱਥੇ ਗਿਆ ਹੀ ਨਹੀਂ ਡਰਦਾ ਪਹਿਲੀ ਵਾਰ ਤਾਂ, ਫਿਰ ਗਿਆ ਤਾਂ ਉਹਨਾਂ ਦੀ ਗੱਲਬਾਤ ਸੁਣ ਕੇ ਸਾਰੀ ਕੈਪਟਨ ਸਾਹਿਬ ਸਾਰਾ ਉਹਨਾਂ ਇਸ਼ਾਰਿਆਂ ਤੇ ਕੰਮ ਕਰ ਰਹੇ ਆ। ਔਰ ਜਿਵੇਂ ਬੀਜੇਪੀ ਕਹਿ ਰਹੀ ਹੈ ਕੈਪਟਨ ਉਦਾਂ ਹੀ ਕਰ ਰਿਹਾ, ਥੋੜਾ ਮੋਟਾ ਡਰਾਮੇਬਾਜ਼ੀ ਕਰ ਰਿਹਾ ਪੰਜਾਬ ਦੇ ਲੋਕਾਂ ਦੇ ਲਈ। ਤੇ ਉਹ ਦੇਖੋ ਪਹਿਲਾਂ ਵੀ ਕਿਵੇਂ ਡਰਾਮੇਬਾਜ਼ੀ ਕੀਤੀ ਸੀ ਪਾਣੀਆਂ ਦਾ ਜੀ, ਇਹ ਜੀ ਉਹ ਵੀ ਸਾਰੀ ਡਰਾਮੇਬਾਜ਼ੀ ਕੀਤੀ ਸੀ। ਤਾਂ ਅੱਜ ਵੀ ਕੈਪਟਨ ਸਾਹਿਬ ਮੈਨੂੰ ਸਮਝ ਨਹੀਂ ਲੱਗਦੀ ਵੀ ਇੱਕ ਪੜ੍ਹਿਆ ਲਿਖਿਆ ਬੰਦਾ ਹੈ, ਸੈਂਟਰ ਦੁਆਰਾ ਪਾਸ ਕੀਤੇ ਹੋਏ ਕਾਨੂੰਨ, ਸੈਂਟਰ ਦੁਆਰਾ ਪਾਸ ਕੀਤੇ ਹੋਏ ਕਾਨੂੰਨ ਇਹ ਪਹਿਲਾਂ ਦੇਖੋ ਖੁਦ ਵਿੱਚ ਬੈਠ ਕੇ ਪਾਸ ਕਰਵਾ ਕੇ, ਜੋ ਮੈਂ ਦੱਸਿਆ ਵੀ ਕਿੰਨੀਆਂ ਸੀਟਿੰਗ ਹੋਈਆਂ। ਅੱਜ ਵਿਧਾਨ ਸਭਾ 'ਚ ਕੀ ਡਰਾਮੇ ਕਰ ਰਿਹਾ ਹੈ, ਆਪਾਂ ਇਹਨੂੰ ਇੱਥੇ ਕੈਂਸਲ ਕਰ ਦਿਓ ਜੀ, ਇੱਥੇ ਸੈਸ਼ਨ ਬੁਲਾ ਲਓ ਜੀ। ਇੱਥੇ ਦੇਖੋ ਆਪਾਂ ਵੀ ਸਾਰੇ ਪੜ੍ਹੇ ਲਿਖੇ ਨਾ ਜੀ, ਜਿਹੜੇ ਸੈਂਟਰ ਨੇ ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ ਸਟੈਂਪ ਲਾ ਕੇ ਕਾਨੂੰਨ ਪਾਸ ਕਰਤੇ, ਤਾਂ ਉਹਨੂੰ ਇੱਕ ਸਟੇਟ ਦੀ ਜਿਹੜੀ ਗਵਰਨਮੈਂਟ ਹੈ ਉਹਦੇ ਤੇ ਕਿੱਦਾਂ ਉਹਨੂੰ ਉਹ ਬੰਦ ਕਰੂਗੀ ਦੱਸੋ? ਪਾਸ ਤਾਂ ਇਹਨਾਂ ਨੇ ਕਰਵਾਇਆ ਸਾਰੇ ਪਹਿਲਾਂ। ਬਿਲਕੁਲ ਉਹ ਇਹਨਾਂ ਨੇ ਉਦੋਂ ਕਿਉਂ ਨਹੀਂ ਰੌਲਾ ਪਾਇਆ ਉਸ ਵਕਤ ਜਦੋਂ ਮਨਪ੍ਰੀਤ ਬਾਦਲ ਜੀ ਗਏ ਆ ਤੇ ਐਚਐਸ ਪੰਨੂ ਜੀ ਰੌਲਾ ਪਾਇਆ ਸੀ, ਕੈਪਟਨ ਸਾਹਿਬ ਆਪ ਵਿੱਚ ਬੈਠ ਕੇ ਮੀਟਿੰਗ ਕਰਕੇ ਆਏ ਆ, ਉਦੋਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਇਹਨਾਂ ਨੇ ਵੀ ਭਾਈ ਜਿਹੜੇ ਇੰਨੇ ਮਾਰੂ ਕਾਨੂੰਨ ਪਾਸ ਕਰ ਰਹੇ ਆ? ਜਾਂ ਬੀਬਾ ਹਰਸਿਮਰਤ ਕੌਰ ਸੈਂਟਰ ਦੇ ਵਿੱਚ ਬੈਠੀ ਸੀਗੀ ਜਦੋਂ ਕਾਨੂੰਨ ਪਾਸ ਕੀਤੇ ਆ, ਔਰ ਬੀਬਾ ਹਰਸਿਮਰਤ ਕੌਰ ਨੇ ਇਹ ਗੱਲ ਕਹੀ ਹੈ, ਕਹਿੰਦੀ ਕਿ ਜੋ ਕਾਨੂੰਨ ਬੀਜੇਪੀ ਨੇ ਪਾਸ ਕੀਤੇ ਆ ਕਿਸਾਨੀ ਲਈ ਬੜੇ ਵਧੀਆ ਕਾਨੂੰਨ ਆ, ਕਿਸਾਨਾਂ ਨੂੰ ਬੜਾ ਇਹਦੇ ਨਾਲ ਬੂਸਟ ਮਿਲੂਗਾ। ਔਰ ਸਭ ਤੋਂ ਵੱਡੀ ਗੱਲ ਦੇਖੋ, ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਵੀ ਹਾਂ ਜੀ ਏਦਾਂ ਚਲੋ ਕਿੱਦਾਂ ਵੀ ਉਹਨੇ ਪਹਿਲਾਂ ਧਰਮਨਾਂ ਤੇ ਵੋਟਾਂ ਲਈਆਂ ਸੀਗੀਆਂ, ਉਹਨਾਂ ਨੇ ਬਹੁਤ ਕੁਝ ਕੀਤਾ ਔਰ ਲਾਈਵ ਹੋ ਕੇ ਕਹਿਤਾ ਵੀ ਬੀਜੇਪੀ ਨੇ ਜੋ ਕਾਨੂੰਨ ਪਾਸ ਕੀਤੇ ਆ ਤਾਂ ਬਹੁਤ ਵਧੀਆ ਕਾਨੂੰਨ ਆ, ਕਿਉਂ ਨਹੀਂ ਮੰਨਦੇ ਕਿਸਾਨ ਇਹਨਾਂ ਨੂੰ? ਸੋ ਮੈਨੂੰ ਸਮਝ ਨਹੀਂ ਲੱਗਦੀ ਵੀ ਇੰਨਾ ਕੁਝ ਕਰਨ ਦੇ ਬਾਵਜੂਦ, ਕਾਨੂੰਨ ਪਾਸ ਕਰਾਉਣ ਦੇ ਬਾਵਜੂਦ, ਜਿਹੜੇ ਇਹਨਾਂ ਕੋਲੇ ਕੋਈ ਲੀਗਲੀ ਸੀਗੀਆਂ ਕਰ ਸਕਦੇ ਸੀ ਉਸ ਤੇ, ਉਹ ਗੱਲ ਹੀ ਨਹੀਂ ਕੀਤੀ ਕੋਈ। ਅੱਜ ਲੋਕਾਂ ਦੇ ਵਿੱਚ ਤਰ੍ਹਾਂ ਦੇ ਬਿਆਨ ਦਾਗੀ ਜਾ ਰਹੇ ਹੈ। ਸੋ ਮੈਂ ਕਹਿੰਦਾ ਵੀ ਕੋਈ ਨਾ ਕਿਸੇ ਚੀਜ਼ ਦੀ ਲਿਮਟ ਹੁੰਦੀ ਹੈ, ਲਿਮਟ ਕ੍ਰਾਸ ਕਰਕੇ ਜੋ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਗੱਲ ਕਰ ਰਿਹਾ, ਲੋਕ ਇਹ ਬਰਦਾਸ਼ਤ ਨਹੀਂ ਕਰਨਗੇ। ਔਰ ਜੋ ਇਹ ਅੰਦੋਲਨ ਹੈ, ਸਾਡਾ ਯੰਗਸਟਰ ਆ, ਸਾਡਾ ਯੂਥ ਹੈ, ਸਾਡੀਆਂ ਭੈਣਾਂ ਹੈ, ਉਹਨਾਂ ਦੀ ਗੱਲ ਸਮਝ ਚ ਪੈ ਗਈ ਹੈ। ਔਰ ਇਹ ਇੰਨੀ ਜਲਦੀ ਜੋ ਹੈ ਹੁਣ ਆਪਦੇ ਮਨਸ਼ਾ 'ਚ ਕਾਮਯਾਬ ਨਹੀਂ ਹੋ ਸਕਦੇ। ਹਾਂਜੀ ਹਾਂਜੀ ਆਪਣੇ ਜਿੰਨੇ ਵੀਰ ਦੇਖ ਰਹੇ ਆ ਫੇਸਬੁੱਕ ਦੇ ਉੱਤੇ ਪਲੀਜ਼ ਸ਼ੇਅਰ ਕਰੋ ਜੀ ਇਹਨੂੰ ਪ੍ਰੋਗਰਾਮ ਨੂੰ। ਤੇ ਨਾਲੇ ਆਪਣੇ ਕੱਲ ਦੇ ਸੈਸ਼ਨ ਦੇ ਵਿੱਚ ਆਪਣੇ ਰੁਪਿੰਦਰ ਮਾਸਟਰ ਜੀ ਕੈਨੇਡਾ ਤੋਂ ਕੱਲ ਹੋਸਟ ਨੇ, ਉਹਨਾਂ ਨੇ ਦੱਸਿਆ ਕਿ ਆਪਣੇ ਫਾਰਮਰ ਲੀਡਰਸ ਕੱਲ ਨੂੰ ਸਾਡੇ ਪ੍ਰੋਗਰਾਮ ਤੇ ਆ ਰਹੇ ਆ, ਉਹਨਾਂ ਨੇ ਇਨਵਾਈਟ ਕੀਤੇ ਆ। ਤੇ ਕੱਲ ਨੂੰ ਤੁਸੀਂ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਵਾਚ ਕਰਨ ਦੀ ਕੋਸ਼ਿਸ਼ ਕਰਿਓ ਤੇ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਕੁਐਸਚਨ ਕਰਕੇ ਜੋ ਵੀ ਸਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਅਸੀਂ ਉਹਨਾਂ ਤੋਂ ਪੁੱਛਾਂਗੇ। ਤੇ ਮੈਂ ਹਰਪ੍ਰੀਤ ਖੋਸਾ ਜੀ ਵੱਲ ਜਾਣਾ ਚਾਹੁੰਦਾ, ਉਹਨਾਂ ਤੋਂ ਪੁੱਛਣਾ ਚਾਹੁੰਦਾ ਭਾਜੀ ਜਿਹੜੇ ਆਪਣੇ ਲੀਡਰ ਇਸ ਵਕਤ ਅੱਗੇ ਹੋਏ ਆ ਕਿਸਾਨ ਯੂਨੀਅਨ ਦੇ ਵਿੱਚ, ਉਹਨਾਂ ਦੀ ਸਿਆਣਪ ਨੂੰ ਦੇਖਦੇ ਆ, ਜਿੱਦਾਂ ਉਹਨਾਂ ਨੇ ਮੀਟਿੰਗ ਕੀਤੀ, ਮੀਟਿੰਗ ਦੇ ਵਿੱਚ ਉਹ 30-40 ਮਿੰਟ ਚੁੱਪ ਰਹੇ, ਉਹਨਾਂ ਨੇ ਕਿਹਾ ਸਾਨੂੰ ਯੈਸ ਜਾਂ ਨੋ ਦਿਓ, ਤੁਹਾਨੂੰ ਇਹ ਡਿਸੀਜਨ ਕਿੱਦਾਂ ਦਾ ਲੱਗਿਆ? ਮੈਂ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਕਰਨੀ ਚਾਹੂੰਗਾ ਜੀ ਹਾਂਜੀ ਕਿ ਜਿਹੜੇ ਮਤਲਬ ਕਿ ਸਾਡੇ ਕਿਸਾਨ ਲੀਡਰ ਆ ਨਾ, ਮੈਂ ਦੇਖਦਾ ਸੀ ਇਸ ਸੰਘਰਸ਼ ਨੂੰ ਥੋੜਾ ਆਸੇ-ਪਾਸੇ ਕਰਨ ਦੀਆਂ ਕੋਸ਼ਿਸ਼ਾਂ ਵੀ ਲੱਗੀਆਂ, ਇਹ ਹਰੇਕ 'ਚ ਰਹਿੰਦੀਆਂ ਹੀ ਆ ਨਾ। ਸਰਕਾਰ ਦੇ ਬੰਦੇ ਹੁੰਦੇ ਆ, ਸ਼ਾਇਦ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਆਪਣੀਆਂ ਏਜੰਸੀਆਂ ਰਾਹੀਂ ਕਿ ਏਦਾਂ ਦਾ ਕੁਛ ਉੱਠੂਗਾ, 4-4 ਮਹੀਨੇ ਪਹਿਲਾਂ ਹੀ ਫਿੱਟ ਕਰ ਦਿੰਦੇ ਆ ਆਪਣੇ ਬੰਦੇ, ਹਨਾ। ਉਹ ਜਿਹੜਾ ਸਾਡੇ ਮੈਂ ਕਹਿੰਦਾ ਸੀ, ਮੈਂ ਬਹੁਤ ਸਾਰੇ ਇੱਥੇ ਗੱਲ ਹੁੰਦੀ ਹੈ ਨਾ, ਕਈ ਚੀਜ਼ਾਂ ਅਸੀਂ ਸਾਡੇ ਬੰਦੇ ਫੇਸਬੁੱਕ ਤੋਂ ਦੇਖ ਕੇ ਭਾਵਕ ਹੋ ਜਾਂਦੇ ਆ, ਕੋਈ ਵਧੀਆ ਬੋਲ ਲੈਂਦਾ, ਕਿਸੇ ਨੂੰ ਥੋੜਾ ਮਿਕਸ ਜੀ ਕਰਕੇ ਇੰਗਲਿਸ਼ ਜੀ ਬੋਲ ਲਓ, ਬੰਦਾ ਕਹਿੰਦਾ ਯਾਰ ਪਤਾ ਨੀ ਕਿੱਡਾ ਕਿ ਦੁਨੀਆ ਦਾ ਸਿਆਣਾ ਬੰਦਾ ਤਾਂ ਆਹੀ ਸੀ ਜਿਹੜਾ ਹੁਣ ਲੱਭਿਆ, ਹਨਾ। ਜਿਹੜਾ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਇਹ ਕਾਨੂੰਨ ਬੇਸ਼ੱਕ ਪਿੱਛੇ ਹਟ ਜਾਣ, ਇਸ ਤੋਂ ਵਧੀਆ ਕਾਨੂੰਨ ਆ ਜਾਣ ਜਾਂ ਪਹਿਲਾਂ ਵਾਂਗੂ ਰਹਿ ਜਾਣ, ਪਰ ਇੱਕ ਜਿਹੜਾ ਵਪਾਰੀ ਵਰਗ ਹੁੰਦਾ ਨਾ ਜੀ, ਉਹਦੇ ਕੋਲੇ ਕਿਸਾਨਾਂ ਨੂੰ ਲੁੱਟਣ ਦਾ ਕੋਈ ਨਾ ਕੋਈ ਢੰਗ ਤਰੀਕਾ ਹਮੇਸ਼ਾ ਰਹਿੰਦਾ ਹੀ ਆ, ਆਮ ਬੰਦੇ ਨੂੰ ਲੁੱਟਣ ਦਾ ਉਹ ਕੱਢ ਲੈਂਦੇ ਆ, ਹਨਾ। ਉੱਥੇ ਕੀ ਹੁੰਦਾ, ਜਿਹੜੀਆਂ ਸਾਡੀਆਂ ਯੂਨੀਅਨ ਆ, ਮੈਂ ਛੋਟੇ ਹੁੰਦਿਆਂ ਦੇਖ ਰਹੇ ਆ ਵੀ ਉੱਥੇ ਤੁਹਾਡੀ ਆਵਾਜ਼ ਘੱਟ ਆ ਰਹੀ ਹੈ, ਪਲੀਜ਼ ਥੋੜਾ ਜਿਹਾ ਮਾਈਕ ਕੋਲ ਕਰ ਲਓ ਪਲੀਜ਼। ਥੈਂਕ ਯੂ। ਉੱਥੇ ਮੈਂ ਸੋਚ ਰਿਹਾ ਵੀ ਉੱਥੇ ਕਿਸਾਨਾਂ ਨਾਲ ਜਦੋਂ ਵੀ ਵਪਾਰੀ ਵਰਗ ਆ ਨਾ ਜਿਹੜਾ, ਉਹ ਕਿੱਦਾਂ ਦਾ ਵੀ ਕਾਨੂੰਨ ਹੋਵੇ, ਇਹ ਤਾਂ ਬਿਲਕੁਲ ਮਾਰੂ ਕਾਨੂੰਨ, ਜਿਵੇਂ ਸਰਕਾਰ ਜਮਾਂ ਹੀ ਉਹਨਾਂ ਨਾਲ ਰਲੀ ਆ। ਮੈਂ ਇਹ ਸੋਚਦਾ ਵੀ ਇਹ ਇਦੋਂ ਕੋਈ ਵਧੀਆ ਕਾਨੂੰਨ ਵੀ ਬਣਾ ਕੇ ਰੱਖ ਦੇਣ ਨਾ, ਪਰ ਫਿਰ ਵੀ ਜਿਹੜਾ ਇਹ ਵਪਾਰੀ ਵਰਗ ਹੁੰਦਾ ਨਾ, ਇਹਦੇ ਕੋਲੇ ਆਮ ਲੋਕਾਂ ਨੂੰ ਲੁੱਟਣ ਦੇ ਬਹੁਤ ਢੰਗ ਤਰੀਕੇ ਹੁੰਦੇ ਆ,
ਠੀਕ ਆ, ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨਾਲ ਖੜਨਾ, ਉਹ ਖੜਦੀ ਬੀਜੇਪੀ ਦਾ ਕੰਮ ਹੈ ਨਹੀਂਗਾ। ਇਹ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਹੈ ਨਹੀਂਗੀ ਵੀ ਜਿਹੜੀ ਲੋਕਾਂ ਦੇ ਨਾਲ ਕਿਉਂਕਿ ਉਹ ਬੰਦੇ ਜਿਹੜੇ ਆ ਉਹ ਗਰਾਊਂਡ ਤੋਂ ਉੱਠੇ, ਉਹਨਾਂ ਨੂੰ ਆਮ ਬੰਦਿਆਂ ਦੀਆਂ ਤਕਲੀਫਾਂ ਪਤਾ, ਉਹ ਪਹਿਲਾਂ ਉਹਦਾ ਹੱਲ ਕੱਢ ਕੇ ਰੱਖ ਦਿੰਦੇ ਆ ਹਨਾ, ਵੀ ਆਹ ਸਾਡੇ ਐਂ ਕਰਨਾ ਪਊਗਾ ਜੇ ਸਾਡੇ ਆ ਕੇ ਇਨਵੈਸਟਮੈਂਟ ਕਰਨੀ ਆ। ਮੈਂ ਕਹਿੰਦਾ ਵੀ ਇਹਨਾਂ ਕੋਲੇ ਬਹੁਤ ਢੰਗ ਹੁੰਦੇ ਆ ਵਪਾਰੀਆਂ ਕੋਲੇ ਲੁੱਟਣ ਦੇ। ਉੱਥੇ ਕੌਣ ਖੜਿਆ ਅੱਜ ਤੱਕ, ਚਾਹੇ ਜੀ ਕੋਈ ਕਿਸਾਨ ਦੀ ਕੁਰਕੀ ਕਰਨ ਆ ਗਈ, ਬੈਂਕ ਆ ਗਈ, ਕੋਈ ਸ਼ਾਹੂਕਾਰ ਆ ਗਿਆ, ਜਾਂ ਕੋਈ ਗੰਨੇ ਵਾਲੇ ਨਹੀਂ ਦਿੰਦੇ ਹੈਗੇ ਪੈਸੇ, ਚਾਹੇ ਆਪਣੇ ਕੋਈ ਹੋਰ ਮਜ਼ਦੂਰਾਂ ਨੂੰ ਤੰਗ ਕਰਦਾ, ਉੱਥੇ ਹਮੇਸ਼ਾ ਕਿਸਾਨ ਯੂਨੀਅਨ ਵਾਲੇ ਝੰਡਾ ਲੈ ਕੇ ਖੜੇ ਆ ਹਨਾ ਜੀ ਪਹਿਲਾਂ। ਬਿਲਕੁਲ। ਤੇ ਅੱਜ ਮੈਂ ਸੋਚਦਾ ਸੀ ਇੱਥੇ ਬਹੁਤ ਬੰਦੇ ਆਪਣੇ ਇੱਥੇ ਵੀ ਭਾਗ ਹੋ ਜਾਂਦੇ ਵੀ ਉਹਨਾਂ ਨੂੰ ਇਹ ਲੱਗਦਾ ਜਿਹੜੇ 30-32 ਜਥੇਬੰਦੀਆਂ ਇਕੱਠੀਆਂ ਹੋਈਆਂ, ਉਹ ਇੱਕ ਦੋ ਬੰਦਿਆਂ ਨੂੰ ਇਹ ਮਹਿਸੂਸ ਹੋ ਰਿਹਾ ਵੀ ਮੈਂ ਤਾਂ ਇਹ ਕਹਿਣਾ ਨਾ ਵੀ ਇੱਕ ਪਾਸੇ ਤਾਂ ਜ਼ਮੀਨਾਂ ਦੀਆਂ ਕੁਰਕੀਆਂ ਰਕਾਉਣ ਵਾਲੇ ਆ, ਉਹਨਾਂ ਤੇ ਤਾਂ ਇਹ ਸ਼ੱਕ ਕੀਤਾ ਜਾ ਰਿਹਾ ਵੀ ਇਹ ਵਿਕ ਨਾ ਜਾਣ, ਇਹ ਕਿਤੇ ਕਿਸਾਨਾਂ ਦੇ ਉਲਟ ਨਾ ਹੋ ਜਾਣ। ਤੇ ਜਿਹੜਾ ਇੱਕ ਜ਼ਮੀਨਾਂ ਨੱਪਣ ਵਾਲਾ ਮਹਿਕਮਾ, ਉਹ ਆਪਣੇ ਆਪ ਨੂੰ ਸੱਚੇ ਪਾਸੇ ਆ ਰਿਹਾ ਵੀ ਅਸੀਂ ਸੱਚੇ ਆ ਭਾਈ, ਵੀ ਬਈ ਉਹ ਕਹਿੰਦੇ ਸਾਡੇ ਤੇ ਯਕੀਨ ਕਰੋ ਹਨਾ। ਤੇ ਉਹ ਜਿਹੜੀ ਸਭ ਤੋਂ ਵੱਡੀ ਚੀਜ਼ ਆ ਵੀ ਜਿੱਥੇ ਵੀ ਆ ਕੇ ਝੰਡਾ ਗੱਡਿਆ ਇਹਨਾਂ ਨੇ, ਸਾਡੀਆਂ ਜਥੇਬੰਦੀਆਂ ਨੇ, ਉੱਥੇ ਇਹੀ ਆ ਕੇ ਹਮੇਸ਼ਾ ਅੱਗੇ ਵੀ ਇਹਨਾਂ ਨੇ ਖੜਨਾ, ਕਿਤੇ ਮਿਲਣਾ ਮੂਹਰੇ ਹਮੇਸ਼ਾ। ਇਹ ਸੰਘਰਸ਼ ਆ ਤਾਂ ਬਹੁਤ ਵੱਡਾ ਸੰਘਰਸ਼ ਹੈਗਾ, ਜਿੱਥੇ ਗੌਰਮੈਂਟ ਨੂੰ ਐਨ ਬੀਜੇਪੀ ਦੇ ਕਹਿੰਦੇ ਹੁੰਦੇ ਨਾਸੀ ਧੂੰਆਂ ਲਿਆਂਦਾ ਪਿਆ, ਪਰ ਇਹ ਤਾਂ ਇੱਕ ਚੱਲਦਾ ਹੀ ਰਹਿੰਦੀਆਂ ਏਦਾਂ ਦੀਆਂ ਹਨਾ, ਮੂਵਮੈਂਟਾਂ ਚੱਲਦੀਆਂ ਹੀ ਰਹਿੰਦੀਆਂ, ਛੋਟੇ ਵੱਡੇ ਸੰਘਰਸ਼ ਹਨਾ। ਸੋ ਜਿਹੜਾ ਜਥੇਬੰਦੀਆਂ ਦਾ ਇਸ ਵਾਰੀ ਜਿਹੜਾ ਮਤਲਬ ਕਿ ਪਹਿਲਾਂ ਆਪਾਂ ਇੰਨਾ ਇਨਵੋਲਵ ਨਹੀਂ ਸੀਗੇ, ਥੋੜਾ ਬਹੁਤਾ ਜਾਣਦੇ ਹਨਾ ਜਥੇਬੰਦੀਆਂ ਬਾਰੇ, ਪਰ ਜਿਹੜਾ ਉਹਨਾਂ ਦੇ ਲੀਡਰਾਂ ਨੇ ਆਪਣੀ ਸਿਆਣਪ ਦਿਖਾਈ ਆ, ਔਰ ਉਹਨਾਂ ਨੇ ਮਾਹੌਲ ਇਹੋ ਜਿਹਾ ਬਣਾਤਾ ਕਿ ਕੋਈ ਵਿਕ ਸਕਦਾ ਹੀ ਨਹੀਂ, ਉਹਨਾਂ ਚੋਂ ਕੋਈ ਬੰਦਾ ਪਿੱਛੇ ਹਟ ਹੀ ਨਹੀਂ ਸਕਦਾ ਡਿਸੀਜਨ ਤੋਂ। ਵੀ ਉਹਨਾਂ ਨੇ ਜਿਹੜੀ ਮੂਵਮੈਂਟ ਨੂੰ ਕਿੱਦਾਂ ਕੱਢ ਕੇ, ਜਿਵੇਂ ਉਬੜ ਖੋਬੜ ਰਸਤਿਆਂ ਚੋਂ ਆਪਾਂ ਗੱਡੀ ਕੱਢ ਕੇ ਲਿਜਾਂਦੇ ਨਾ, ਮਸਾਂ ਜਾ ਕੇ ਚੜਾਉਣੇ, ਬਹੁਤ ਔਖੀ ਚੜਾਈ ਆ ਉਹਨਾਂ ਨੇ ਉਸ ਲੀਹ ਤੇ, ਬਹੁਤ ਮਤਲਬ ਕਿ ਪ੍ਰੋਬਲਮ ਆਈਆਂ, ਕਿਤੇ ਉਹਨੂੰ ਕਿਹੜੇ ਪਾਸੇ ਨੂੰ ਸੰਘਰਸ਼ ਨੂੰ ਰੰਗ ਦੇਤਾ, ਕਿਤੇ ਕਿਹੜਾ ਹਜੇ ਵੀ ਚੱਲ ਰਿਹਾ ਹਨਾ। ਪਰ ਮੈਂ ਉਹਨਾਂ ਦੀ ਬੜੀ ਵਧੀਆ ਸਿਆਣਪ ਆ, ਔਰ ਉਹਨਾਂ ਦੇ ਬੜੇ ਵਧੀਆ ਡਿਸੀਜਨ ਜਿਹੜੇ ਉਹ ਲੈ ਰਹੇ ਹੈਗੇ ਆ, ਉਹ ਪੂਰੀ ਤਰ੍ਹਾਂ ਉਹ ਬੜੀ ਸੂਝ-ਬੂਝ ਨਾਲ। ਹੁਣ ਉਹਨਾਂ ਦੇ ਆਪਾਂ ਸੁਣਦੇ ਆ, ਯੂਨੀਅਨ ਦੇ ਆਗੂਆਂ ਦੇ ਲੈਕਚਰ ਸੁਣਦੇ ਰਹਿੰਦੇ, ਸਾਰਾ ਦਿਨ ਇਹੀ ਚੱਲਦਾ ਰਹਿੰਦਾ ਹਨਾ, ਵੀ ਬਹੁਤ ਚੀਜ਼ਾਂ ਜਿਹੜੀਆਂ ਵੀ ਉਹ ਬੰਦੇ ਏਦਾਂ, ਸਾਨੂੰ ਕਈ ਵਾਰੀ ਕਿਸਾਨ ਦਾ ਜਿਹੜਾ ਚਿਹਰਾ ਉਹ ਬਣਾ ਦਿੱਤਾ ਜਾਂਦਾ ਦੇਖਣ ਨੂੰ, ਵੀ ਉਹ ਦਿੱਲੀ ਵਾਲੇ ਵੀ, ਉਹ ਜਿਹੜੇ ਲੀਡਰ ਬੀਜੇਪੀ ਵਾਲੀ, ਉਹ ਵੀ ਦੇਖ ਕੇ ਕਹਿੰਦੇ ਵੀ ਪਤਾ ਨਹੀਂ ਇਹ ਤਾਂ ਅਨਪੜ੍ਹ ਬੰਦੇ ਇਕੱਠੇ ਹੋ ਕੇ ਆ ਗਏ ਆ ਹਨਾ। ਤੇ ਉਹਨਾਂ ਨੇ ਇੱਕ ਵਿਖਾਤਾ ਵੀ ਅਸੀਂ ਮਿਹਨਤ ਕਰਨੀ ਵੀ ਜਾਣਦੇ ਆ, ਸਾਨੂੰ ਹੱਥੀਂ ਕੰਮ ਵੀ ਕਰਨਾ ਆਉਂਦਾ, ਤੇ ਸਾਡਾ ਦਿਮਾਗ ਵੀ ਆ ਜਿਹੜਾ ਉਹ ਤੁਹਾਡੇ ਬਰਾਬਰ ਚੱਲਦਾ। ਉਹ ਚੁਸਤੀਆਂ ਚਲਾਕੀਆਂ ਜਿਹੜੀਆਂ ਤੁਸੀਂ ਕਰਨ ਨੂੰ ਫਿਰਦੇ ਹੋ ਨਾ, ਮਤਲਬ ਬੁਲਾ ਕੇ, ਉਹ ਹੁਣ ਚੱਲਣ ਨਹੀਂ ਦਿੰਦੇ, ਕਿਉਂਕਿ ਜਿਹੜੇ ਆਗੂ ਆ ਉਹ ਵੀ ਸਿਆਣੀਆਂ ਉਮਰਾਂ ਦੇ, ਉਹਨਾਂ ਦੀਆਂ ਵੀ ਜ਼ਿੰਦਗੀਆਂ ਇਸੇ ਕੰਮ 'ਚ ਲੰਘ ਗਈਆਂ। ਸੋ ਮੈਨੂੰ ਤਾਂ ਬੜਾ ਪ੍ਰਾਊਡ ਹੋ ਰਿਹਾ ਆਪਣੇ ਲੀਡਰਾਂ ਤੇ, ਕਿਸਾਨ ਲੀਡਰਾਂ ਤੇ। ਹਾਂਜੀ ਭਾਜੀ, ਬਹੁਤ ਵਧੀਆ। ਨਹੀਂ, ਤੁਸੀਂ ਬਹੁਤ ਵਧੀਆ ਗੱਲ ਐਡ ਕੀਤੀ ਆ, ਜਿਹੜੀ ਇਹੋ ਕਹਿੰਦੇ ਆ। ਦੇਖੋ, ਜੇ ਸਿਆਣਪ ਨਾ ਹੁੰਦੀ ਤੇ ਜਿੱਦਾਂ ਸ਼ਾਂਤਮਈ ਤਰੀਕੇ ਦੇ ਨਾਲ ਇਹ ਸੰਘਰਸ਼ ਚੱਲ ਰਿਹਾ, ਇਹ ਏਦਾਂ ਨਾ ਚੱਲਦਾ। ਇਹ ਉਹਨਾਂ ਦੀ ਸਿਆਣਪ ਸੀ ਕਿ ਉਹਨਾਂ ਨੇ ਸਾਰਿਆਂ ਨੂੰ ਸੰਗਠਿਤ ਕਰਕੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੇ ਆ। ਔਰ ਕਹਿੰਦੇ ਹੁੰਦੇ ਚੰਗੇ ਕੰਮ ਦੇ ਵਿੱਚ ਪ੍ਰਮਾਤਮਾ ਵੀ ਸਾਥ ਦਿੰਦਾ। ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਜੇ ਤੱਕ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਹੋਈ ਜਿਹਦੇ ਨਾਲ ਕਿ ਸਰਕਾਰ ਨੂੰ ਕੋਈ ਚਾਂਸ ਮਿਲੇ ਕਿ ਉਹ ਕੋਈ ਕਦਮ ਚੱਕ ਸਕੇ ਇਹਦੇ ਖਿਲਾਫ। ਹਾਂਜੀ, ਐਡਵੋਕੇਟ ਨਵਦੀਪ ਸਿੰਘ ਜੀ, ਆਪਾਂ ਤੁਹਾਡੇ ਤੋਂ ਇਹ ਕੁਐਸਚਨ ਮੈਂ ਤੁਹਾਨੂੰ ਕਰਨਾ ਚਾਹੁੰਦਾ ਸੀਗਾ, ਇਹੋ ਕਿ ਜਿੱਦਾਂ ਹੁਣ ਇਹਨਾਂ ਨੇ ਇਹੋ ਜਿੰਨੇ ਦਿਨਾਂ ਤੋਂ ਇਹੋ ਚੱਲ ਰਿਹਾ, ਹੁਣ ਤਾਂ ਕਾਫੀ ਟਾਈਮ ਹੋ ਗਿਆ ਸੰਘਰਸ਼ ਚੱਲਦੇ ਨੂੰ, ਇਹੋ ਦਿੱਲੀ 'ਚ ਤਾਂ ਹੁਣ ਸ਼ੁਰੂ ਹੋਇਆ ਸੰਘਰਸ਼, ਤਾਂ ਪਹਿਲਾਂ ਦਾ ਸ਼ੁਰੂ ਹੈ ਇਹੋ। ਇਹਦੇ ਬਾਰੇ ਤੁਸੀਂ, ਜਿੱਦਾਂ ਇਹਨਾਂ ਨੂੰ ਸਫਲਤਾ ਮਿਲਦੀ ਗਈ ਆ, ਇਹਦੇ ਪਿੱਛੇ ਕੀ ਬੇਸ ਕੀ ਸੀਗਾ? ਇਹਦੇ ਪਿੱਛੇ ਇਹ ਯੂਨੀਅਨਾਂ ਦਾ ਇਕੱਠ ਸੀ ਜਾਂ ਕੋਈ ਹੋਰ ਵੀ ਰੀਜ਼ਨ ਹੈ ਇਹਦੇ ਪਿੱਛੇ? ਮੈਂ ਸਰ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਇਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਬੇਸ ਹੈ ਇਸ ਕਾਮਯਾਬੀ ਦਾ, ਸਭ ਤੋਂ ਮੈਂ ਵੱਡਾ ਤਾਂ ਪਹਿਲਾਂ ਸਮਝਦਾ ਜਿਹੜਾ ਇੱਕ ਯੂਥ ਕਿਸਾਨ ਹੈ, ਯੂਥ ਹੈ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਹੋਣਾ, ਉਹਨਾਂ ਨੇ ਬੜੀ ਸੂਝ-ਬੂਝ ਤੋਂ ਕੰਮ ਲਿਆ। ਦੇਖੋ, ਅੱਗੇ ਆਪਾਂ ਥੋੜਾ ਜਿਹਾ ਹੁੰਦਾ ਸੀ ਕਿ ਕਿਸਾਨ ਯੂਨੀਅਨ ਪਹਿਲਾਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ, ਦੇਖੋ ਕਿਸਾਨਾਂ ਦੇ ਲਈ, ਤੇ ਇਕੱਲੇ ਕਿਸਾਨਾਂ ਲਈ ਨਹੀਂ, ਜਿੱਥੇ ਵੀ ਕਿਸੇ ਨੂੰ ਜਾਂ ਕਿਸੇ ਛੋਟੇ ਵਪਾਰੀਆਂ ਨੂੰ ਜਾਂ ਕਿਸੇ ਛੋਟੇ ਦੁਕਾਨਦਾਰਾਂ ਨੂੰ ਕਿਤੇ ਵੀ ਪ੍ਰੋਬਲਮ ਆਉਂਦੀ ਸੀ ਤਾਂ ਉਹ ਇਕੱਠੇ ਹੋ ਕੇ ਉੱਥੇ ਮਦਦ ਕਰਦੇ ਸੀਗੇ ਯੂਨੀਅਨਸ। ਹੁਣ ਜਦੋਂ ਇਹ ਮੈਂ ਦੱਸਿਆ ਵੀ ਉਹਨਾਂ ਦੇ ਮਨਾਂ ਦੇ ਵਿੱਚ ਰੋਸ, ਗੁੱਸੇ ਇੰਨਾ ਫੈਲ ਗਿਆ ਵੀ ਸਾਡੇ ਨਾਲ ਬੜਾ ਵੱਡਾ ਧੋਖਾ ਹੋ ਰਿਹਾ ਹੈ, ਤਾਂ ਯੂਥ ਜਿਹੜਾ ਸੀਗਾ ਉਹ ਬੜਾ ਹਲੀਮੀ ਦੇ ਨਾਲ ਅੱਗੇ ਲਾ ਕੇ ਉਹ ਸਿਰੇ ਤੱਕ ਪਹੁੰਚੇ। ਜਿਵੇਂ ਬਾਈ ਜੀ ਨੇ ਕਿਹਾ ਵੀ ਗੱਡੀ ਟੇਢੀ ਵੀ ਨਹੀਂ ਢੰਗ ਨਾਲ, ਬੜੇ ਉੱਥੇ ਸਿਰੇ ਤੱਕ ਲੈ ਕੇ ਗਏ।
ਤਾਂ ਉਸ ਤੋਂ ਬਾਅਦ ਕੀ ਹੋਇਆ, ਜਦੋਂ ਉੱਥੇ ਜਾ ਕੇ ਸਾਰੇ ਭਾਈਚਾਰਕ ਸਾਂਝ, ਸਾਰੇ ਭਾਈਚਾਰਾ ਉੱਥੇ ਪਹੁੰਚ ਗਿਆ, ਚਾਹੇ ਉਹ ਪਹਿਲਾਂ ਪੰਜਾਬ ਨੇ ਜਾ ਕੇ ਉੱਥੇ ਸਾਰਾ ਕਿਸਾਨ ਬੈਠਾ, ਸਾਰੇ ਵਰਗ ਬੈਠੇ, ਉਸ ਤੋਂ ਬਾਅਦ ਹੋਰ ਸਟੇਟਾਂ ਤੋਂ ਵੀ ਆਏ, ਤਾਂ ਉਹਦੇ ਨਾਲ ਫਿਰ ਬੁੱਧੀਜੀਵੀ ਵਰਗ ਵੀ ਜੁੜਨਾ ਸ਼ੁਰੂ ਹੋ ਗਿਆ, ਜਿਨ੍ਹਾਂ ਨੂੰ ਲੱਗਿਆ ਕਿ ਸਾਨੂੰ ਕਿਸਾਨਾਂ ਦੇ ਨਾਲ ਹੁਣ ਖੜਨਾ ਚਾਹੀਦਾ। ਵੈਸੇ ਤਾਂ ਕਿਸਾਨਾਂ ਦੇ, ਜਿਵੇਂ ਵੀਰ ਜੀ ਨੇ ਕਿਹਾ ਕਿ ਜਿਹੜਾ ਯੂਥ ਹੈ ਉਹ ਪੜ੍ਹੇ ਲਿਖੇ ਆ, ਕਿਸਾਨੀ ਕਰਦੇ ਆ, ਮਿਹਨਤ ਕਰਦੇ ਆ ਹੱਥਾਂ ਨਾਲ, ਤੇ ਉਹ ਬੜਾ ਉਹਨਾਂ ਦਾ ਜਿਵੇਂ ਦਿਮਾਗ ਵੀ ਇਹਨਾਂ ਨੇ ਕਿਹਾ ਵੀ ਚੱਲਦਾ ਉਹਨਾਂ ਵਾਂਗ ਬਿਲਕੁਲ ਹੈ, ਉਦੋਂ ਜ਼ਿਆਦਾ ਹੀ ਚੱਲਦਾ ਹੈਗਾ। ਤਾਂ ਫਿਰ ਉਹਨਾਂ ਦੇ ਨਾਲ ਹੌਲੀ ਹੌਲੀ ਬੁੱਧੀਜੀਵੀ ਵਰਗ ਜੁੜਨਾ ਸ਼ੁਰੂ ਹੋ ਗਿਆ। ਜਿਵੇਂ ਆਪਾਂ ਇਕੱਲੇ ਭਾਰਤ ਲੈਵਲ ਤੇ ਨਹੀਂ, ਇਕੱਲੇ ਪੰਜਾਬ ਲੈਵਲ ਤੇ ਨਹੀਂ, ਵਰਲਡ ਲੈਵਲ ਤੇ ਜੋ ਗੱਲ ਚਲੀ ਗਈ ਵੀ ਦੇਖੋ ਸਭ ਤੋਂ ਵੱਡਾ ਜਿਹੜਾ ਇਹਨੂੰ ਹੁਲਾਰਾ ਕਿਉਂ ਮਿਲਿਆ ਕਿ ਜਦੋਂ ਸਾਡਾ ਕਿਸਾਨ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਚੱਲਿਆ, ਆਪਦੀ ਰਾਜਧਾਨੀ ਵੱਲ ਜਾ ਰਿਹਾ, ਉਹਨਾਂ ਉੱਪਰ ਇਸ ਤਰ੍ਹਾਂ ਦੇ ਅਟੈਕ ਕੀਤੇ ਜਾ ਰਹੇ ਆ ਸਾਡੇ ਪ੍ਰਧਾਨ ਮੰਤਰੀ ਵੱਲੋਂ, ਖੱਡੇ ਪੁੱਟੇ ਜਾ ਰਹੇ ਆ, ਬੈਰੀਗੇਡਸ ਲਾ ਰਹੇ ਆ, ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾ ਰਹੀਆਂ, ਤਾਂ ਉਹ ਇਸ ਨਾਲ ਹਰ ਇੱਕ ਵਰਗ ਦੇ ਵਿੱਚ ਗੁੱਸਾ ਪੈਦਾ ਹੁੰਦਾ ਗਿਆ। ਤਾਂ ਜਦੋਂ ਜਾ ਕੇ ਉੱਥੇ ਬੈਠ ਗਏ ਉਹਨਾਂ ਨੇ, ਫਿਰ ਨਾਲ ਜਦੋਂ ਸਾਂਝ ਵਧੀ ਉੱਥੇ, ਔਰ ਉਹਨਾਂ ਦੇ ਨਾਲ ਬੁੱਧੀਜੀਵੀ ਵਰਗ ਜੁੜ ਗਿਆ, ਸਾਰਾ ਕਿਸਾਨ ਜਥੇਬੰਦੀਆਂ ਨੇ ਇੱਕਜੁੱਟਤਾ ਦਿਖਾਈ ਉੱਥੇ ਬਹੁਤ ਵੱਡੀ। ਤਾਂ ਉਸ ਤੋਂ ਬਾਅਦ ਫਿਰ ਜਦੋਂ ਸਮਝ ਆ ਗਈ ਸਾਰਿਆਂ ਨੂੰ ਕਿ ਜੇ ਕਿਸਾਨ ਹੈ ਤਾਂ ਹੀ ਪੰਜਾਬ ਹੈ, ਤਾਂ ਹੀ ਭਾਰਤ ਦੇਸ਼ ਹੈ ਜਿਹੜਾ ਸਾਡਾ ਢਿੱਡ ਭਰਦਾ। ਸੋ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹਨਾਂ ਲੀਡਰਾਂ ਦੀਆਂ ਨਲਾਇਕੀਆਂ ਸੀਗੀਆਂ, ਜਿਨ੍ਹਾਂ ਨੇ ਕਰਿਆ ਕੁਛ, ਬੋਲਿਆ ਕੁਛ। ਔਰ ਜੇ ਅਸੀਂ ਆਪਦੀ ਦੇਖੋ, ਪੰਜਾਬ ਦੀ ਰਾਜਧਾਨੀ ਕੀ ਹੈ? ਦਿੱਲੀ ਹੈ ਨਾ, ਰਾਜਧਾਨੀ ਅਸਲ ਸਾਡੀ ਦਿੱਲੀ ਹੈ ਨਾ। ਅਸੀਂ ਆਪਦੀ ਰਾਜਧਾਨੀ ਵੱਲ ਜਾ ਰਹੇ ਹਾਂ, ਬੜੇ ਸ਼ਾਂਤਪੂਰਨ ਤਰੀਕੇ ਨਾਲ ਜਾ ਰਹੇ ਹਾਂ, ਆਪਦੀਆਂ ਮੰਗਾਂ ਮਨਾਉਣ ਲਈ ਜਾ ਰਹੇ ਹਾਂ, ਔਰ ਸਾਡੇ ਉੱਪਰ ਕੀ ਕੁਛ ਕੀਤਾ ਜਾ ਰਿਹਾ। ਸੋ ਇਹਦਾ ਸਭ ਤੋਂ ਵੱਡਾ ਕਾਰਨ ਹੈ ਇਹਨਾਂ ਨੇ ਆਪ ਹੀ ਬਣਾਇਆ, ਇਹਨਾਂ ਸਰਕਾਰਾਂ ਨੇ, ਇਹਨਾਂ ਜੋ ਰਵਾਇਤੀ ਪਾਰਟੀਆਂ ਨੇ ਜਾਂ ਮੋਦੀ ਸਰਕਾਰ ਨੇ। ਸੋ ਜਦੋਂ ਉੱਥੇ ਜਾ ਕੇ ਸਾਰੇ ਬੈਠ ਗਏ, ਭਾਈਚਾਰਕ ਸਾਂਝ ਵਧੀ, ਤਾਂ ਬੁੱਧੀਜੀਵੀ ਵਰਗ ਨਾਲ ਜੁੜ ਗਿਆ। ਤਾਂ ਉਸ ਤੋਂ ਬਾਅਦ ਤਾਂ ਇਹ ਅੱਜ ਤਾਂ ਇਹਦਾ ਇਹ ਰੂਪ ਹੈ ਕਿ ਇਹਨੂੰ ਇੱਕ ਬਹੁਤ ਵੱਡੇ ਅੰਦੋਲਨ ਦੇ ਰੂਪ ਵਿੱਚ ਦੇਖਿਆ ਜਾਣ ਲੱਗਿਆ। ਇਹਦੇ ਜਦ ਆਪਾਂ ਕਹਿ ਲਈਏ ਪਿੱਛੇ ਹਟਣ ਦਾ ਤਾਂ ਕੋਈ ਕਾਰਨ ਹੀ ਨਹੀਂਗਾ। ਇਹ ਤਾਂ ਜਾਂ ਵਾਪਸ ਹੋਣਗੇ ਹੁਣ ਜਿਹੜੇ ਮਾਰੂ ਬਿੱਲ ਹੈ, ਤੇ ਜਾਂ ਕੋਈ ਮੋਦੀ ਸਰਕਾਰ ਦਾ ਕੋਈ ਨਹੀਂ, ਸਰਕਾਰ ਟੁੱਟੂਗੀ। ਮੈਂ ਤਾਂ ਅੱਜ ਕਲੀਅਰ ਕਹਿਣਾ ਤੁਹਾਨੂੰ, ਦੇਖੋ ਇਸ ਤੋਂ, ਕਿਉਂਕਿ ਕੀ ਕਰਨਗੇ ਇਹ, ਜਿਹੜਾ ਵਰਲਡ ਲੈਵਲ ਦਾ ਹਿਊਮਨ ਰਾਈਟਸ ਕਮਿਸ਼ਨ ਹੈ, ਉਹਨਾਂ ਵੱਲੋਂ ਨੋਟਿਸ ਆ ਗਏ ਇਹਨਾਂ ਨੂੰ ਵੀ ਤੁਸੀਂ ਆਪਦੇ ਲੋਕਾਂ ਨੇ ਧੱਕਾ ਕਰ ਰਹੇ ਹੋ। ਹੋਰ ਚੰਗੇ ਦੇਸ਼ਾਂ ਵੱਲੋਂ ਆ ਗਏ, ਉਹਨਾਂ ਦੇ ਪ੍ਰਧਾਨ ਮੰਤਰੀ ਵੱਲੋਂ ਬਿਆਨ ਆ ਗਏ ਵੀ ਤੁਸੀਂ ਮੋਦੀ ਨੂੰ, ਵੀ ਤੂੰ ਆਪਦੇ ਜੋ ਦੇਸ਼ ਦੇ ਲੋਕ ਆ, ਤੁਹਾਡਾ ਅੰਨਦਾਤਾ, ਤੁਹਾਡਾ ਪੇਟ ਭਰ ਰਿਹਾ, ਤੁਸੀਂ ਉਹਨਾਂ ਲਈ ਧੱਕਾ ਕਰ ਰਹੇ ਹੋ। ਸੋ ਇਹ ਅੰਦੋਲਨ ਦਾ ਕਾਮਯਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਸੀਗਾ ਕਿ ਜਿਨ੍ਹਾਂ ਨੇ ਧੱਕਾ ਕੀਤਾ ਸਾਡੇ ਕਿਸਾਨਾਂ ਦੇ ਨਾਲ, ਉਹਨਾਂ ਲੋਕਾਂ ਨੇ ਵਿੱਚ ਗੁੱਸਾ ਸੀਗਾ, ਰੋਸ ਸੀਗਾ। ਤੇ ਜਦੋਂ ਗੁੱਸਾ ਤੇ ਰੋਸ ਤੇ ਔਰ ਨਾਲ ਕਹਿੰਦੇ ਹੁੰਦੇ ਹੋਸ਼ ਤੇ ਜੋਸ਼ ਨਾਲ ਹੋਸ਼ ਜ਼ਰੂਰੀ ਹੁੰਦਾ ਹੈ, ਜੋਸ਼ ਤੇ ਹੋਸ਼ ਉੱਥੇ ਇਕੱਠੇ ਹੋ ਗਏ ਤਾਂ ਅੰਦੋਲਨ ਬੜਾ ਕਾਮਯਾਬ ਹੋ ਗਿਆ ਜੀ ਉੱਥੇ। ਹਾਂਜੀ, ਬਿਲਕੁਲ ਸਹੀ ਗੱਲ ਕਹੀ ਜੀ ਤੁਸੀਂ। ਦੇਖੋ, ਜਦੋਂ ਵੀ ਕੋਈ ਕਿਤੇ ਧੱਕਾ ਹੁੰਦਾ ਹੈ ਨਾ, ਉਹਦੇ ਤੋਂ ਹੀ ਅੰਦੋਲਨ ਪੈਦਾ ਹੁੰਦਾ ਜੀ। ਔਰ ਹੋਇਆ ਵੀ ਇਹ ਆਂਦਾ ਤੇ ਨਾਲ ਆ, ਇਸ ਕਰਕੇ ਸਾਰੇ ਵਰਗ ਦੇ ਲੋਕੀ ਇਕੱਠੇ ਹੋ ਰਹੇ। ਜਦੋਂ ਤੁਸੀਂ ਬੁੱਧੀਜੀਵੀਆਂ ਦੀ ਗੱਲ ਕੀਤੀ, ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਵੀ ਇਸ ਵਰਗ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਧੱਕਾ ਤਾਂ ਕਿਸੇ ਵੀ ਵਰਗ ਦੇ ਨਾਲ ਨਹੀਂ ਹੋਣਾ ਚਾਹੀਦਾ। ਹਾਂਜੀ, ਦਰਸ਼ਨ ਸਿੰਘ ਜੀ, ਮੈਂ ਤੁਹਾਡੇ ਨਾਲ ਇਹ ਪੁੱਛਣਾ ਚਾਹੁੰਦਾ, ਜਿੱਦਾਂ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਵੀ ਬੀਜੇਪੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਜੇ ਅਸੀਂ ਇਹੋ ਮੰਗਾਂ ਮੰਨ ਲਈਆਂ? ਕਿਤੇ ਲੋਕੀ ਪੁਰਾਣੀਆਂ ਜਿਹੜੀਆਂ ਅਸੀਂ ਕਾਨੂੰਨ ਬਣਾਏ ਹੋਏ ਆ, ਜਿੱਦਾਂ ਕਸ਼ਮੀਰ 'ਚ ਬਣਾਇਆ, ਜਿੱਦਾਂ ਦੂਸਰੇ ਕਾਨੂੰਨ ਬਣਾਏ ਆ, ਕਿਤੇ ਉਹਨਾਂ ਬਾਰੇ ਆਵਾਜ਼ ਨਾ ਉੱਠ ਪਵੇ। ਤੁਹਾਨੂੰ ਕੀ ਲੱਗਦਾ, ਕੋਈ ਏਦਾਂ ਦਾ ਅੰਦੇਸ਼ਾ ਹੈ? ਇਹ ਅਮਰਜੀਤ, ਗੱਲ ਕੁਛ ਹੱਦ ਤੱਕ ਸਹੀ ਵੀ ਹੈ, ਪਰ ਗੱਲ ਤੇ ਇਹ ਹੈ ਵੀ ਉਹਨਾਂ ਦੇ ਖਾਸੇ ਨੂੰ ਜਦੋਂ ਅਸੀਂ ਐਨਾਲਿਸਿਸ ਕਰਦੇ ਨਾ, ਉਹਦਾ ਖਾਸਾ ਕਿਹੜਾ ਹੈ। ਜਿੱਦਾਂ ਹੁਣ ਆਪਾਂ, ਜਿਵੇਂ ਹੁਣ ਪਿੰਡਾਂ 'ਚ ਆਪਾਂ ਆਮ ਜੱਟ ਜ਼ਿਮੀਂਦਾਰ ਜਿਹੜੇ ਹੈਗੇ ਆ, ਉਹ ਬਲਦ ਦੰਦ ਗਿਣਦਾ ਮੂਹਰਲੇ, ਬਈ ਇਹ ਦੋਂਦਾ, ਤੀਜਾ, ਮੈਂ ਏਦਾਂ ਦੀ ਤੁਹਾਨੂੰ ਦੱਸਣ ਦਾ ਯਤਨ ਕਰਦਾ ਹੈ ਬਈ ਇਹ ਨਸਲ ਕਿਹੜੀ ਹੈ। ਮੈਂ ਉਸ ਹਿਸਾਬ ਨਾਲ ਦੇਖਦਾ ਬਈ ਇਹਨਾਂ ਦੀ ਨਸਲ ਕਿਹੜੀ ਹੈ। ਇਹਨਾਂ ਦੀ ਨਸਲ ਬਹੁਤ ਖਰਾਬ ਹੈ, ਬਹੁਤ ਹੀ ਜ਼ਿਆਦਾ ਖਤਰਨਾਕ ਹੈ, ਔਰ ਇਹ ਐਡੇ ਖਤਰਨਾਕ ਹੈ, ਇਹਦੇ ਸਕਿਆਂ ਨੂੰ ਵੀ ਬਖਸ਼ਣ ਵਾਲੇ ਨਹੀਂ ਹੈ। ਇੱਕ ਗੱਲ। ਦੂਜੀ ਗੱਲ ਇਹ ਹੈ ਬਈ ਜਿਹੜਾ ਇਹਨਾਂ ਨੇ, ਤੁਸੀਂ ਕਹਿੰਦੇ ਹੋ ਵੀ ਦੂਜੀਆਂ ਉੱਠ ਖੜਨਗੀਆਂ, ਸਾਲ ਭਰ ਕਸ਼ਮੀਰ ਵਾਲਿਆਂ ਨੂੰ ਬੰਦੀ ਬਣਾ ਕੇ ਰੱਖਿਆ। ਇੱਕ ਜਿਹੜਾ ਰੋਜ਼ ਮਜ਼ਦੂਰੀ ਕਰਨ ਵਾਲਾ ਬੰਦਾ, ਘੋੜਾ ਵਾਹੁਣ ਵਾਲਾ ਬੰਦਾ, ਛੋਟਾ ਮਜ਼ਦੂਰ, ਉਹਨੂੰ ਸਾਲ ਭਰ ਲਈ ਅੰਦਰ ਇਹੋ ਜਿਹਾ ਬੰਦ ਕਰਤਾ, ਉਹ ਵਿੱਚ ਹੀ ਮਰ ਗਿਆ ਘਰ ਦੇ ਆਪਣੇ ਦੇ। ਇਹ ਜ਼ੁਲਮ ਇਹਨਾਂ ਲੋਕਾਂ ਨੇ ਕੀਤਾ। ਇੰਟਰਨੈਟ ਹਜੇ ਤੱਕ ਨਹੀਂ ਚੱਲਦਾ ਉੱਥੇ, ਪਰ ਚੋਣਾਂ ਕਰਾਉਣ ਲੱਗ ਗਏ ਉੱਥੇ ਜਾ ਕੇ, ਠੀਕ ਹੈ ਨਾ। ਇਹ ਸੱਤਾ ਦੇ ਭੁੱਖੇ ਨੇ। ਅੱਜ ਬੰਗਾਲ ਦੇ ਵਿੱਚ ਕੀ ਕਰ ਰਹੇ ਆ? ਬੰਗਾਲ ਦੇ ਵਿੱਚ ਮਮਤਾ ਦੇ ਨਾਲ ਜਾ ਕੇ ਪੰਗਾ ਲੈਣ ਲੱਗੇ ਆ। ਉੱਥੇ ਕਹਿੰਦਾ ਜੀ ਸਾਡੇ ਉੱਤੇ ਹਮਲਾ ਕਰਨ ਦਾ ਕੀਤਾ ਇਹਨਾਂ ਨੇ ਆਪ ਹੈ, ਕਰਦੇ ਆਪ ਆ।
ਹਾਂਜੀ ਆਪ ਕੀਤਾ। ਉਹਨਾਂ ਦਾ ਰਾਜਪਾਲ ਬੈਠਾ ਹੈ, ਉਹ ਰਾਜਪਾਲ ਕੀ ਕਹਿੰਦਾ ਹੈ? ਰਾਜਪਾਲ ਕਹਿੰਦਾ ਜੀ ਤੂੰ ਅੱਗ ਨਾਲ ਨਾ ਖੇਡ। ਅੱਗ ਨਾਲ ਤਾਂ ਕੰਜਰੋ ਤੁਸੀਂ ਖੇਡਦੇ ਹੋ, ਹਾਂਜੀ ਉਹ ਨਹੀਂ ਖੇਡਦੀ ਹੈ। ਹਮ, ਉਹਨੂੰ ਤੁਸੀਂ ਲੋਕ ਸਾਨੂੰ ਬਣਾਉਣਗੇ ਤਾਂ ਜਿੱਤੋਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਤੁਸੀਂ ਅੱਜ ਉਹਦੀਆਂ 200 ਸੀਟਾਂ ਉੱਥੇ ਮਿਸ ਕੇ ਬਹਿ ਜਾਂਦੇ ਹੋ ਤੇ ਇਹਦਾ ਮਤਲਬ ਤੁਹਾਡੀ ਈਵੀਐਮ ਜਿੰਦਾਬਾਦ ਹੈ। ਤੁਸੀਂ ਜੀਵੀਐਮ ਜਿੰਦਾਬਾਦ ਹੈ ਜੀ, ਬਿਲਕੁਲ। ਹਾਂਜੀ ਇਸ ਕਰਕੇ ਜਿਹੜੀ ਇਹ ਗੱਲ ਹੈਗੀ ਹੈ ਨਾ ਵੀ ਉਹ ਜਿਹੜੇ ਮੋਰਚਾ ਦਿੱਲੀ ਲੱਗਿਆ ਸੀ ਉਹ ਉੱਠਣਗੇ, ਜਾਂ ਉਹ ਵਿਚਾਰੇ ਉੱਠਣ ਜੋਗੇ ਛੱਡੇ ਹੀ ਨਹੀਂ ਇਹਨੇ, ਠੀਕ ਹੈ ਨਾ। ਉਹਨਾਂ ਨੂੰ ਇੰਨਾ ਡੀਮੋਰਲਾਈਜ਼ ਕਰਤਾ, ਉਹ ਬੇਸਾਬੇ ਹੀ ਡੀਮੋਰਲਾਈਜ਼ ਹੋ ਗਏ। ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਹੁਣ ਰੋਟੀ ਦੇ ਲਾਲੇ ਪਏ ਹੋਏ ਆ। ਤੇ ਰਹੀ ਗੱਲ ਆ ਉਹ ਜਿਹੜਾ ਸ਼ਹੀਨ ਬਾਗ ਦੇ ਵਿੱਚ ਲੱਗਿਆ ਸੀ ਮੋਰਚਾ, ਉਹ ਬੰਦੇ ਹੀ ਸਾਰੇ ਇਹਨਾਂ ਨੇ ਭਰਤੀ ਕਰ ਲਏ ਆਪਦੇ ਵਿੱਚ। ਉਹ ਬੀਜੇਪੀ ਦੇ ਅਹੁਦੇਦਾਰ ਬਣੇ ਬੈਠੇ ਆ, ਉਹ ਜਿਹੜੇ ਪਹਿਲਾਂ ਸ਼ਹੀਨ ਬਾਗ ਦੇ ਵਿੱਚ ਸੀਗੇ। ਸੋ ਇਸ ਲਈ ਇਹਨਾਂ ਦਾ ਖਾਸਾ ਦੇਖੋ। ਬਾਕੀ ਰਹੀ ਗੱਲ ਮੋਦੀ ਦੀ ਸਰਕਾਰ ਟੁੱਟ ਜੂਗੀ, ਐਡਵੋਕੇਟ ਸਾਹਿਬ ਨੇ ਕਿਹਾ, ਉਹ ਨਹੀਂ ਟੁੱਟਣੀ। ਇਹ ਮੇਰੀ ਐਨਾਲਿਸਿਸ ਹੈ, ਤੁਹਾਡੀ ਉਹ ਅਲੱਗ ਹੋ ਸਕਦੀ ਹੈ। ਮੇਰੀ ਐਨਾਲਿਸਿਸ ਇਹ ਹੈ ਵੀ ਤਸ਼ੱਦਦ ਕਰੂਗਾ ਉਹ, ਬਿਲਕੁਲ ਤਸ਼ੱਦਦ ਕਰਕੇ, ਕਿਉਂਕਿ ਸਾਨੂੰ ਆਲਟਰਨੇਟਿਵ ਦਿਖਦਾ ਨਹੀਂ ਉੱਥੇ ਹੈ। ਜਿਹੜੀ ਕੋਈ ਸਰਕਾਰ ਹੈ ਨਾ, ਕੋਈ ਜਿਹੜੀ ਜਿੰਨੀਆਂ ਹੈਗੀਆਂ ਕਰਪਟ ਪਾਰਟੀਆਂ, ਹੁਣ ਜਿਵੇਂ ਆਪਾਂ ਕੈਪਟਨ ਸਾਹਿਬ ਦੀ ਗੱਲ ਕਰਕੇ ਹਟੇ ਆ ਵੀ ਈਡੀ ਦਾ ਉਹਦੇ ਨੋਟਿਸ ਭੇਜਤਾ ਉਹਨੂੰ, ਉਹਦੇ ਮੁੰਡੇ ਨੂੰ। ਹਾਂਜੀ। ਤੇ ਉਹ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ, ਮਾਇਆਵਤੀ ਹੈ, ਉਹਦੀ ਵੀ ਸੁਰ ਬਦਲੀ ਹੋਈ ਹੈ, ਉਹ ਵੀ ਬੀਜੇਪੀ ਦੇ ਗੁਣ ਗਾਉਂਦੀ ਹੈ, ਕਿਉਂਕਿ ਉਹਦੇ ਬਹੁਤ ਵੱਡੇ ਘੁਟਾਲੇ ਕੀਤੇ ਹੋਏ ਆ। ਇਹ ਜਿੰਨੀਆਂ ਪਾਰਟੀਆਂ ਕਾਮਰੇਡਾਂ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ, ਇਹ ਸਾਰੀਆਂ ਕਰਪਟ ਹੈ, ਔਰ ਸਭ ਦੀਆਂ ਫਾਈਲਾਂ ਉਹਦੇ ਕੋਲ ਪਈਆਂ। ਇੱਕ ਫਿਲਮ ਮੈਂ ਦੇਖੀ ਸੀ, ਮੈਂ ਤੁਹਾਨੂੰ ਮਾੜੀ ਜੀ ਵਿੱਚ ਗੱਲ ਦੱਸਦਾ। MLA ਰਾਜੇਸ਼ ਖੰਨਾ ਦੀ ਫਿਲਮ ਆ ਉਹ ਇੱਕ ਨਾਈ ਹੁੰਦਾ, ਉਹ ਦੇਖਿਓ ਪੁਰਾਣੀ ਫਿਲਮ ਆ, ਉਹ ਬਹੁਤ ਵਧੀਆ ਫਿਲਮ ਆ। ਉਹ ਨਾਈ ਵਾਲ ਕੱਟਦਾ ਹੁੰਦਾ, ਉਹਨੂੰ ਆ ਕੇ ਇਹੋ ਜਿਹੇ ਮਜੌਦਰੀ ਕਹਿੰਦੇ ਜਿਹੜੇ ਲੀਡਰ ਆ, ਉਹਨੂੰ ਉਹਨੇ ਕਤਲ ਕੁਤਲ ਕੀਤੇ ਸੀ, ਉਹਨੂੰ ਟਿਕਟ ਨਹੀਂ ਮਿਲੀ। ਉਹ ਕਹਿੰਦਾ ਵੀ ਮੈਂ ਇਹਨੂੰ ਨਾਈ ਨੂੰ ਬਣਾ ਦੇਣਾ, ਮੇਰਾ ਮੂਹਰੇ ਲਾ ਕੇ, ਜਿਵੇਂ ਨਤੀਸ਼ ਕੁਮਾਰ ਨੇ ਬਣਾਇਆ ਸੀਗਾ ਬਿਹਾਰ ਦੇ ਵਿੱਚ ਮੁੱਖ ਮੰਤਰੀ, ਉਹਨੂੰ ਚੋਣ ਕਰਾ ਕੇ ਮੁੱਖ ਮੰਤਰੀ ਬਣਾਤਾ। ਉਹਦੀ ਰਾਜੇਸ਼ ਖੰਨਾ ਦੇ ਘਰ ਵਾਲੀ ਹੈਗੇ ਸਮੀਤਾ ਪਾਟਲ, ਉਹ ਸਮਝਦਾਰ ਹੈ, ਉਹ ਨਹੀਂ ਸਮਝਦਾਰ। ਉਹਨੇ ਸਮੀਤਾ ਪਾਟਲ ਨੇ ਉਹੀ ਘੁੰਮਣੀ ਘੁਮਾਈ, ਉਹ ਸਾਰਿਆਂ ਨੂੰ ਜਾਂਦੀ ਕਹਿਣ ਦਾ ਭਾਵ ਇਹ ਹੈ। ਉਹ ਇੱਕ ਡੈਫੀਨਿਟ ਸਟੋਰੀ ਹੈ, ਪਰ ਮਤਲਬ ਇਹ ਹੈ ਵੀ ਇਹ ਲੋਕਾਂ ਨੇ, ਇਹਨਾਂ ਨੇ ਉਤਰਨਾ ਨਹੀਂ। ਸਾਡੇ ਕੋਲੇ ਆਲਟਰਨੇਟਿਵ ਹੈ ਨਹੀਂ। ਅਸੀਂ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਹੋਰ ਤਕੜਾ, ਮੈਂ ਉੱਥੇ ਗੱਲ ਲਿਆਣਾ, ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਆਪਣੀ ਦੇਸ਼ ਲੈਵਲ ਤੇ ਸਾਰੇ ਤੁਸੀਂ ਮਜ਼ਬੂਤ ਕਰਦੇ ਹੋ ਤਾਂ ਇੱਕ ਬਦਲ ਹੈਗਾ, ਤੇ ਨਾਲ ਕਮਿਊਨਿਸਟ ਪਾਰਟੀਆਂ ਰਲ ਜਾਣਗੀਆਂ। ਪਰ ਮਤਲਬ ਇਹ ਆ ਵੀ ਸਾਡੇ ਕੋਲੇ ਹਜੇ ਉਹ ਹੈ ਨਹੀਂਗਾ। ਤੇ ਕਾਂਗਰਸ ਵਾਲੇ ਜਿਹੜੇ ਹੈਗੇ ਆ, ਉਹ ਜਾਣ ਕੇ ਆ, ਉਹ ਨਾਲ ਰਲੇ ਹੋਏ ਆ, ਉਹਨਾਂ ਨੇ ਪਾਸ ਕਰਾਏ ਇਹ ਬਿੱਲ। ਉਹ ਲੋਕ ਪਹਿਲਾਂ ਬਣਾਉਂਦੇ ਫਿਰਦੇ ਸੀਗੇ, ਉਹਨਾਂ ਦੇ ਸੂਤ ਨਹੀਂ ਸੀ ਆਇਆ, ਹੁਣ ਉਹ ਚੁੱਪ ਕੀਤੇ ਬੈਠੇ ਆ। ਉਹ ਕਹਿੰਦੇ ਵੀ ਸਾਨੂੰ ਤਾਂ ਲੋੜ ਹੀ ਨਹੀਂ, ਇਹ ਸਾਡਾ ਕੰਮ ਜਿਹੜਾ ਸੀਗਾ ਸਾਡੇ ਗੱਲ ਪੈਣਾ ਸੀ, ਇਹਨੇ ਆਪ ਕਰਤਾ ਮੋਦੀ ਨੇ, ਆਪਣੇ ਆਪ ਹੀ ਕਰਤਾ ਮੋਦੀ ਨੇ ਜੀ। ਬਿਲਕੁਲ ਤੁਹਾਡੀ ਗੱਲ ਸਹੀ ਆ। ਔਰ ਦੇਖੋ, ਕੋਈ ਸਰਕਾਰ ਦਾ ਡਿੱਗਣਾ ਇਹ ਤਾਂ ਹਜੇ ਤੱਕ ਆਪਾਂ ਫਿਊਚਰ ਦੇ ਵਿੱਚ ਦੇਖਦੇ ਹਾਂ, ਪਰ ਇਸ ਵਕਤ ਜਿਹੜੀ ਸਰਕਾਰ ਦੇ ਔਕੜ ਬਣੀ ਹੋਈ ਹੈ, ਕਿਉਂਕਿ ਇੱਕ ਪਾਸੇ ਸਰਮਾਏਦਾਰ ਬੈਠੇ ਆ, ਦੂਜੇ ਪਾਸੇ ਕਿਸਾਨ ਬੈਠੇ ਆ, ਸਰਕਾਰ ਕਿਤੇ ਫਸੀ ਬੈਠੀ ਹੈ ਇਸ ਲਈ। ਤੁਸੀਂ ਇੱਕ ਮਿੰਟ ਮੇਰੀ ਇੱਥੇ ਮੈਂ ਤੁਹਾਡੀ ਗੱਲ ਕਲੀਅਰ ਕਰਦਾ ਬਈ, ਕਦੇ ਵੀ ਸਰਮਾਏਦਾਰੀ ਸਿਸਟਮ ਨੂੰ ਜਿਹੜਾ ਕਮਜ਼ੋਰ ਨਾ ਸਮਝੋ। ਸਟੇਟ ਪਾਵਰ ਜਿਹੜੀ ਹੈਗੀ ਆ ਨਾ, ਉਹਦੇ ਬਹੁਤ ਵੱਡੇ ਹੱਥਕੰਡੇ ਆ। ਹੁਣ ਇੱਕ ਤਾਜ਼ਾ ਉਹਨਾਂ ਨੇ ਵਰਤਿਆ ਅੱਜ, ਜਿਹੜਾ ਤੁਸੀਂ ਵੀ ਸ਼ਾਇਦ ਪੜ੍ਹਿਆ ਹੋਊਗਾ। ਉਹ ਉੱਥੇ ਹਿਊਮਨ ਰਾਈਟਸ ਦੇ ਦਿਨ ਸੀ ਕੱਲ, ਉੱਥੇ ਉਹਨਾਂ ਨੇ ਹਾਰਾ ਨਾਰਾ ਮਾਰਿਆ ਵੀ ਜਿਹੜੇ ਇਹਨਾਂ ਨੇ ਨਜਾਇਜ਼ ਹਿਰਾਸਤ 'ਚ ਰੱਖੇ ਹੋਏ ਆ, ਉਹ ਗਾਹਾ ਗਰੁੱਪ ਵਾਲਿਆਂ ਨੇ ਇਹ ਹਾਰਾ ਨਾਰਾ ਮਾਰਿਆ ਬਈ ਉੱਥੇ ਭਾਈ ਜਿਹੜੇ ਉਹਨਾਂ ਨੂੰ ਵੀ ਛੱਡਿਆ ਜਾਵੇ। ਕੋਈ ਮਾੜੀ ਗੱਲ ਨਹੀਂ ਹੈ ਇਹ। ਜੇ ਜਿਹੜੇ ਹੁਣ ਆਪਾਂ ਦੂਜੇ ਲਫ਼ਜ਼ਾਂ 'ਚ ਕਹਿੰਦੇ ਨੇ ਜੀ, ਉਹਨਾਂ ਨੇ ਕਿਉਂ, ਹਾਂ ਇਹ ਠੀਕ ਹੈ, ਉਹਨਾਂ ਨੇ ਵਕਤ ਗਲਤ ਚੁਣ ਲਿਆ। ਉਹਨੂੰ ਅਜੇ ਆਪਾਂ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਸਾਡਾ ਪੀਕ ਤੇ ਹੈਗਾ ਜਿਹੜਾ ਅੰਦੋਲਨ ਹੈ। ਇਸ ਲਈ ਸਾਨੂੰ ਹੋਰ ਪਾਸੇ ਨੂੰ ਜੇ ਅਸੀਂ ਨੱਕੇ ਛੱਡਾਂਗੇ ਤਾਂ ਫਿਰ ਸਾਡਾ ਉਹ ਕਮਜ਼ੋਰ ਹੋ ਜਾਂਦਾ। ਔਰ ਉਹੀ ਲੈ ਕੇ ਬੈਠ ਗਏ। ਅੱਜ ਸਵੇਰ ਦਾ ਅਖਬਾਰ ਦਿਖਾਈ ਜਾਂਦਾ ਉਹ ਜਿਹੜਾ ਇਹਨਾਂ ਦਾ ਮੀਟਿੰਗ ਦੇ ਵਿੱਚ ਸੀ, ਵੀ ਆਹ ਦੇਖੋ ਜੀ ਗਰਮ ਖਿਆਲੀਆਂ ਨੇ ਹਾਈਜੈਕ ਕਰ ਲਿਆ। ਉਹਨਾਂ ਨੂੰ ਬਹਾਨਾ ਮਿਲਿਆ ਇਹ ਗੱਲ ਦਾ, ਪਰ ਇਹ ਠੀਕ ਹੈ, ਉਹਨਾਂ ਦੇ ਕੋਈ ਇੰਨੀ ਗੱਲ ਗਲਤ ਨਹੀਂ ਹੈ। ਪਰ ਜੇ ਅਸੀਂ ਡੈਮੋਕ੍ਰੇਟਿਕ ਸਮਝਾਂਗੇ ਨਹੀਂ ਹੈ ਗਲਤ, ਪਰ ਜੇ ਅਸੀਂ ਡਿਕਟੇਟਰਸ਼ਿਪ ਵਾਲੇ ਪਾਸੇ ਦੇਖਦੇ ਹਾਂ ਵੀ ਇਹਨਾਂ ਦੀ ਸੋਚਣੀ ਉਹ ਹੈ,
ਜਿਹੜੀ ਸਰਮਾਏਦਾਰ ਟੋਲਾ ਸੋਚਦਾ ਤੇ ਫਿਰ ਉਹਦੇ ਲਈ ਤਾਂ ਸਦਾ ਹੀ ਗਲਤ ਹੈ। ਭਗਤ ਸਿੰਘ ਵੀ ਗਲਤ ਸੀ ਉਹਦੇ ਲਈ ਤਾਂ। ਇਸ ਲਈ ਇਹਨਾਂ ਲੋਕਾਂ ਨੂੰ ਤੁਸੀਂ ਇੰਨਾ ਕਮਜ਼ੋਰ ਨਾ ਸਮਝੋ। ਨਾ ਇਹਨਾਂ ਨੇ ਜਾਣਾ, ਨਾ ਸਾਡੇ ਕੋਲ ਇਹ ਆਲਟਰਨੇਟਿਵ ਜਾ ਕੇ ਜਾਓਗੇ ਖੂਹ ਚੋਂ ਨਿਕਲ ਕੇ ਖਾਤੇ 'ਚ ਫੇਰ ਡਿੱਗ ਪਏ, ਫਿਰ ਕੀ ਕਰਾਂਗੇ? ਇਸ ਲਈ ਇਹ ਜਾਣਾ ਜੂਣਾ ਇਹਨਾਂ ਨੇ ਕਿਤੇ ਨਹੀਂ ਹੈ। ਜੇ ਹਾਂ ਤੁਸੀਂ ਮਜ਼ਬੂਤ ਹੋ ਜਾਂਦੇ ਹੋ, ਸਾਡੀ ਸਰਕਾਰ ਮਜ਼ਬੂਤ ਹੋ ਜਾਂਦੀ ਹੈ, ਅਸੀਂ ਜਿਹੜੇ ਬੰਦੇ ਬਣਾਉਣ ਵਾਲੇ ਆ ਆਮ ਆਦਮੀ ਪਾਰਟੀ ਤੇ ਹੋਰ ਜਿਹੜੀਆਂ ਲੈਫਟ ਪਾਰਟੀਆਂ ਇਹ ਹੋ ਜਾਣਗੀਆਂ, ਤਾਂ ਫੇਰ ਮੈਂ ਮੰਨਦਾ ਵੀ ਬਦਲ ਹੈਗਾ। ਤੇ ਕਾਂਗਰਸ ਨੇ ਬਦਲ ਕੋਈ ਨਹੀਂ ਦੇਣਾ। ਉਹ ਕਰਪਟ ਹੇਠਾਂ ਤੋਂ ਜਾ ਕੇ ਉੱਤੇ ਤੱਕ 70 ਸਾਲ ਲੁੱਟ ਕੇ ਖਾ ਗਏ ਉਹ। ਜੇ ਉਹ ਚੰਗੀ ਹੁੰਦੀ ਤਾਂ ਸਰਕਾਰ ਨਹੀਂ ਸੀ ਬਦਲਣੀ। ਇਸ ਲਈ ਇਹਨਾਂ ਨਾਲੇ ਨੇ ਮੈਂ ਫਿਨਿਸ਼ ਕਰਨ ਵਾਲਾ ਜੀ ਮਾੜੀ ਜੀ ਬਈ। ਉਹਨਾਂ ਲੋਕਾਂ ਨੂੰ ਇਹੀ ਹੈ ਬਈ ਇਹ ਆਪਣਾ ਏਦਾਂ ਹੀ ਹਲਵਾ ਮਾਂਡਾ ਚਲਾਉਣਗੇ। ਸੰਭਵ ਹੈ ਤੁਹਾਡਾ ਕਿ ਸੰਵਿਧਾਨ ਚੇਂਜ ਕਰਕੇ ਇਹ ਆਪਦਾ RSS ਦਾ ਏਜੰਡਾ ਲਾਗੂ ਕਰ ਦੇਣ। ਇਹਨੂੰ ਦਿਮਾਗ ਚੋਂ ਨਾ ਕੱਢਿਓ। ਹਾਂਜੀ ਉਹੀ ਗੱਲ ਆ ਨਾ ਕਿ ਇਹਨਾਂ ਦੀਆਂ ਜਿਹੜੀਆਂ ਪਲੈਨਿੰਗਾਂ ਨਾ ਇਹ ਕੋਈ ਹੁਣ ਦੀਆਂ ਚੱਲ ਨਹੀਂ ਰਹੀਆਂ ਹੈਗੀਆਂ। ਜਿਹੜਾ ਪੰਜਾਬ ਦਾ ਇਹਨਾਂ ਨੇ ਓਵਰਆਲ ਇਹਨਾਂ ਨੇ ਨਕਸ਼ਾ ਬਦਲਿਆ ਹੈਗਾ। ਮੈਂ ਤਾਂ ਪਹਿਲਾਂ ਇੱਥੇ ਗੱਲ ਕਰਦਾ ਵੀ ਹਾਈਵੇ ਬਣਾਏ ਹੈਗੇ ਆ, ਜਾਂ ਏਅਰਪੋਰਟ ਬਠਿੰਡੇ ਬਣਾਤਾ ਜੀ, ਲੁਧਿਆਣੇ ਬਣਾਤਾ। ਹੁਣ ਬਠਿੰਡਿਓ ਬੰਦੇ ਨੇ ਚੜ੍ਹ ਕੇ ਜਿੰਨੇ ਟਾਈਮ 'ਚ ਪਲੇਨ ਨੇ ਉੱਡਣ ਦੇ ਲੱਗਣਾ ਉਨੇ ਚਰਚ ਦਾ ਬੰਦਾ ਗੱਡੀ ਤੇ ਲੁਧਿਆਣੇ ਪਹੁੰਚ ਜਾਂਦਾ ਹੈ ਨਾ, ਬੱਸ ਫੜ ਕੇ ਵੀ ਇਹਨਾਂ ਦੇ ਕਾਰਨ ਕੀ ਆ ਸਾਨੂੰ ਉਦੋਂ ਦੇਖਣ ਨੂੰ ਲੱਗਦੀ ਹੈ ਵੀ ਇਹ ਤਾਂ ਜੀ ਤਰੱਕੀ ਹੋ ਰਹੀ ਹੈ ਜਾਂ ਰੋਡ। ਅਸਲ ਦੇ ਵਿੱਚ ਇਹ ਸਾਰੀ ਤਿਆਰੀ ਹੋ ਰਹੀ ਸੀ ਇਹਨਾਂ ਨੂੰ ਪੰਜਾਬ ਇਹਨਾਂ ਵਾਸਤੇ ਸੜਕਾਂ ਬਣਾ ਦਈਏ ਜੀ। ਇਹਨਾਂ ਨੂੰ ਪਤਾ ਕਿ ਜਿਹੜੀ ਖੇਤੀਬਾੜੀ ਆ ਉਹ ਇਹਨਾਂ ਘਰਾਣਿਆਂ ਨੂੰ ਸੌਂਪ ਦਿਓ, ਇਹ ਫਿਰ ਆਪਣੇ ਦਾ ਤਰੀਕੇ ਨਾਲ ਉੱਥੇ ਖੇਤੀਬਾੜੀ ਕਰਨਗੇ। ਫਿਰ ਇੱਥੋਂ ਹੀ ਬਠਿੰਡਿਓਂ ਪਲੇਨ ਉੱਡ ਕੇ ਸਾਡੇ ਕੋਲੇ ਟੋਰਾਂਟੋ ਆਇਆ ਕਰੂਗਾ ਜੀ, ਹਨਾ। ਹੁਣ ਤੁਹਾਡੇ ਕੈਲੀਫੋਰਨੀਆ ਤੋਂ ਟਰੱਕ ਆਉਣ ਤੇ ਸਾਡੇ ਇੱਥੇ ਮੈਨੂੰ ਲੱਗਦਾ ਵੀ 2.5 ਦਿਨ ਲੱਗ ਜਾਂਦੇ ਹਨਾ, ਵੀ 50-52 ਘੰਟੇ ਲੱਗ ਜਾਂਦੇ ਇੱਕ ਸਾਈਡ ਨੂੰ, ਠੀਕ ਆ। ਤੇ ਜੇ ਅੰਮ੍ਰਿਤਸਰੋਂ ਪਲੇਨ ਉੱਡ ਕੇ ਆਉਂਦਾ ਹੈਗਾ ਤਾਂ ਸਬਜ਼ੀ ਦਾ ਭਰਾ ਤਾਂ 11-12 ਘੰਟਿਆਂ 'ਚ ਆ ਜਾਂਦਾ ਹਨਾ। ਇਹਨਾਂ ਨੇ ਇਹਨਾਂ ਲਈ ਇਹ ਅਸੀਂ ਕਹਿੰਦੇ ਵੀ ਸਾਡੀ ਆਮ ਬੰਦਾ ਸੋਚਦਾ ਹੀ ਕਰਨੀ ਵੀ ਤਰੱਕੀ ਪੰਜਾਬ ਦੀ ਹੋ ਰਹੀ ਹੈ। ਅਸਲ ਦੇ ਵਿੱਚ ਤੇ ਇਹਨਾਂ ਲਈ ਇੱਕ ਸਟਰਕਚਰ ਬਣਾ ਕੇ ਦਿੱਤਾ ਜਾ ਰਿਹਾ ਸੀ ਵੀ ਤੁਸੀਂ ਬਸ ਹੁਣ ਜ਼ਮੀਨਾਂ ਰਹਿ ਗਈਆਂ ਸੀ ਇਕੱਲੀਆਂ, ਬਾਕੀ ਤਾਂ ਇਹਨਾਂ ਨੇ ਤਿਆਰ ਕਰਤਾ ਸਾਰਾ ਵੀ ਤੁਸੀਂ ਹੁਣ ਖੇਤੀ ਤੇ ਕਬਜ਼ਾ ਕਰੋ, ਅਸੀਂ ਕਾਨੂੰਨ ਬਣਾ ਕੇ ਦੇ ਦਿੰਦੇ। ਹੁਣ ਇਹ ਕੋਈ ਅੱਜ ਦੀ ਪਲੈਨਿੰਗ ਨਹੀਂ, ਇਹ ਪਹਿਲਾਂ ਤੋਂ ਪਲੈਨਿੰਗ ਚੱਲ ਰਹੀ ਹੈ। ਇਹਦੇ 'ਚ ਕੋਈ ਸਰਕਾਰ ਬਰੀ ਨਹੀਂ। ਹੁਣ ਤਾਂ ਨੰਗੇ ਸਭ ਤੋਂ ਭੈੜਾ ਹਾਲ ਜਿਹੜਾ ਅਕਾਲੀ ਦਲ ਦਾ ਹੋ ਰਿਹਾ ਹੈਗਾ, ਇੰਨਾ ਵੱਡੇ ਤਿੰਨਾਂ ਸੁਖਬੀਰ ਬਾਦਲ ਜਾਂ ਬੀਬਾ ਜੀ ਹਰਸਿਮਰਤ ਤੇ ਵੱਡੇ ਬਾਦਲ ਸਾਹਿਬ ਵੀ ਦੇਖੋ ਹਜੇ ਤਾਂ ਸ਼ੁਕਰ ਕਰੋ ਕਿ ਆ ਯੁੱਗ ਦੂਜਾ ਆ ਗਿਆ ਇੰਟਰਨੈਟ ਦਾ, ਹੁਣ ਮੀਡੀਆ ਦੂਜਾ ਸਾਰਾ ਸੋਸ਼ਲ ਮੀਡੀਆ ਆ ਗਿਆ ਵੀ ਹੁਣ 2 ਵੀਡੀਓ ਲਾ ਦਿੰਦੇ, ਇੱਕ ਹੁਣ ਵਾਲੀ, ਇੱਕ ਕਹਿੰਦੇ ਪਹਿਲਾਂ ਤੇ ਇੱਕ ਹੁਣ, ਹਨਾ। ਵੀ ਹੁਣ ਉਹਨਾਂ ਦੇ ਹੱਕ 'ਚ ਬੋਲ ਰਹੇ ਕਿਸਾਨਾਂ ਦੇ, ਪਹਿਲਾਂ ਉਹਨਾਂ ਨੂੰ ਸਮਝਾਉਣ ਤੇ ਲੱਗੇ ਹੋਏ ਵੀ ਕਿੰਨੇ ਲੋਕ ਨੰਗੇ ਹੋ ਰਹੇ ਆ ਸਾਰੇ। ਮੇਨ ਚੀਜ਼ ਜਿਹੜੀ ਹੈਗੀ ਆ ਜੀ, ਜਿਹੜਾ ਇਹ ਹੈਗੀ ਅਵੇਅਰਨੈਸ ਨਾਲ। ਜੇ ਲੋਕ ਅਵੇਅਰ ਹੈਗੇ ਆ, ਅਜੇ ਮੈਂ ਇੰਨਾ ਕੁ ਸੋਚਦਾ ਵੀ ਜਿਹੜਾ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਅਸੀਂ ਕਹਿੰਦੇ ਛੇਤੀ ਉੱਠੀ, ਜਾਂ 36 ਲੱਖ ਵੋਟ ਆਪਾਂ ਨੂੰ 2017 ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਾਈ ਆ, ਕੋਈ ਥੋੜੀ ਨਹੀਂ ਹੁੰਦੀ। ਉਹਦਾ ਕਾਰਨ ਹੈ ਕਿ ਪੰਜਾਬੀਆਂ ਨੇ ਰਿਸਕ ਲੈ ਕੇ ਆਪਣੀਆਂ ਜ਼ਮੀਨਾਂ ਗਹਿਣੇ ਕਰ ਕਰਕੇ ਆਪਣੇ ਜਵਾਕ ਪੜ੍ਹਾ ਲਏ। ਮਤਲਬ ਉਹ ਚੀਜ਼ ਆ ਜਿਹੜੀ ਉਹ ਹੁਣ ਕੰਮ ਆ ਰਹੀ ਆ ਵੀ ਉਹ ਜੇ ਬਜ਼ੁਰਗ ਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਲੱਗਦਾ ਸੀ ਤੇ ਉਹ ਪੋਤਾ ਦੱਸ ਦਿੰਦਾ ਵੀ ਬਾਪੂ ਆਹ ਦੇਖਾ ਪਹਿਲਾਂ ਐਂ ਬੋਲੀ ਸੀ, ਹੁਣ ਐਂ ਬੋਲਦੀ ਆ, ਠੀਕ ਆ। ਇਹ ਚੀਜ਼ ਆ ਜਿਹੜੀ ਮੈਨੂੰ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਭ ਤੋਂ ਵਧੀਆ ਲੱਗਦੀ ਕਿ ਉਹਨਾਂ ਨੇ 2 ਚੀਜ਼ਾਂ ਤੇ ਹੀ ਦਿੱਤਾ। ਅਸੀਂ ਸੋਚਦੇ ਹਾਂ ਵੀ ਹੁਣ ਇੱਕੇ ਦਿਨ 'ਚ ਵੀ ਪਤਾ ਨਹੀਂ ਕੀ ਬਦਲਾਅ ਆ ਜਾਊਗਾ। ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦੀ ਐਜੂਕੇਸ਼ਨ ਹਰੇਕ ਬੰਦੇ ਤੱਕ ਪਹੁੰਚਾਉਣੀ, ਵਧੀਆ ਹੈਲਥ ਦੇਣੀ, ਉਹਦਾ ਕਾਰਨ ਵੀ ਇਹੀ ਆ ਕਿ ਆਉਣ ਵਾਲੇ 5-7 ਜਿਹੜਾ ਅੱਜ ਬੱਚਾ 10 ਸਾਲ ਦਾ ਉਹਨੇ 5-7-8 ਸਾਲਾਂ 'ਚ ਵੋਟ ਪਾਉਣੀ ਹੈ ਹਨਾ, 18 ਸਾਲ ਦਾ ਹੋ ਕੇ ਵੋਟ ਬਣਨੀ ਹੈ, ਕੋਈ 14 ਸਾਲ ਦਾ 15 ਦਾ। ਜਦੋਂ ਉਹਨੂੰ ਇਹ ਚੀਜ਼ਾਂ ਸਮਝ ਆਉਣ ਲੱਗ ਜਾਣਗੀਆਂ ਨਾ ਜੀ, ਜਦੋਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਲੁੱਟ ਕਿੱਥੇ ਹੋ ਰਹੀ ਆ। ਅਸੀਂ ਤਾਂ ਉਹਨੂੰ ਉਹਨਾਂ ਚੀਜ਼ਾਂ ਨੂੰ ਦੇਖ ਕੇ ਖੁਸ਼ ਹੋਈ ਜਾਂਦੇ ਜੀ, ਬਾਦਲ ਸਾਹਿਬ ਨੇ ਫਲਾਨੇ ਥਾਂ ਏਅਰਪੋਰਟ ਬਣਾਤਾ ਜੀ, ਉੱਥੇ ਉਦਘਾਟਨ ਕਰਤਾ ਜੀ, ਜਦ ਕਿ ਸਾਡੀਆਂ ਤਾਂ ਫਲਾਈਟਾਂ ਉੱਥੇ ਉਤਰ ਨਹੀਂ ਦਿੱਤੀਆਂ ਅੱਜ ਤੱਕ ਹਨਾ। ਏਅਰਪੋਰਟ ਪੰਜਾਬ 'ਚ 4-5 ਬਣੇ ਹੋਏ ਆ, ਠੀਕ ਆ। ਸੋ ਇਹ ਜਿਹੜੀ ਜਦੋਂ ਅਵੇਅਰਨੈਸ ਆਊਗੀ ਨਾ ਲੋਕਾਂ ਤੋਂ, ਇਹ ਬਹੁਤ ਇਹਨਾਂ ਜਿਵੇਂ ਦਰਸ਼ਨ ਜੀ ਨੇ ਕਿਹਾ ਕਿ ਇਹ ਹਟਣ ਵਾਲੇ ਨਹੀਂ ਪਿੱਛੇ ਹੈਗੇ, ਜਿਹੜੇ ਇਹ ਵਰਗ ਆ ਜਿਹੜਾ ਨਾ ਇਹ ਪਿੱਛੇ ਹਟਣ ਵਾਲਾ ਨਹੀਂ ਹੈਗਾ, ਹੈ ਤਾਂ ਪਰ ਕੋਸ਼ਿਸ਼ਾਂ ਤੇ ਕਰਦਾ ਰਹੂਗਾ, ਅੱਗੇ ਵੀ ਕਰਦਾ ਰਹੂਗਾ। ਪਰ ਘੱਟੋ ਘੱਟ ਹੁਣ ਇਹਨਾਂ ਨੂੰ ਘੱਟੋ ਘੱਟ ਪੰਜਾਬ ਹਰਿਆਣੇ 'ਚ ਤਾਂ ਇਹ ਪਤਾ ਲੱਗ ਗਿਆ ਵੀ ਜੇ ਅਸੀਂ ਜ਼ਿਆਦਾ ਪੰਗਾ ਲਵਾਂਗੇ ਤੇ ਅਸੀਂ ਜਿੰਨਾ ਕੁ ਪਹਿਲਾਂ ਦੀ ਸਾਡੀ ਇਨਵੈਸਟਮੈਂਟ ਆ ਵੀ ਪਹਿਲਾਂ ਵਾਲਾ ਨਾ ਕਿਤੇ ਬਾਹਲਾ ਲੈਂਦੇ ਜਿਹੜਾ ਪਹਿਲਾਂ ਵਾਲਾ ਉਹ ਨਾ ਗਵਾ ਲਈਏ। ਬਾਕੀ ਜਿਹੜਾ ਹੈਗਾ ਦੀ ਇਹਨਾਂ ਦਾ ਕਿਉਂਕਿ ਕਬਜ਼ਾ ਨਾ ਹੌਲੀ ਹੌਲੀ ਹਰ ਚੀਜ਼ ਤੇ ਕਰਾਇਆ ਗਿਆ ਇਹਨਾਂ ਦਾ। ਦੇਖੋ ਜੀਓ ਨੇ 3-4 ਪਹਿਲਾਂ
ਇੰਟਰਨੈਟ ਤੇ ਸਾਰਾ ਕੁਝ ਫ੍ਰੀ ਕਰਤਾ, ਦੂਜੀਆਂ ਕੰਪਨੀਆਂ ਫੇਲ ਕਰਤੀਆਂ, ਹੁਣ ਉਹਨਾਂ ਨੇ ਪੈਸੇ ਲਾਤੇ, ਹੁਣ ਉਹਨਾਂ ਦਾ ਨੈਟਵਰਕ ਤੇ ਕਬਜ਼ਾ ਹੋ ਗਿਆ। ਅੱਜ ਉਹ ਪਿੱਛੋਂ ਸੁੱਚ ਕੱਟ ਦੇਣ, ਸਾਡੇ ਤੱਕ ਕੁਝ ਨਹੀਂ ਪਹੁੰਚਣਾ। ਹਰੇਕ ਚੀਜ਼ ਤੇ ਹੁਣ ਬਾਕੀ ਸਾਧਨਾਂ ਤੇ ਸਾਰਿਆਂ ਤੇ ਕਬਜ਼ਾ। ਜੇ ਅਸੀਂ ਚਲੋ ਰਿਲਾਇੰਸ ਦੇ ਪੰਪ ਅਸੀਂ ਘੇਰ ਲਏ ਆ, ਜਿਹੜਾ ਬਾਕੀਆਂ ਤੇ ਆ ਰਿਹਾ ਉਹ ਵੀ ਤੇ ਰਿਲਾਇੰਸ ਦਾ ਹੀ ਆ ਰਿਹਾ ਹਨਾ, ਬਾਕੀ ਗੈਸ ਸਟੇਸ਼ਨਾਂ ਦੇ ਵੀ ਹਨਾ। ਐਵੇਂ ਹੁਣ ਕੀ ਰਹਿ ਗਿਆ ਵੀ ਇੱਕ ਬੜੀ ਵਧੀਆ ਫੋਟੋ ਕਿਸੇ ਨੇ ਸ਼ੇਅਰ ਕੀਤੀ ਸੀ ਵੀ ਜਦੋਂ ਬੰਦੇ ਨੂੰ ਜਦੋਂ ਭੁੱਖ ਲੱਗੀ ਹੋਵੇ ਨਾ, ਭੁੱਖ ਲੱਗੀ, ਉਹਨੇ ਇੱਕ ਚਾਬੀ ਰੱਖੀ ਹੋਈ ਆ, ਉਹ ਬੰਦਾ ਲੋਕਰ 'ਚ ਬੰਦ ਆ, ਚਾਬੀ ਰੱਖੀ ਹੋਈ ਲੋਕਰ ਦੀ, ਲੌਕ ਦੀ, ਇੱਕ ਉਹਨੇ ਬ੍ਰੈਡ ਰੱਖੀ ਹੋਈ ਆ। ਜਿਹੜਾ ਅੰਦਰਲਾ ਬੰਦਾ ਉਹ ਚਾਬੀ ਨੂੰ ਨਹੀਂ ਦੇਖ ਕੇ ਯਾਦ ਨਹੀਂ ਹੋਣਾ ਚਾਹੁੰਦਾ ਉਹਦੇ, ਕਿਉਂਕਿ ਉਹ ਭੁੱਖਾ ਉਹ ਬ੍ਰੈਡ ਨੂੰ ਪੈ ਰਿਹਾ ਪਹਿਲਾਂ ਹਨਾ, ਵੀ ਆਹ ਚੀਜ਼ ਮੇਰੇ ਲਈ ਜ਼ਰੂਰੀ ਆ। ਸੋ ਇਹਨਾਂ ਨੇ ਜਦੋਂ ਹੁਣ ਐਗਰੀਕਲਚਰ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ, ਪਾਣੀ ਤੇ ਕਬਜ਼ਾ ਕਰ ਲਿਆ, ਅੱਜ ਪੰਜਾਬ ਦਾ ਪਾਣੀ ਮੁੱਲ ਲੈ ਕੇ ਪੀਣ ਲੱਗ ਗਏ ਅਸੀਂ, ਦੁੱਧ ਨਾਲੋਂ ਮਹਿੰਗਾ ਪਾਣੀ ਆ, ਠੀਕ ਆ। ਹੌਲੀ ਹੌਲੀ ਫੂਡ ਤੇ ਕਬਜ਼ਾ ਕਰ ਲਿਆ, ਫਿਰ ਇਹ ਬਿਲਕੁਲ ਮਤਲਬ ਕਿ ਆਮ ਲੋਕਾਂ ਨੂੰ ਜਮਾਂ ਗੁਲਾਮ ਬਣਾਉਣਾ। ਅੱਜ ਜਿਹੜੇ ਸਾਡੇ ਕਿਸਾਨ ਟਰਾਲੀਆਂ ਭਰ ਕੇ ਤੁਰ ਪਏ ਨਾ ਅੰਦੋਲਨ ਦੇ ਵਿੱਚ 6-6 ਮਹੀਨਿਆਂ ਦਾ, ਸਾਲ ਦਾ ਰਾਸ਼ਨ ਲੈ ਕੇ, ਜਿੱਦੇ ਇਹਨਾਂ ਦੇ ਹੱਥ 'ਚ ਆ ਗਈਆਂ ਨਾ ਇਹ ਚੀਜ਼ਾਂ, ਇਹਨਾਂ ਨੇ ਤਾਂ ਲਿਮਟ ਲਾ ਦੇਣੀ ਆ ਵੀ 10 ਕਿਲੋ ਤੋਂ ਵੱਧ ਥੈਲੀ ਨਹੀਂ ਲੈ ਸਕਦੇ ਤੁਸੀਂ ਇੱਕ ਬੈਗ ਤੋਂ ਵੱਧ ਦੁੱਧ ਨਹੀਂ ਲੈ ਸਕਦੇ। ਮੁੜ ਕੇ ਇਹ ਚੀਜ਼ਾਂ ਨਹੀਂ ਹੋਣੀਆਂ ਹੈਗੀਆਂ, ਕਿਉਂਕਿ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਕਿ ਪੰਜਾਬ ਨੇ ਜਿਹੜੀ ਜ਼ਮੀਨ ਦੀ ਕਦਰ ਸਾਡੇ ਪੰਜਾਬੀਆਂ ਨੇ ਕੀਤੀ ਹੋਈ ਹੈ ਨਾ, ਕਿਉਂਕਿ ਕਹਿੰਦੇ ਹੁੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਜਿੰਨਾ ਚਿਰ ਸਾਡੇ ਕੋਲੇ ਅਨਾਜ ਆ, ਜ਼ਮੀਨ ਇਹਨਾਂ ਦੇ ਹੱਥਾਂ 'ਚ ਬਚਾਈ ਰੱਖਣਗੇ ਲੋਕ, ਉਹਨਾਂ ਚਿਰ ਤਾਂ ਇਹ ਛੇਤੀ ਕੁਛ ਨਹੀਂ ਕਰ ਸਕਦੇ। ਤੇ ਜਿਹੜਾ ਇਸ ਅੰਦੋਲਨ ਦੀ ਮੇਨ ਗੱਲ ਇਹ ਵੀ ਇੱਕ ਬੜੀ ਉੱਭਰ ਕੇ ਵੀ ਅੱਗੇ ਭੁੱਖ ਹੜਤਾਲਾਂ ਕਰ ਮੁੜ ਜਾਂਦੇ ਸੀ ਲੋਕ, ਐਤਕੀ ਰੱਜ ਕੇ ਚੜੇ ਬੈਠੇ ਇਹਨਾਂ ਦੇ ਸਿਰਹਾਣੇ। ਬਿਲਕੁਲ ਹਨਾ, ਵੀ ਬਰਾਬਰ ਦੇ ਹੋ ਕੇ ਟੱਕਰੇ ਹੋਏ ਆ। ਉਹ ਕਹਿੰਦੇ ਵੀ ਆ ਜਾ, ਅਬਾਨੀ ਅਡਾਨੀ ਨੂੰ ਕਹਿੰਦੇ ਵੀ ਸਾਡੇ ਕੋਲੇ ਸਾਰਾ ਕੁਝ, ਬਦਾਮ ਵੀ ਆ ਉੱਥੇ, ਦੇਖੋ ਸਾਰੀਆਂ ਚੀਜ਼ਾਂ ਨਾ, ਉਹ ਰੱਜ ਕੇ ਟੱਕਰੇ ਹੋਏ ਆ। ਤੇ ਐਤਕੀ ਫਿਰ ਮਤਲਬ ਕਿ ਡਿਫਰੈਂਟ ਆ, ਸਾਰਾ ਸਿਨੈਰੀਓ ਹੀ ਟੋਟਲੀ ਚੇਂਜ ਹੈਗਾ ਹਨਾ। ਕਿ ਤੁਹਾਡੀ ਗੱਲ ਦੇ ਵਿੱਚ ਐਡ ਕਰਦਾ, ਉਹ ਕਹਿੰਦੇ ਆ ਨਾ ਵੀ ਜਿਹੜੇ ਉਹ ਕਹਿੰਦੇ ਸੀਗੇ ਵੀ ਜਿਹੜੇ ਗਏ ਮੀਟਿੰਗ ਦੇ ਵਿੱਚ, ਉਹ ਕਹਿੰਦੇ ਵੀ ਤੁਹਾਨੂੰ ਚਾਹ ਪਿਲਾਉਣੇ ਆ, ਕਹਿੰਦੇ ਆਓ ਤੁਹਾਨੂੰ ਕੜਿਆ ਦੁੱਧ ਪਿਲਾਉਣੇ ਆ, ਕੜਿਆ ਦੁੱਧ ਤੁਹਾਨੂੰ। ਹਾਂ ਬਦਾਮ, ਹਜੇ ਸਾਡੇ NRI ਦਾ ਅਸੀਂ ਜਿਵੇਂ ਨਾ ਦੂਰ ਖੜੇ ਟਰੈਕਟਰ ਰੇਸਾਂ ਹੀ ਮਾਰੀ ਜਾਂਦੇ, ਅਜੇ ਅਸੀਂ ਕਹਿੰਦੇ ਸਾਥੋਂ ਮੰਗੋ ਕੁਛ, ਉਹ ਕਹਿੰਦੇ ਨਹੀਂ ਅਜੇ ਸਾਡਾ ਸਰਦਾ ਉੱਤੇ। ਹਜੇ ਅਸੀਂ ਤਾਂ ਪਿੱਛੇ, ਹਜੇ NRI ਤਾਂ ਜੇ ਪਿੱਛੇ ਬੈਠੇ ਆ ਜਿਹੜੇ ਵੀ, ਕੋਈ ਨਹੀਂ ਜੇ ਕਿੰਨਾ ਲੰਮਾ ਚੱਲਦਾ ਉਦੋਂ ਜਿਹੜੀ ਮਤਲਬ ਕਿ ਕਹਿੰਦੇ ਹੁੰਦੇ ਨਾ ਪਲਾਨ B, ਉਹ ਪਿੱਛੇ ਸਾਡਾ ਪਿੱਛੇ ਹੀ। ਅਜੇ ਤਾਂ ਅਸੀਂ ਬਾਹਰ ਖੜੇ ਮੈਦਾਨ 'ਚ ਨਾ, ਅਜੇ ਵਾਰਮ ਅਪ ਜਿਵੇਂ ਪਲੇਅਰਾਂ ਵਾਂਗੂ ਹੋ ਰਹੇ, ਅਜੇ ਮੈਚ ਦੂਜੇ ਖੇਡ ਰਹੇ, ਅਸੀਂ ਅਜੇ ਬਾਹਰ ਸਪੇਅਰ ਦੇ ਤੌਰ ਤੇ ਬੈਠੇ, ਕੋਈ ਨਹੀਂ ਇਦੋਂ ਬਾਅਦ ਅਸੀਂ ਦੱਸ ਵੀ ਜਿਹੜੀ ਚੀਜ਼ ਹੈਗੀ ਸਾਨੂੰ ਦੱਸੋ ਹਨਾ। ਸੋ ਬੜਾ ਮਤਲਬ ਸਾਰਾ ਕੁਛ ਜਿਹੜਾ ਨਾ ਵਧੀਆ ਹੈਗੀ ਇਹ ਚੀਜ਼, ਤੇ ਬੜਾ ਕੁਛ ਇਹਦੇ ਚੋਂ ਸਿੱਖਣ ਨੂੰ ਵੀ ਮਿਲ ਰਿਹਾ, ਤੇ ਸਰਕਾਰ ਨੂੰ ਵੀ ਪਤਾ ਲੱਗ ਗਿਆ ਵੀ ਲੋਕ ਹੁਣ ਭੀਖ ਨਹੀਂ ਮੰਗ ਰਹੇ, ਇਹਨੂੰ ਕਹਿੰਦੇ ਅਸਲ 'ਚ ਸਹੀ ਹੱਕ ਮੰਗਣਾ ਹਨਾ। ਅੰਦੋਲਨ, ਸਹੀ ਅੰਦੋਲਨ ਕਹਿੰਦੇ ਹਾਂਜੀ, ਸਹੀ ਹੱਕ ਮੰਗਣਾ ਇਹਨੂੰ ਕਹਿੰਦੇ ਹਨਾ। ਵੈਸੇ ਪਹਿਲਾ ਅੰਦੋਲਨ ਹੋਇਆ ਜਿਹਦੇ ਵਿੱਚ ਕਿ ਮੇਲਾ ਲੱਗਾ ਹੋਇਆ। ਮੈਂ ਤਾਂ ਪਹਿਲਾਂ ਕਦੀ ਜਿੰਨੇ ਵੀ ਅੰਦੋਲਨ ਦੇਖਿਆ, ਲਾਠੀਆਂ ਚੱਲਦੀਆਂ ਦੇਖੀਆਂ ਜਾਂ ਲੋਕੀ ਭੁੱਖ ਨਾ ਮਰਦੇ ਦੇਖਿਆ, ਪਹਿਲਾ ਅੰਦੋਲਨ ਦੇਖਿਆ ਜਿੱਥੇ ਲੋਕੀ ਆਉਂਦੇ ਆ, ਉਹ ਜਾਣ ਨੂੰ ਦਿਲ ਨਹੀਂ ਕਰਦਾ। ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਜੀ ਹੋਰਾਂ ਨੇ ਵੀ ਆਉਣਾ, ਤੁਸੀਂ ਜਾ ਕੇ ਤੇ ਤੁਸੀਂ ਬਾਰੀ ਜਾਓ, ਕਹਿੰਦੇ ਜਾਣ ਨੂੰ ਦਿਲ ਹੀ ਨਹੀਂ ਕਰਦਾ ਸਾਡਾ ਇੱਥੋਂ। ਉਹਨਾਂ ਨੇ ਪੰਜਾਬੀਆਂ ਨੇ ਮੇਲਾ ਇਦਾਂ ਦਾ ਲਾਤਾ ਉੱਥੇ ਕਿ ਉਹ ਅੰਦੋਲਨ ਨੂੰ ਇੱਕ ਮੇਲੇ 'ਚ ਚੇਂਜ ਕਰ ਦਿੱਤਾ ਉਹਨਾਂ ਨੇ ਪੂਰੇ ਦਾ ਪੂਰਾ। ਇਹ ਚੀਜ਼ ਦਾ ਬਾਈ ਜੀ ਆਪਾਂ ਨੂੰ ਪ੍ਰਾਊਡ ਹੁੰਦਾ ਨਾ, ਕਿੰਨਾ ਇੱਥੇ ਬੈਠਿਆਂ ਨੂੰ ਤੁਹਾਨੂੰ ਮਤਲਬ ਕਿ ਇੱਕ ਅਸੀਂ ਥੋੜੇ ਜਿਹੇ ਹੈਗੇ ਆ ਦੁਨੀਆ ਦੇ ਹਿਸਾਬ ਨਾਲ ਦੇਖੀਏ, ਸਾਡੀ ਕੁਛ ਵੀ ਨਹੀਂ ਗਿਣਤੀ ਹੈਗੀ ਹਨਾ, ਕਿ ਸਾਨੂੰ ਅਸੀਂ ਅੱਜ ਮਤਲਬ ਕਿ ਅੱਜ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਵੀ ਸਾਨੂੰ ਲੰਗਰ ਖਵਾ ਰਹੇ, ਮੈਂ ਕਿਤੇ ਵੀ ਲੱਗਦਾ ਉਹਨਾਂ ਨੂੰ ਲੱਗਦਾ ਯਾਰ ਇਹ ਬੰਦੇ ਅੱਜ ਤੱਕ ਇਹਨਾਂ ਨੇ ਕੋਈ ਭੁੱਖਾ ਨਹੀਂ ਮਰਨ ਦਿੱਤਾ। ਤੇ ਉਹ ਹੁਣ ਨਾ ਤੁਹਾਡਾ ਜਿਵੇਂ ਕਹਿੰਦੇ ਨੇ ਆਸਾਨ ਭਾਰ ਲਾਉਣ ਕਰਕੇ ਹੀ ਲੋਕ, ਮਤਲਬ ਇੱਕ ਬਜ਼ੁਰਗ ਮੈਂ ਦੇਖਿਆ, ਉਹ ਥੋੜੀ ਜਿਹੀ ਇੱਕ ਗੱਟੇ 'ਚ ਮੂੰਗਫਲੀ ਜਿੰਨੀ ਕਿ ਜੋਗਾ ਵਿਚਾਰਾ ਹਨਾ ਲੈ ਕੇ ਆਇਆ, ਉਹ ਉਹੀ ਵੰਡਦਾ ਫਿਰ ਰਿਹਾ। ਮਤਲਬ ਹਰ ਬੰਦਾ ਉੱਥੇ ਦੇਣ ਲਈ ਆਇਆ, ਕੁਛ ਦੇਣ ਲਈ ਆਇਆ। ਅੰਦੋਲਨ ਨੂੰ ਹਰ ਬੰਦਾ ਜਿਹੜਾ ਨਾ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ, ਜਿਵੇਂ ਆਪਣੇ ਕੋਈ ਘਰ ਦਾ ਪ੍ਰੋਗਰਾਮ ਹੁੰਦਾ ਹਨਾ, ਵੀ ਉਹ ਸਾਰੀਆਂ ਚੀਜ਼ਾਂ ਤੋਂ ਡਰਦਾ ਵੀ ਯਾਰ ਇਹਦੇ 'ਚ ਗਲਤ ਗੱਲ ਨਾ ਹੋ ਜੇ, ਕੋਈ ਗਲਤ ਹਰਕਤ ਨਾ ਹੋ ਜੇ, ਕੋਈ ਏਦਾਂ ਦੀ ਚੀਜ਼ ਨਾ ਹੋਵੇ। ਹਰ ਬੰਦਾ ਜ਼ਿੰਮੇਵਾਰੀ ਸਮਝ ਕੇ ਚੱਲਦਾ ਨਾ ਜਿਹੜਾ, ਤੇ ਤਾਂ ਹੀ ਇਹ ਸਰਕਾਰਾਂ ਲਈ ਇਹ ਪ੍ਰੋਬਲਮ ਤਾਂ ਹੀ ਬਣਿਆ ਹੋਇਆ ਨਾ ਜ਼ਿਆਦਾਤਰ, ਵੀ ਜਦੋਂ ਉਹਨਾਂ ਨੂੰ ਪਤਾ ਲੱਗ ਰਿਹਾ। ਹਾਂਜੀ ਬਿਲਕੁਲ ਭਾਜੀ, ਆਪਾਂ ਟਾਈਮ ਵੀ ਹੁਣ ਹੋ ਰਿਹਾ ਆਪਣਾ, ਤੇ ਮੈਂ ਲਾਸਟ ਦੇ ਵਿੱਚ ਆਪਣੇ ਐਡਵੋਕੇਟ ਨਵਦੀਪ ਸਿੰਘ ਹੋਣਾ ਨੂੰ ਕਹੂੰਗਾ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਸ ਅੰਦੋਲਨ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਆਪਾਂ ਸਪੋਰਟ ਕਰ ਸਕੀਏ। NRI ਕਿਸ ਤਰ੍ਹਾਂ ਹੋਰ ਸਪੋਰਟ ਕਰ ਸਕਦੇ ਆ? ਪੈਸੇ ਦੀ ਸਪੋਰਟ ਤਾਂ ਚਲੋ ਉਹ ਕਹਿ ਰਹੇ ਵੀ ਸਾਨੂੰ ਨਾ ਕਰੋ,
ਕੋਈ ਹੋਰ ਸਪੋਰਟ ਇਦਾਂ ਦੀ ਕੋਈ ਅਸੀਂ ਕਰ ਸਕਦੇ ਹੋਈਏ ਇਸ ਅੰਦੋਲਨ ਦੇ ਲਈ? ਤੁਸੀਂ ਕੁਝ ਸ਼ੇਅਰ ਕਰਨਾ ਚਾਹੋ ਇਹਦੇ ਬਾਰੇ ਪਲੀਜ਼ ਲਾਸਟ? ਮੈਂ ਪਹਿਲਾਂ ਤਾਂ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦਾ NRIs ਵੀਰਾਂ ਦਾ ਕਿ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਇਦਾਂ ਦੀ ਚਾਹੇ ਕੋਈ ਸਰਕਾਰਾਂ ਹੈ ਜਾਂ ਕੋਈ ਹੋਰ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਜਾਂ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਪਿੱਛੇ NRI ਵੀਰਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ। ਚਾਹੇ ਇਲੈਕਸ਼ਨ ਦੀ ਗੱਲ ਕਰੀਏ, ਚਾਹੇ 2017 ਦੀ ਗੱਲ ਕਰੀਏ ਕਿ ਸਾਡੇ NRI ਵੀਰਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਬਦਲਾਅ ਜ਼ਰੂਰੀ ਹੈ, ਇੱਕ ਇਮਾਨਦਾਰ ਸਰਕਾਰ ਜ਼ਰੂਰੀ ਹੈ, ਤਾਂ ਉਦੋਂ ਬੜੀ ਹੈਲਪ ਕੀਤੀ NRI ਵੀਰਾਂ ਨੇ। ਚਾਹੇ ਇਹਨਾਂ ਰਵਾਇਤੀ ਪਾਰਟੀਆਂ ਨੇ ਦੋਨਾਂ ਨੇ ਬੜੇ ਐਲੀਗੇਸ਼ਨ ਵੀ NRI ਵੀਰਾਂ ਤੱਕ ਵੀ ਤੁਹਾਡੇ ਇਧਰ ਬਹੁਤ ਬਾਹਰ ਤੱਕ ਵੀ ਬੜੀਆਂ ਗਲਤ ਗੱਲਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ NRI ਵੀਰਾਂ ਨੂੰ ਪੰਜਾਬ ਦੇ ਨਾਲੋਂ ਲਾਭੇ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਕੋਈ ਚੰਗੀਆਂ ਗੱਲਾਂ ਜਿਹੜੇ ਕਰਦੇ ਆ ਉਹਨਾਂ ਦੀ ਹੈਲਪ ਕਰਦੇ ਆ ਉਹਨਾਂ ਨੂੰ ਤੋੜਿਆ ਜਾਵੇ। ਤਾਂ ਮੈਂ ਸਭ ਤੋਂ ਇੱਥੇ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਇਸ ਅੰਦੋਲਨ ਨੂੰ ਜੇਕਰ ਆਪਾਂ ਜਿੱਤ ਪ੍ਰਾਪਤ ਕਰਨੀ ਹੈ ਤਾਂ ਇਸ ਅੰਦੋਲਨ ਨੂੰ ਲਗਾਤਾਰ ਇਦਾਂ ਹੀ ਕੰਟੀਨਿਊ ਰੱਖਣਾ ਚਾਹੀਦਾ, ਕਿਉਂਕਿ ਮੈਨੂੰ ਜੋ ਸਾਨੂੰ ਪਤਾ ਲੱਗਿਆ ਕਿ ਭਾਜਪਾ ਹੈ ਜੋ ਸਰਕਾਰ ਹੈ ਇਹਨੂੰ ਤੋੜਨ ਦੇ ਲਈ ਬੜੇ ਹੀ ਉਪਰਾਲੇ ਕਰ ਰਹੀ ਹੈ, ਯਤਨ ਕਰ ਰਹੀ ਹੈ। ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਵਾਈਆਂ ਜਾ ਰਹੀਆਂ ਜੀ, ਇਹ ਤਾਂ ਜੀ ਜਿਹੜੇ ਗਰਮ ਖਿਆਲੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਆ ਗਿਆ ਜੀ, ਜਾਂ ਇਹ ਜਿਹੜੀ ਪਾਰਟੀ ਇਦਾਂ ਕਰ ਰਹੀ ਹੈ ਜੀ ਜਾਂ ਇਦਾਂ ਕਰ ਰਹੀ ਹੈ ਜੀ। ਸੋ ਇਹ ਸਿਰਫ ਬਦਨਾਮ ਕਰਨ ਤੇ ਲੱਗੇ ਹੋਏ ਸਾਨੂੰ ਸਾਰਾ। ਜੇਕਰ ਅਸੀਂ ਦੇਖੋ, ਜੇ ਤੁਹਾਡੇ NRI ਵੀਰ ਜਿੱਦਾਂ ਤੁਹਾਡੇ ਬਾਹਰ ਬੈਠੇ ਆ, ਤੁਹਾਡਾ ਸਾਡੇ ਨਾਲ ਸਾਥ ਰਿਹਾ, ਆਸ਼ੀਰਵਾਦ ਰਿਹਾ, ਔਰ ਸਾਡੇ ਜੋ ਇੱਥੇ ਬੁੱਧੀਜੀਵੀ ਵਰਗ ਹੈ ਉਹ ਇਦਾਂ ਇਕੱਠੇ ਰਹੇ, ਔਰ ਇਦਾਂ ਹੀ ਸਾਨੂੰ ਰੋਜ਼ਾਨਾ ਡਿਸਕਸ਼ਨਸ ਕਰਨੀਆਂ ਚਾਹੀਦੀਆਂ। ਰੋਜ਼ਾਨਾ ਜੋ ਉੱਥੇ ਜੋ ਧਰਨੇ ਲੱਗੇ ਹੋਏ ਆ ਉੱਥੇ ਜਾ ਕੇ ਜੋ ਸਪੀਚਸ ਹੁੰਦੀਆਂ ਉਹਨਾਂ ਦੇ ਵਿੱਚ ਜਾ ਕੇ ਉਹਨੂੰ ਦੱਸਣਾ ਚਾਹੀਦਾ ਹੈ। ਵੈਸੇ ਤਾਂ ਕਿਸਾਨ ਵੀਰ ਬਹੁਤ ਸਿਆਣੇ ਆ, ਉਹਨੂੰ ਅਵੇਅਰ ਕਰਨਾ ਚਾਹੀਦਾ ਵੀ ਜੋ ਭਾਜਪਾ ਸਰਕਾਰ ਹੈ, ਜਿਹੜੇ ਕਾਰਪੋਰੇਟ ਘਰਾਣੇ ਆ, ਜਿਹੜੇ ਵੱਡੇ ਅਬਾਨੀ ਅਡਾਨੀ ਘਰਾਣੇ ਆ, ਦੇਖੋ ਉੱਥੇ ਜਦੋਂ ਇਹਨਾਂ ਦੀ ਮੀਟਿੰਗਸ ਹੋਈਆਂ ਤਾਂ ਭਾਜਪਾ ਦੇ ਇੱਕ ਮਿਨਿਸਟਰ ਨੇ ਇਹ ਕਹਿਤਾ ਵੀ ਕਿਸਾਨਾਂ ਵੀਰਾਂ ਨੂੰ ਇਹ ਗੱਲ ਕਹਿਤੀ ਵੀ ਅਸੀਂ ਤੁਹਾਨੂੰ ਤਾਂ ਤੁਹਾਡੀਆਂ ਮੰਗਾਂ ਮੰਨ ਲਾਂਗੇ ਜੀ, ਤੇ ਅਬਾਨੀਆਂ ਅਡਾਨੀਆਂ ਨੂੰ ਕੀ ਜਵਾਬ ਦੇਵਾਂਗੇ, ਕਹਿੰਦੇ ਅਸੀਂ। ਦੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ ਵੀ ਜਿਹੜੀ ਹਿੰਦੁਸਤਾਨ ਜਾਂ ਭਾਰਤ ਨੂੰ ਇੱਕ ਸਰਕਾਰ ਨਹੀਂ ਚਲਾ ਰਹੀ, ਅਬਾਨੀ ਅਡਾਨੀ ਚਲਾ ਰਿਹਾ, ਸਿੱਧਾ ਹੀ ਐਡਮਿਟ ਕਰ ਰਹੇ ਆ, ਸਿੱਧਾ ਹੀ ਮੰਨ ਰਹੇ ਆ ਇਸ ਗੱਲ ਨੂੰ। ਸੋ ਉਹ ਅਬਾਨੀ ਅਡਾਨੀ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਇਸ ਜੋ ਸਾਡਾ ਅੰਦੋਲਨ ਨੂੰ ਬਿਖੇਰਨ ਦੇ ਲਈ ਉਹ ਦਿਨ ਰਾਤ ਲੱਗੇ ਹੋਏ ਆ, ਹੁਣ ਦਿਨ ਰਾਤ ਪਲੈਨਿੰਗਸ ਕਰ ਰਹੇ ਆ ਵੀ ਇਹਨਾਂ ਨੂੰ ਕਿਵੇਂ ਵੰਡਿਆ ਜਾਵੇ, ਕਿਵੇਂ ਤੋੜਿਆ ਜਾਵੇ, ਕਿਵੇਂ ਲੜਾਇਆ ਜਾਵੇ। ਤਾਂ ਇਹ ਤਾਂ ਸਾਡੀ ਜਿੱਤ ਆ ਵੀ ਅਸੀਂ ਬੈਠੇ ਆ, ਬਹੁਤ ਜਿਹੜੀ ਉੱਥੇ ਸੋਚ ਲੈ ਕੇ ਬੈਠੇ ਆਂਗੇ ਤੇ ਇਕੱਠੇ ਬੈਠੇ ਆਂਗੇ। ਸੋ ਮੇਰਾ ਸੰਦੇਸ਼ ਤਾਂ ਇਹੀ ਹੈ ਵੀ ਜਿੰਨਾ ਇਹ ਅੰਦੋਲਨ ਸ਼ਾਂਤਮਈ ਤਰੀਕੇ ਦੇ ਨਾਲ ਔਰ ਜਿੰਨਾ ਇਹਨੂੰ ਆਪਾਂ ਲੰਬਾ ਅਸੀਂ ਨਹੀਂ ਕਰ ਰਹੇ ਜਿੰਨਾ ਸਰਕਾਰ ਕਰਵਾ ਰਹੀ ਹੈ ਲੰਬਾ, ਕਿਉਂਕਿ ਸਰਕਾਰ ਮੰਗਾ ਮੰਨ ਲੇ, ਸਭ ਦੇ ਵਾਪਸ ਲੈ ਲੇ, ਤਾਂ ਸਾਨੂੰ ਬਸ ਇਹੀ ਹੈ ਜੀ। ਇੱਕ ਤਾਂ ਤੁਹਾਡਾ ਜਿਵੇਂ ਪ੍ਰੋਗਰਾਮ ਤੁਸੀਂ ਇਹ ਕੀਤਾ ਹੈ ਬਹੁਤ ਵਧੀਆ ਹੈ, ਇਸ ਨਾਲ ਬੜੀ ਅਵੇਅਰਨੈਸ ਜੋ ਮਿਲਦੀ ਹੈ ਲੋਕਾਂ ਨੂੰ ਇਦਾਂ ਹੈਗੀ ਹੈ, ਤਾਂ ਲੋਕਾਂ ਨੂੰ ਇਦਾਂ ਅਵੇਅਰ ਕੀਤਾ ਜਾਵੇ। ਤਾਂ ਇੱਕ ਉੱਥੇ ਜੋ ਸਾਡੇ ਉੱਥੇ ਅੰਦੋਲਨ ਚੱਲ ਰਿਹਾ ਹੈ ਉੱਥੇ ਜਾ ਕੇ ਇਦਾਂ ਦੀਆਂ ਸਪੀਚਸ ਥੋੜ੍ਹੀਆਂ ਜਿਹੀਆਂ ਜਿਹੜੇ ਸਾਡੇ ਬੁੱਧੀਜੀਵੀ ਵਰਗ ਜਾ ਰਿਹਾ ਉਹ ਲੋਕਾਂ ਨੂੰ ਸਮਝਾਉਣ ਵੀ ਇਹ ਕਾਰਪੋਰੇਟ ਘਰਾਣੇ ਲੱਗੇ ਹੋਏ ਆ। ਔਰ ਇਹ ਗੱਲ ਨਹੀਂ, ਥੋੜੀ ਜਿਹੀ ਮੈਂ ਪੋਜ਼ਿਟਿਵ ਗੱਲ ਵੀ ਕਰੂੰਗਾ ਕਿ ਜਿਵੇਂ ਦਰਸ਼ਨ ਜੀ ਕਿਹਾ ਸੀਗਾ ਵੀ ਇਹ ਨਹੀਂ ਹੱਲਣੇ, ਮੈਂ ਮੰਨਦਾ ਹੈ ਵੀ ਬਹੁਤ ਵੱਡੇ ਘਰਾਣੇ ਰਲੇ ਹੋਏ ਆ ਇਹਨਾਂ ਨੇ। ਦੇਖੋ ਇੱਕ ਤਾਂ 95% ਹਿੰਦੁਸਤਾਨ ਦੀ ਆਬਾਦੀ ਔਰ ਇੱਕ 5% ਲੋਕ ਜਿਨ੍ਹਾਂ ਕੋਲੇ ਸਾਰਾ ਪੈਸਾ ਇਕੱਠਾ ਕੀਤਾ ਹੋਇਆ, ਤੇ ਅਸੀਂ ਉਹਨੂੰ ਕਾਰਪੋਰੇਟ ਘਰਾਣੇ ਕਹਿੰਦੇ ਆ ਕਿ ਜਿਹੜੇ ਸਾਰੇ ਲੋਕਾਂ ਨੂੰ ਦੱਬ ਕੇ ਉਹਨੂੰ ਮਜ਼ਦੂਰ ਬਣਾਉਣ ਲਈ ਵੀ ਸਾਡੀ ਮਜ਼ਦੂਰੀ ਕਰਨ 95% ਜੋ ਭਾਰਤ ਦੇ ਲੋਕ ਹੈ, ਚਾਹੇ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਉਹ ਦਿਨ ਰਾਤ ਲੱਗੇ ਹੋਏ ਆ ਸਾਨੂੰ ਤੋੜਨ ਦੇ ਲਈ। ਅੱਜ ਦਿਨ ਰਾਤ ਪਲੈਨਿੰਗਸ ਕਰ ਰਹੇ ਆ ਔਰ ਦਿਨ ਰਾਤ ਉਹਨਾਂ ਦੀਆਂ ਇਹ ਗੱਲਾਂ ਚੱਲਦੀਆਂ ਵੀ ਇਹਨੂੰ ਆਪਾਂ ਕਿੱਦਾਂ, ਕਿਉਂਕਿ ਉਹਨਾਂ ਦੇ ਗੱਲ ਦੀ ਹੱਡੀ ਬਣ ਗਈ ਹੈ ਇਹ, ਬਿਲਕੁਲ ਬਹੁਤ ਵੱਡਾ ਉਹਨਾਂ ਲਈ ਇਹ ਸੌਖਾ ਨਹੀਂ। ਰਾਤ ਨੂੰ ਸੌਖੀ ਨੀਂਦ ਉਹ ਵੀ ਨਹੀਂ ਸੌ ਰਹੇ, ਜਿੰਨਾ ਕੋਲ ਉਹਨੇ ਈਜ਼ੀ ਕੰਮ ਸਮਝਿਆ ਸੀ ਉਹ ਉਹਨਾਂ ਦੇ ਗੱਲ ਦੀ ਹੱਡੀ ਬਣ ਗਈ ਹੈ। ਬੜਾ ਉਹਨਾਂ ਨੂੰ ਡਿਪਰੈਸ਼ਨ ਚ ਹੈ ਹੁਣ ਉਹ, ਸਾਰਾ ਦਿਨ ਰਾਤ ਕੀ ਕੀਤਾ ਜਾਵੇ ਇਹਦਾ। ਤਾਂ ਇਹ ਜਿੰਨਾ ਅੰਦੋਲਨ ਹੈ ਸ਼ਾਂਤਮਈ ਤਰੀਕੇ ਦੇ ਨਾਲ, ਜਿੰਨਾ ਅੰਦੋਲਨ ਦੇਖੋ ਜਿਹੜੀ ਆਪਾਂ ਉੱਥੇ ਗੱਲ ਕਹੀਏ ਅੰਦੋਲਨ ਨੂੰ ਵੱਡਾ ਕੀਤਾ ਜਾਵੇ ਤਾਂ ਦਿੱਲੀ, ਪੰਜਾਬ ਤੋਂ ਜੀ, ਯੂਪੀ ਤੋਂ, ਹਰਿਆਣੇ ਤੋਂ, ਤੁਸੀਂ ਵੀ ਦੇਖਦੇ ਹੋਵੋਗੇ ਨਿਊਜ਼ ਰਾਹੀਂ ਜੋ ਸਾਡੇ ਤੁਹਾਡੇ ਸੋਰਸ ਰਾਹੀਂ ਵੀ ਉੱਥੇ ਕਿੱਡਾ ਵੱਡਾ ਹੋਰ ਇਕੱਠ ਹੋ ਰਿਹਾ, ਜਾਮ ਲੱਗ ਰਹੇ ਹੈ। ਤਾਂ ਸਾਡੇ ਜਿਹੜੇ ਕਿਸਾਨ ਆ ਨਾ ਜੀ, ਮੈਂ ਇੱਕ ਗੱਲ ਹੋਰ ਦੱਸਦਾ, ਹਜੇ ਜਿਹੜੇ ਵੱਡੇ ਵੱਡੇ ਪੁਲ ਆ ਜਾਂ ਮੇਨ ਰੋਡ ਹਾਈਵੇ ਆ ਉਹਨਾਂ ਤੇ ਜਾਮ ਕੀਤਾ ਹੋਇਆ, ਸਲਿੱਪ ਰੋਡ ਛੱਡੀਆਂ ਹੋਈਆਂ ਜਿੱਥੋਂ ਦੀ ਆਮ ਲੋਕਾਂ ਨੂੰ ਜਾ ਰਿਹਾ ਜਾਂ ਕੋਈ ਐਂਬੂਲੈਂਸ ਹੈ ਜਾਂ ਕੋਈ ਹੋਰ ਆ ਉੱਥੋਂ ਦੀ ਉਹ ਲੰਘ ਰਹੇ ਆ। ਜੇਕਰ ਇਹਨਾਂ ਨੇ ਇਹ ਹਜੇ ਵੀ ਕੋਈ ਏਦਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਿੱਦੇ ਉਹ ਸਾਰਾ ਕੁਝ ਬੰਦ ਹੋ ਗਿਆ ਤਾਂ ਮੇਰਾ ਖਿਆਲ ਸਾਰਾ ਸਿਸਟਮ ਇਹਨਾਂ ਨੂੰ ਵੀ ਸੌਖਾ ਨਹੀਂ ਰਹਿਣਾ, ਏਅਰਪੋਰਟਸ ਬੰਦ ਹੋ ਜਾਣੇ ਆ, ਸਾਰਾ ਸਿਸਟਮ ਬੰਦ ਹੋ ਜਾਣਾ, ਸਟਕ ਹੋ ਜਾਣਾ। ਸੋ ਸਾਨੂੰ ਲੋੜ ਹੈ ਇਹਨੂੰ ਸ਼ਾਂਤਮਈ ਤਰੀਕੇ ਨਾਲ ਚਲਾਉਣ ਦੀ, ਸਾਨੂੰ ਲੋੜ ਆ ਬੁੱਧੀਜੀਵੀ ਵਰਗ ਨੂੰ ਹੋਰ ਨਾਲ ਜੋੜਨ ਦੀ। ਜਿਵੇਂ ਕਿ ਸਾਰਾ ਪੰਜਾਬ ਦੀ ਗੱਲ ਕਰ ਲਈਏ, ਭਾਰਤ ਦੀ ਗੱਲ ਕਰ ਲਈਏ, ਐਡਵੋਕੇਟਸ, ਡਾਕਟਰਸ ਜਾਂ ਇਦਾਂ ਕਰ ਲਈਏ ਆਪਾਂ ਜਿਹੜੇ ਆੜਤੀ ਆ, ਸਾਰਾ ਵਰਗ ਜਿਹੜੇ ਬੁੱਧੀਜੀਵੀ ਵਰਗ ਨਾਲ ਜੁੜ ਰਹੇ ਆ।
ਤੇ ਔਰ ਤੁਹਾਡੇ ਐਨਆਰਆਈਜ਼ ਵੀਰ ਨੂੰ ਰਿਕੁਐਸਟ ਆ ਵੀ ਵੱਧ ਤੋਂ ਵੱਧ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾ ਕੇ ਥੋੜਾ ਜਿਹਾ ਅਵੇਅਰ ਕਰਨ ਸਾਰਾ ਸਿਸਟਮ, ਠੀਕ ਹੈ ਨਾ ਜੀ, ਕਿਉਂਕਿ ਫੇਸਬੁੱਕ ਨਾਲ ਬਹੁਤ ਲੋਕ ਜੁੜੇ ਹੋਏ ਆ। ਜਦੋਂ ਅਵੇਅਰਨੈਸ ਜਾਂਦੀ ਹੈ ਤਾਂ ਲੋਕਾਂ ਨੂੰ ਪਤਾ ਲੱਗਦਾ, ਉਸ ਤਰੀਕੇ ਨਾਲ ਫਿਰ ਸ਼ਾਂਤੀਪੂਰਨ ਤਰੀਕੇ ਨਾਲ ਆਪਾਂ ਇਹਨੂੰ ਲੰਬਾ ਕਰ ਸਕਦੇ ਹਾਂ। ਤਾਂ ਪੋਜ਼ਿਟਿਵਿਟੀ, ਜੋ ਪੋਜ਼ਿਟਿਵ ਸੋਚ ਕੇ ਤਾਂ ਕੋਈ ਗੱਲ ਨਹੀਂ। ਜਿਵੇਂ ਕਿਹਾ ਜੀ, ਇਹ ਵੈਸੇ ਕਾਰਪੋਰੇਟ ਘਰਾਣੇ ਬਹੁਤ ਵੱਡੇ ਘਰਾਣੇ ਆ, ਜਲਦੀ ਤਾਂ ਭੱਜਣ ਵਾਲੇ ਹੈ ਨਹੀਂਗੇ, ਇਹ ਜਲਦੀ ਇੰਨਾ ਨਹੀਂ ਸਾਨੂੰ ਉਹ ਕਰ ਰਹੇ, ਕਿਉਂਕਿ ਇਹਨਾਂ ਦੀਆਂ ਤਿਆਰੀਆਂ ਬਹੁਤ ਪਹਿਲਾਂ ਦੀਆਂ ਬਹੁਤ ਲੰਬੀਆਂ, ਔਰ ਅਸੀਂ ਤਾਂ ਹੁਣ ਜੋ ਸੰਘਰਸ਼ ਵਿੱਢਿਆ, ਪਰ ਸਾਨੂੰ ਪੋਜ਼ਿਟਿਵ ਰਹਿ ਕੇ ਇਹਨੂੰ ਅੱਗੇ ਕੰਟੀਨਿਊ ਰੱਖਣਾ ਚਾਹੀਦਾ। ਕੋਈ ਨਾ ਕੋਈ ਸੋਲਿਊਸ਼ਨ ਜਾਂ ਕੁਛ ਨਾ ਕੁਛ ਫਾਇਦਾ ਸਾਡਾ ਜ਼ਰੂਰ ਇਹਦੇ ਵਿੱਚੋਂ ਹੱਲ ਨਿਕਲੂਗਾ। ਹਾਂਜੀ, ਐਡਵੋਕੇਟ ਨਵਦੀਪ ਸਿੰਘ ਜੀ, ਮੈਂ ਥੋੜਾ ਜਿਹਾ ਆਪਣੇ ਦਰਸ਼ਕਾਂ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਦੱਸਦਾ ਚਾਹੁੰਦਾ ਕਿ ਇਹ ਸਾਡੇ ਬਠਿੰਡੇ ਤੋਂ ਨੇ, ਔਰ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੋਹਰੇ ਕੀਤਾ ਹੈਗਾ ਬਠਿੰਡੇ ਹਲਕੇ ਨੂੰ ਅੱਗੇ ਇੰਪਰੂਵ ਕਰਨ ਲਈ, ਆਮ ਆਦਮੀ ਪਾਰਟੀ ਲਈ। ਔਰ ਅਸੀਂ ਸਾਰੇ ਤੁਹਾਡੇ ਨਾਲ ਆ ਜੀ, ਜਿੱਥੇ ਜਿੰਨੇ ਵੀ ਵੀਰ ਸਾਡੇ ਬਠਿੰਡੇ ਵਾਲੇ ਸੁਣ ਰਹੇ ਆ, ਉਹਨਾਂ ਨੂੰ ਆਪਾਂ ਇਹਨਾਂ ਨੂੰ ਸਪੋਰਟ ਕਰਨੀ ਆ ਪੂਰੀ ਤਰ੍ਹਾਂ, ਤਾਂ ਜੋ ਦੇਖੋ ਪੋਲੀਟੀਕਲ ਤੌਰ ਤੇ ਜੇ ਅੱਜ ਦੇਖਿਆ ਜਾਵੇ ਤਾਂ ਇੱਕੋ ਹੀ ਪਾਰਟੀ ਆ ਜਿਹੜੀ ਕੰਮ ਦੇ ਨਾਂ ਤੇ ਵੋਟ ਮੰਗ ਰਹੀ ਆ, ਬਾਕੀ ਪਾਰਟੀਆਂ ਧਰਮ ਦੇ ਨਾਂ ਤੇ ਵੋਟ ਮੰਗ ਰਹੀਆਂ। ਜੇ ਹੁਣ ਜਿਹੜਾ ਨਵਾਂ ਯੂਥ ਆ ਇਸ ਗੱਲ ਨੂੰ ਸਮਝ ਰਿਹਾ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਨਵਦੀਪ ਸਿੰਘ ਜੀ, ਐਡਵੋਕੇਟ ਨਵਦੀਪ ਸਿੰਘ, ਤੁਸੀਂ ਜੁੜੇ ਸਾਡੇ ਨਾਲ, ਔਰ ਇੰਨਾ ਤੁਸੀਂ ਵਧੀਆ ਸ਼ੇਅਰ ਕੀਤਾ। ਅਸੀਂ ਅੱਗੇ ਤੋਂ ਵੀ ਇਹ ਆਸ ਰੱਖਦੇ ਹਾਂ ਤੁਸੀਂ ਸਾਡੇ ਨਾਲ ਜੁੜੋਗੇ ਤੇ ਹੋਰ ਵੀ ਸਾਨੂੰ ਇਨਫੋਰਮੇਸ਼ਨ ਦਿਓਗੇ। ਤੇ ਮੈਂ ਦਰਸ਼ਨ ਸਿੰਘ ਜੀ ਤੇ ਹਰਪ੍ਰੀਤ ਖੋਸਾ ਜੀ, ਮੈਂ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਆਪਣੇ ਇੱਕ ਲਾਸਟ ਚ ਮੈਂ ਗੱਲ ਕਹਿਣੀ ਚਾਹੁੰਦਾ ਸੀਗਾ ਜੀ ਕਿ ਇੱਥੇ ਨਾ ਜਿਵੇਂ ਹੁਣ ਇਹਨਾਂ ਦਾ ਬੀਜੇਪੀ ਨੇ ਰੀਸੈਂਟਲੀ ਇਹਨਾਂ ਨੇ ਆਪਣੀ ਰਣਨੀਤੀ ਬਣਾਈ ਵੀ ਅਸੀਂ ਲੋਕਾਂ ਨੂੰ ਸਮਝਾਉਣ ਨਿਕਲਣਾ ਵੀ ਇਹ ਬਿੱਲ ਮਾੜੇ ਨਹੀਂ ਹੈਗੇ, ਹਨਾ। ਵੀ ਪਹਿਲੀ ਗੱਲ ਮੈਨੂੰ ਤਾਂ ਇਹ ਨਹੀਂ ਲੱਗਿਆ ਵੀ ਇਹ ਬਿੱਲ ਲਿਆਉਣ ਦੀ ਜਿਹੜੀ ਪ੍ਰਾਈਵੇਟ ਖਰੀਦ ਆ ਉਹ ਪਹਿਲਾਂ ਵੀ ਮੰਡੀਆਂ ਚ ਹੁੰਦੀ, ਵਪਾਰੀ ਖਰੀਦਦੇ ਆ, ਕਾਂਟਰੈਕਟ ਫਾਰਮਿੰਗ ਪਹਿਲਾਂ ਵੀ ਹੁੰਦੀ ਆ, ਠੀਕ ਆ। ਕੀ ਦਿੱਤਾ, ਖੁੱਲ ਦੇਤੀ ਹੈਗੀ ਆ ਵੀ ਤੁਸੀਂ ਸਟੋਰ ਕਰ ਲਓ ਜਿੰਨਾ ਮਰਜ਼ੀ ਵੱਡਿਆਂ ਨੂੰ, ਹਨਾ। ਹੁਣ ਇੱਕ ਬੰਦਾ ਇੱਥੇ ਬੀਜੇਪੀ ਦਾ ਭਗਤ ਮੈਨੂੰ ਮਿਲਿਆ, ਕਹਿੰਦਾ ਜੀ ਦੇਖੋ ਗਵਰਨਮੈਂਟ ਨੇ ਹਰੇਕ ਨੂੰ ਕੰਮ ਕਰਨ ਦੀ ਖੁੱਲ ਦੇਤੀ, ਤੁਸੀਂ ਖਰੀਦ ਲਓ ਜਾ ਕੇ, ਪੈਨ ਕਾਰਡ ਚਾਹੀਦਾ ਤੁਸੀਂ ਖਰੀਦ ਕੇ ਕਰ ਲਓ। ਮੈਂ ਕਿਹਾ ਪੈਨ ਕਾਰਡ ਤਾਂ ਗਵਰਨਮੈਂਟ ਹਰੇਕ ਨੂੰ ਦੇ ਦਿੰਦੀ ਆ, ਪਰ ਤੈਨੂੰ ਮੈਨੂੰ ਕਿਸੇ ਬੈਂਕ ਨੇ ਥੋੜੀ ਲੋਨ ਦੇਣਾ ਵੀ ਤੂੰ ਲੈ ਲਾ 5,000 ਕਰੋੜ 10,000 ਕਰੋੜ ਤੇ ਤੂੰ ਖਰੀਦ ਲਾ, ਤੂੰ ਇੰਡਸਟਰੀ ਲਾ ਲਾ। ਆਮ ਬੰਦੇ ਨੂੰ ਤਾਂ ਬੈਂਕ ਵਾਲੇ ਥੋੜੀ ਥੜੇ ਚੜਨ ਦਿੰਦੇ ਆ। ਤੇ ਇਹਨਾਂ ਲੋਕਾਂ ਨੂੰ ਇੱਕ ਬਿਆਨ ਦੇ ਨਾਲ ਹੀ ਮੋਦੀ ਸਾਹਿਬ ਲੱਖਾਂ ਕਰੋੜਾਂ ਅਰਬਾਂ ਬਣਵਾ ਦਿੰਦੇ ਆ। ਵੀ ਇਹ ਜਿਹੜਾ ਆਮ ਬੰਦੇ ਨੂੰ ਇੱਕ ਭੁਲੇਖਾ ਪਾਇਆ ਜਾ ਰਿਹਾ ਨਾ ਵੀ ਤੂੰ ਵੀ ਕਰ ਸਕਦਾ, ਉਹ ਪੈਨ ਕਾਰਡ ਮਿਲ ਜਾਣਾ ਹਰੇਕ ਨੂੰ, ਉਹ ਚੀਜ਼ ਤੁਸੀਂ ਕਿੱਦਾਂ ਉਹ ਪ੍ਰੋਜੈਕਟ ਲਾਉਣੇ ਆ, ਤੁਸੀਂ ਕਿੱਦਾਂ ਖਰੀਦ ਸਕਦੇ ਹੋ ਹਰੇਕ ਚੀਜ਼। ਮਤਲਬ ਇਹ ਬਾਕੀ ਦਾ ਜਿਹੜਾ ਢਾਂਚਾ ਹੈਗਾ ਉਹ ਪਹਿਲਾਂ ਚੱਲ ਰਿਹਾ, ਪਹਿਲਾਂ ਵੀ ਪ੍ਰਾਈਵੇਟ ਖਰੀਦ ਹੋ ਹੀ ਰਹੀ ਹੈਗੀ ਆ। ਉਹਨੂੰ ਮਤਲਬ ਕਿ ਸਿਰਫ ਤੇ ਸਿਰਫ ਇੱਕ ਕੀ ਹੈ ਕਿ ਦੂਜਿਆਂ ਨੂੰ ਲੁੱਟਣ ਦੀ ਖੁੱਲ ਦਿੱਤੀ, ਬਾਕੀ ਤਾਂ ਸਾਰਾ ਕੁਝ ਪਹਿਲਾਂ ਵੀ ਚੱਲ ਰਿਹਾ। ਕੋਈ ਵੀ ਇੱਥੇ ਅੱਜ ਵੀ ਪੰਜਾਬ ਤੋਂ ਸਬਜ਼ੀਆਂ ਆਪਣੇ ਅੱਜ ਇੱਥੇ ਵੀ ਆਉਂਦੀਆਂ, ਸਾਡੇ ਟੋਰਾਂਟੋ ਵੀ ਆਉਂਦੀਆਂ, ਡੇਲੀ ਹਰੇਕ ਚੀਜ਼ ਆਉਂਦੀ ਹੈ ਉੱਥੋਂ, ਹਨਾ। ਤੇ ਸੋ ਇਹ ਗੱਲ ਜਿਹੜੀ ਸਭ ਤੋਂ ਵੱਡੀ ਲੋਕਾਂ ਦੇ ਸਮਝਣ ਵਾਲੀ ਗੱਲ ਇਹ ਹੈਗੀ ਆ ਕਿ ਇਹ ਆਮ ਬੰਦੇ ਨੂੰ ਇਹਦੇ ਚ ਕੋਈ ਨਹੀਂ ਫਾਇਦਾ ਹੋਣ ਵਾਲਾ, ਕਿਉਂਕਿ ਇਹਦੇ ਲਈ ਤੁਹਾਨੂੰ ਆਮ ਬੰਦੇ ਕੋਲੇ ਨਾ ਉਹਨੇ ਸਾਧਨ ਗਵਰਨਮੈਂਟ ਦਿੰਦੀ ਆ, ਨਾ ਉਹ ਕਰਦੀ ਹੈਗੀ ਆ। ਸੋ ਇਹਦੇ ਇਸ ਚੀਜ਼ ਤੋਂ ਜਿਹੜੀ ਇਹਦੀਆਂ ਚਾਲਾਂ ਹੈਗੀਆਂ ਨਾ ਗਵਰਨਮੈਂਟ ਦੀਆਂ, ਇਹਨਾਂ ਤੋਂ ਲੋਕਾਂ ਨੂੰ ਬੜਾ ਅਵੇਅਰ ਹੋ ਕੇ ਜਿਹੜਾ ਅੱਗੇ ਚੱਲਣ ਦੀ ਲੋੜ ਆ। ਬਾਕੀ ਸਟੇ ਪੋਜ਼ਿਟਿਵ ਤਰੀਕੇ ਨਾਲ ਅੱਗੇ ਵਧੀ ਜਾਣ, ਕੋਈ ਐਡੀ ਗੱਲ ਨਹੀਂ। ਸ਼ਾਂਤਮਈ ਅੰਦੋਲਨ ਤੋਂ ਹੀ ਹਮੇਸ਼ਾ ਗਵਰਨਮੈਂਟ ਡਰਦੀਆਂ ਹੁੰਦੀਆਂ, ਦੂਜੇ ਤਾਂ ਉਹਨਾਂ ਨੂੰ ਉਖਾੜਨੇ ਬਹੁਤ ਸੌਖੇ ਹੁੰਦੇ ਆ। ਤੇ ਇਹ ਕੋਈ ਐਡੀ ਗੱਲ ਨਹੀਂ ਹੈਗੀ, ਲੋਕਾਂ ਅੱਗੇ ਕੁਛ ਨਹੀਂ ਰੁਕਦਾ ਹੁੰਦਾ ਜੀ। ਬਿਲਕੁਲ ਬਿਲਕੁਲ ਭਾਜੀ। ਹਾਂਜੀ ਦਰਸ਼ਨ ਸਿੰਘ ਜੀ। ਹਾਂਜੀ, ਮੈਂ ਇੱਥੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਨਾ, ਤੇ ਨਾਲੇ ਨਾਲ ਇਹ ਮੈਂ ਗੱਲ ਕਹਿਣਾ ਵੀ ਇਹ ਇਕੱਲਾ ਕਿਸਾਨਾਂ ਦਾ ਘੋਲ ਨਹੀਂ ਹੈ। ਅੱਜ ਹਰ ਤਬਕੇ ਦਾ ਬਣ ਗਿਆ, ਛੋਟਾ ਦੁਕਾਨਦਾਰ ਵੀ ਦੁਖੀ ਹੈ ਤੇ ਬਾਕੀ ਹੋਰ ਜਿਹੜੇ ਛੋਟੇ ਵਪਾਰੀ ਵੀ ਉਹ ਵੀ ਦੁਖੀ ਹੈ, ਨਾਲ ਰਲੇ ਹੋਏ ਆ। ਆਪਣੇ ਜਿਹੜੇ ਆੜਤੀਆ ਲੋਕ ਸੀਗੇ ਉਹ ਵੀ ਨਾਲ ਆਏ ਹੋਏ ਆ। ਇਸ ਲਈ ਮਾਸ ਮੂਵਮੈਂਟ ਬਣ ਗਈ ਹੈ, ਨਾ ਕਿ ਕਿਸਾਨਾਂ ਦੀ ਇਕੱਲਿਆਂ ਦੀ ਹੈ, ਔਰ ਇਕੱਲੇ ਪੰਜਾਬ ਦੀ ਨਹੀਂ ਹੈ, ਇਹ ਸਾਰੇ ਹਿੰਦੁਸਤਾਨ ਦੀ ਬਣੀ ਹੈ। ਇਹਨੂੰ ਆਪਾਂ ਬੜੇ ਸੁਚੱਜੇ ਤਰੀਕੇ ਨਾਲ ਸਿਆਣੀ ਲੀਡਰਸ਼ਿਪ ਤੇ ਉਹਨਾਂ ਦੀ ਗੱਲ ਜ਼ਰੂਰ ਮੰਨਣੀ ਹੈ, ਲੀਡਰਸ਼ਿਪ ਦੀ, ਉਹਨਾਂ ਦੇ ਆਪਾਂ ਰਹਿਨਮਾਈ 'ਚ ਹੀ ਇਹ ਗਾਹਾਂ ਵਧਾ ਸਕਦੇ ਹਾਂ ਤੇ ਸ਼ਾਂਤੀ ਤੇ ਅਮਨ ਦੇ ਨਾਲ ਵਧਾ ਸਕਦੇ ਹਾਂ। ਤੇ ਜਿਹੜੀ ਵਾਇਲੇਸ਼ਨ ਹੁੰਦੀ ਹੈ ਉਹ ਕਰਦੀ ਹੈ ਹਮੇਸ਼ਾ ਰਾਜ ਕਰਦੀ ਸੱਤਾ ਲਈਓ, ਉਹ ਹੁੰਦੀ ਹੈ ਤਸ਼ੱਦਦ ਕਰਨ ਦੀ, ਉਹਨਾਂ ਦੇ ਲਈ ਹੁੰਦੀ ਹੈ ਹੂਟਿੰਗ। ਆਪਾਂ ਜਿਹੜਾ ਸਧਾਰਨ ਬੰਦਾ ਜਾਂ ਜਿਹੜਾ ਸੰਘਰਸ਼ ਕਰਦਾ ਉਹ ਕਦੇ ਹੂਟਿੰਗ ਨਹੀਂ ਕਰਦਾ। ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਸਾਰੇ ਸ਼ਾਂਤਮਈ ਰਹਿਣਾ ਤੇ ਜਿਹੜੇ ਆਪਣੇ ਲੀਡਰ ਹੈ ਉਹਨਾਂ ਦੇ ਕਹਿਣੇ 'ਚ ਰਹਿਣਾ ਤੇ ਉਹਨਾਂ ਦੇ ਵੱਲ ਧਿਆਨ ਵੀ ਰੱਖਣਾ ਸਾਰਾ ਕੀ ਕਰ ਰਹੇ।
ਹਾਂਜੀ ਇੱਕ ਜਿਹੜੇ ਨਵੇਂ ਪੰਜਾਬ ਪ੍ਰਸਤ ਬਣੇ ਉਹਨਾਂ ਤੋਂ ਦੂਰ ਰਹਿਣਾ, ਜਿਹੜੇ ਹਾਂ, ਨਵੇਂ ਇਨਕਲਾਬੀ ਇਹ ਉੱਠੇ ਆ, ਕਿਉਂਕਿ ਉਹਨਾਂ ਤੋਂ ਉਹਨਾਂ ਲੋਕਾਂ ਨੂੰ ਹੁਣ ਤਾਂ ਸੁਖਬੀਰ ਬਾਦਲ ਕਹੀ ਜਾਂਦਾ ਜੀ ਮੈਂ ਕੇਜਰੀਵਾਲ ਨੇ ਕਹਿੰਦਾ ਮੁਕੱਦਮੇ ਦਰਜ ਕਰਤੇ। ਜਦੋਂ ਉਹਨੂੰ ਉਹ ਮੈਂ ਜੇ ਅੱਜ ਟੀਵੀ ਤੇ ਗੱਲ ਕੀਤੀ, ਹਰਸਿਮਰਤ ਨੇ ਟਵੀਟ ਕਰਕੇ ਡਿਲੀਟ ਮਾਰਤਾ ਜੀ, ਟਵੀਟ ਹਾਂ, ਕੀਤਾ ਪਹਿਲਾਂ ਫਿਰ ਡਿਲੀਟ ਹਾਂ, ਕਰਤਾ। ਮੈਂ ਉਹ ਬਾਈ ਟੀਵੀ ਤੇ ਗੱਲ ਕਰਦਾ ਸੀ, ਮੈਂ ਕਿਹਾ ਵੀ ਇੰਨੇ ਮੰਦਬੁੱਧੀ, ਉਹ ਜਗੀਰ ਕੌਰ ਤੇ ਗੱਲ ਚੱਲਦੀ ਸੀ ਵੀ ਉਹ ਮੈਂ ਕਿਹਾ ਇੰਨਾ ਮੰਦਬੁੱਧੀ ਹੈ, ਉਹਨੂੰ ਇਹ ਨਹੀਂ ਪਤਾ ਵੀ ਕੇਜਰੀਵਾਲ ਕੋਲੇ ਜਿਹੜੀ ਹੈਗੀ ਆ ਉਹ ਹੈ ਹੀ ਨਹੀਂ ਮਹਿਕਮਾ ਇਹ, ਠੀਕ ਹੈ ਨਾ, ਦਿੱਲੀ ਸਰਕਾਰ ਕੋਲੇ ਇਹ ਉਹ ਰਿਆੜ ਸਾਹਿਬ ਹੁੰਦੇ ਆ ਉੱਥੇ ਤੇ ਹੋਸਟ ਕਰਦੇ, ਬਹੁਤ ਵਧੀਆ। ਠੀਕ ਹੈ ਭਾਜੀ, ਓਕੇ ਜੀ, ਬਹੁਤ ਵਧੀਆ ਜੀ, ਅੱਜ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਸੈਸ਼ਨ ਨੂੰ ਸਾਡੀ ਹੈਲਪ ਕੀਤੀ, ਤੇ ਮੈਂ ਲਾਸਟ ਦੇ ਵਿੱਚ ਫਿਰ ਧੰਨਵਾਦ ਕਰਦਾ ਹਾਂ ਹਰਪ੍ਰੀਤ ਖੋਸਾ ਜੀ ਦਾ, ਦਰਸ਼ਨ ਸਿੰਘ ਜੀ ਦਾ ਤੇ ਐਡਵੋਕੇਟ ਨਵਦੀਪ ਸਿੰਘ ਜੀ ਦਾ, ਤੇ ਸਾਰੇ ਦਰਸ਼ਕਾਂ ਦਾ ਜਿਹੜੇ ਅੱਜ ਸਾਨੂੰ ਦੇਖ ਰਹੇ ਆ ਫੇਸਬੁੱਕ ਤੇ ਔਰ ਸਾਨੂੰ ਸ਼ੇਅਰ ਕੀਤਾ, ਬਹੁਤ ਬਹੁਤ ਧੰਨਵਾਦ। ਕੱਲ ਨੂੰ ਸਾਡੇ ਨਾਲ ਮਾਸਟਰ ਰੁਪਿੰਦਰ ਜੀ ਕੈਨੇਡਾ ਤੋਂ ਹੋਸਟ ਨੇ, ਤੇ ਉਹਨਾਂ ਦੇ ਨਾਲ ਜਿਹੜੇ ਫਾਰਮਰ ਲੀਡਰ ਨੇ ਉਹ ਉਹਨਾਂ ਨੂੰ ਨਾਲ ਲਿਆ ਰਹੇ ਨੇ ਇਸ ਪ੍ਰੋਗਰਾਮ ਦੇ ਉੱਤੇ। ਸੋ ਕੱਲ ਨੂੰ ਆਪਾਂ ਫੇਰ ਜੁੜਾਂਗੇ 7:30 ਵਜੇ। ਸਾਰੇ ਸਾਥੀਆਂ ਨੂੰ ਇਨਕਲਾਬ ਜਿੰਦਾਬਾਦ, ਆਮ ਆਦਮੀ ਕਿਸਾਨ ਪਾਰਟੀ ਏਕਤਾ ਜਿੰਦਾਬਾਦ, ਜਿੰਦਾਬਾਦ ਜੀ, ਧੰਨਵਾਦ ਜੀ।